हाँ जी, जय मसीह की साਰਿਆਂ ਨੂੰ खुदा ਦਾ ਸ਼ੁਕਰ ਕਰਦੇ ਹਾਂ ਅਸੀਂ ਅੱਜ ਦੇ ਇਸ ਚੰਗੇ ਸਮੇਂ ਦੇ ਲਈ। ਉਹਨੇ ਫਿਰ ਸਾਡੀ ਜ਼ਿੰਦਗੀ ਦੇ 'ਚ ਮੌਕਾ ਦਿੱਤਾ ਕਿ ਅਸੀਂ ਉਹਦੀ ਹਜ਼ੂਰੀ ਚਾਹੀਏ ਔਰ ਉਹਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖ ਸਕੀਏ। ਸੋ ਕੱਲ੍ਹ ਅਸੀਂ ਸਿੱਖ ਰਹੇ ਸੀਗੇ ਰੈਪਚਰ ਦੇ ਵਿੱਚ ਤੇ ਦੂਸਰੇ ਆਗਮਨ ਦੇ ਵਿੱਚ ਕੀ ਫਰਕ ਆ ਔਰ ਰੈਪਚਰ ਦੇ ਉੱਤੇ ਬਾਈਬਲ ਦੇ ਵਿੱਚ ਕਿਹੜੀਆਂ ਵਰਸਾਂ ਜ਼ੋਰ ਦਿੰਦੀਆਂ ਔਰ ਦੂਸਰੇ ਆਗਮਨ ਦੇ ਬਾਰੇ ਬਾਈਬਲ ਦੀਆਂ ਕਿਹੜੀਆਂ ਵਰਸਾਂ ਉਹਦੇ ਉੱਤੇ ਮੋਹਰ ਲਾਉਂਦੀਆਂ। ਅਸੀਂ ਕੱਲ੍ਹ ਬੜੀ ਤਸੱਲੀ ਦੇ ਨਾਲ ਇਹਦੇ ਬਾਰੇ ਸਿੱਖ ਰਹੇ ਸੀਗੇ। ਸੋ ਅਸੀਂ ਕੱਲ੍ਹ ਵੇਰਵੇ ਪੜ੍ਹੇ ਸੀਗੇ ਔਰ ਨਾਲ ਥੋੜ੍ਹਾ ਜਿਹਾ ਰਿਪੀਟ ਕਰ ਲੈਂਦੇ ਹਾਂ ਸਿਰਫ 1-2 ਮਿੰਟ ਦੇ ਲਈ। ਅਗਰ ਤੁਸੀਂ ਲਿਖ ਰਹੇ ਹੋ ਤਾਂ ਫਿਰ ਤੁਸੀਂ ਲਿਖ ਲਓ, ਇੱਕ ਪਾਸੇ ਰੈਪਚਰ ਲਿਖ ਲਓ, ਕਲੀਸਿਆ ਦਾ ਉਠਾਇਆ ਜਾਣਾ, ਔਰ ਦੂਸਰੇ ਪਾਸੇ ਲਾਈਨ ਮਾਰ ਕੇ ਲਿਖ ਲਓ ਸੈਕੰਡ ਕਮਿੰਗ, ਯਾਨੀ ਕਿ ਯਿਸੂ ਮਸੀਹ ਦਾ ਦੂਸਰਾ ਆਗਮਨ। ਬਹੁਤ ਸਾਰੇ ਲੋਕੀ ਰੈਪਚਰ ਨੂੰ ਹੀ ਕਈ ਵਾਰੀ ਸੈਕੰਡ ਕਮਿੰਗ ਕਹਿੰਦੇ ਰਹਿੰਦੇ ਆ, ਕਿਉਂਕਿ ਦੂਸਰੇ ਆਗਮਨ ਦੇ ਨਾਲ ਹੀ ਇਹਨੂੰ ਵੀ ਕਈ ਵਾਰੀ ਲੋਕੀ ਜੋੜ ਕੇ ਦੇਖ ਲੈਂਦੇ ਆ। ਲੇਕਿਨ ਰੈਪਚਰ ਦੁਲਹਨ ਦੇ ਲਈ ਹੈ, ਦੂਸਰਾ ਆਗਮਨ ਇਸਰਾਇਲ ਦੇ ਉੱਤੇ ਤੇ ਦੁਨੀਆ ਦੇ ਉੱਤੇ ਜ਼ਾਹਰ ਹੋਣ ਵਾਸਤੇ ਹੈ। ਇਸਰਾਇਲ ਜਿਸ ਮਸਾਇਆ ਨੂੰ ਉਡੀਕ ਰਹੀ ਹੈ, ਜਿਸ ਮਸੀਹ ਦੀ ਇੰਤਜ਼ਾਰ ਦੇ ਵਿੱਚ ਆ, ਉਹਨਾਂ ਦੇ ਲਈ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਹੋ ਕੇ ਪ੍ਰਭੂ ਯਿਸੂ ਮਸੀਹ ਨੇ ਆਉਣਾ ਹੈ, ਸੰਸਾਰ ਦੇ ਲੋਕਾਂ ਦੇ ਉੱਤੇ ਪ੍ਰਗਟ ਹੋਣਾ ਹੈ। ਤੀਸਰਾ, ਕਲੀਸਿਆ ਨੇ ਪ੍ਰਭੂ ਯਿਸੂ ਮਸੀਹ ਦੇ ਨਾਲ 1000 ਸਾਲ ਦੇ ਲਈ ਇਸ ਜ਼ਮੀਨ ਦੇ ਉੱਤੇ ਰਾਜ ਕਰਨਾ ਹੈ। ਉਹ ਰਾਜ ਕਲੀਸਿਆ ਕਰੇਗੀ। ਸਭ ਤੋਂ ਵੱਡੀ ਖਾਸ ਗੱਲ ਇਹ ਹੈ, ਯਿਸੂ ਮਸੀਹ ਹੈਡ ਹੋਵੇਗਾ ਤੇ ਰਾਜ ਜਿਹੜਾ ਹੈ ਉਹ ਸਾਰਾ ਕਲੀਸਿਆ ਦੇ ਹੱਥ ਦੇ ਵਿੱਚ ਹੋਵੇਗਾ। ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀਗਾ ਕਿ ਲੋਹੇ ਦੇ ਡੰਡੇ ਦੇ ਨਾਲ ਉਹ ਰਾਜ ਕਰਨ ਆ ਰਿਹਾ ਆ, ਤੇ ਅਸੀਂ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਬਦਨ ਆ, ਅਸੀਂ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਹੱਥ ਆ, ਉਹ ਲੋਹੇ ਦਾ ਡੰਡਾ ਸਾਡੇ ਹੱਥ ਵਿੱਚ ਹੋਵੇਗਾ, ਜਿਹਦੇ ਨਾਲ ਪੂਰੀ ਦੁਨੀਆ ਦੇ ਉੱਤੇ ਦੁਲਹਨ ਰਾਜ ਕਰੇਗੀ ਔਰ 12 ਰਸੂਲ ਇਸਰਾਇਲ ਦੇ 12 ਗੋਤਾਂ ਦੇ ਉੱਤੇ ਰਾਜ ਕਰਨਗੇ। ਸੋ ਰੈਪਚਰ ਔਰ ਦੂਸਰਾ ਆਗਮਨ, ਰੈਪਚਰ ਸੈਕੰਡ ਕਮਿੰਗ। ਸੋ ਕੱਲ੍ਹ ਅਸੀਂ ਰੈਪਚਰ ਦੇ ਬਾਰੇ ਪੜ੍ਹੀ ਸੀ ਵਰਸ ਯੂਹੰਨਾ ਦੀ ਇੰਜੀਲ ਉਹਦਾ 14 ਅਧਿਆਇ ਉਹਦੀ 1-3 ਵਰਸ ਅਸੀਂ ਕੱਲ੍ਹ ਪੜ੍ਹ ਲਈ ਸੀਗੀ ਕਿ ਪ੍ਰਭੂ ਯਿਸੂ ਮਸੀਹ ਕਹਿੰਦਾ ਆ ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਵਰ 'ਤੇ ਵੀ ਮਾਣ ਰੱਖੋ ਅਤੇ ਮੇਰੇ 'ਤੇ ਵੀ ਰੱਖੋ, ਮੈਂ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹਾਂ ਅਤੇ ਫਿਰ ਆ ਕੇ ਤੁਹਾਨੂੰ ਲੈ ਜਾਵਾਂਗਾ। ਔਰ ਪਰਸੋਂ ਯਾਨੀ ਕਿ ਅੱਜ ਅਸੀਂ ਹਾਂ 16ਵੇਂ ਪਾਠ ਦੇ ਵਿੱਚ ਔਰ ਕੱਲ੍ਹ ਅਸੀਂ 15ਵਾਂ ਔਰ 14ਵੇਂ ਪਾਠ ਦੇ ਵਿੱਚ ਅਸੀਂ ਇਸ ਚੀਜ਼ ਦੇ ਉੱਤੇ ਪੂਰਾ ਧਿਆਨ ਦੇ ਕੇ ਸਿੱਖਿਆ ਸੀਗਾ ਕਿ ਦੁਲਹਨ ਦੀ ਕੀਮਤ ਜਿਹੜੀ ਆ ਉਹ ਕੀ ਹੈ। ਸੋ ਜਿਨ੍ਹਾਂ ਨੇ ਦੁਲਹਨ ਦੀ ਕੀਮਤ ਬਾਰੇ ਨਹੀਂ ਸੀ ਸੁਣਿਆ ਉਹ ਦੁਬਾਰਾ 14 ਚੈਪਟਰ ਨੂੰ ਜ਼ਰੂਰ ਸੁਣ ਲੈਣ। ਔਰ ਇਹ ਜਿਹੜੀ ਵਰਸ ਆ ਦੁਲਹਨ ਦੀ ਕੀਮਤ ਨੂੰ ਦਿਖਾਉਂਦੀ ਹੈ। ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਇਸ ਦੁਲਹਨ ਦਾ ਰੁਤਬਾ ਕੀ ਹੈ, ਪਰ ਇਸ ਦੁਲਹਨ ਨੂੰ ਆਪਣੇ ਰੁਤਬੇ ਦਾ ਪਤਾ ਨਹੀਂ ਹੈ, ਇਹਨੂੰ ਆਪਣੀ ਕੀਮਤ ਦਾ ਨਹੀਂ ਪਤਾ, ਪਰ ਜਿਹਦੀ ਦੁਲਹਨ ਹੈ ਉਹਨੂੰ ਪਤਾ ਵੀ ਇਹਦੀ ਕੀਮਤ ਕੀ ਹੈ। ਇਸ ਲਈ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਜਾਣਾ ਆ ਤਾਂ ਜੋ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਫਿਰ ਮੈਂ ਆਵਾਂਗਾ ਤੇ ਤੁਹਾਨੂੰ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਉਸ ਤੋਂ ਬਾਅਦ ਅਸੀਂ ਪਹਿਲਾ ਥੈਸਲੋਨੀਕੇ ਉਹਦਾ 4 ਅਧਿਆਇ
ਉਹਦੀ 14 ਤੋਂ ਲੈ ਕੇ ਤੇ 17 ਵਰਸ ਤੱਕ ਅਸੀਂ ਦੇਖਿਆ ਸੀਗਾ ਕਿ ਯਿਸੂ ਮਸੀਹ ਆਪਣੀ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ ਹੈ। ਸੋ ਇੱਕ ਪਾਸੇ ਤੁਸੀਂ ਲਿਖ ਸਕਦੇ ਹੋ ਯੀਸ਼ੂ का अपनी कलीसिया के लिए आना। ये दो वर्सां ਜਿਹੜੀਆਂ ਆ ਯਿਸੂ ਮਸੀਹ ਦਾ ਕਲੀਸਿया ਦੇ ਲਈ ਯਾਨੀ ਦੁਲਹਨ ਦੇ ਲਈ ਆਉਣ ਨੂੰ ਇਹ ਪ੍ਰਗਟ ਕਰਦੀਆਂ ਆ ਔਰ ਇਹ ਦੋ ਵਰਸਾਂ ਯਿਸੂ ਮਸੀਹ ਦੇ ਰੈਪਚਰ ਦੇ ਉੱਤੇ ਮੋਹਰ ਲਾਉਂਦੀਆਂ ਕਿ ਕਿਵੇਂ ਯਿਸੂ ਮਸੀਹ ਦੁਲਹਨ ਨੂੰ ਲੈਣ ਆ ਰਿਹਾ। ਉਸ ਰੈਪਚਰ ਦੇ ਬਾਰੇ ਚ ਜਿਹੜਾ ਗੁਪਤ ਰੂਪ ਦੇ ਵਿੱਚ ਹੋਣਾ ਆ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਇਹਦੇ ਹੈਡਲਾਈਨ ਲਿਖੀ ਜਾਓ ਤਾਂ ਕਿ ਤੁਹਾਨੂੰ ਫਿਰ ਸਮਝ ਆਊਗੀ ਤੇ ਮੈਨੂੰ ਸਮਝਾਉਣ ਦਾ ਮਜ਼ਾ ਆਊਗਾ। सिस्टर गुरशरण जी भी साढ़े नाल जुड़ चुके हैं, उन्होंने जय मसीह की कहना मैं और खुदा ने बड़ी आशीष देवे। ऊपर लिख लो यीशु का अपनी कलीसिया के लिए आना। ये असीं दो वर्सां देख लियां। हुण दूसरे पासे देखते हैं कलीसिया के साथ यीशु का आना। हुण इन्हां दो शब्दां दे फर्क नूं समझना तुसीं। नंबर 1 कलीसिया दे लई प्रभु यीशु मसीह दा आना वो वखरा है। नंबर 2 इसराइल दे लिए आना या कलीसिया दे नाल आना, ये दो शब्द वखरे हैं। यीशु का कलीसिया के लिए आना और यीशु का कलीसिया के साथ आना। सो इस चीज़ नूं लैके जिहड़े हुण डिबेट करते हैं या साबित करना चाहते रैपचर नहीं है, ये वर्सां अगर उन्हां नूं परमेश्वर वालों बुद्ध मिली है जिहदा जिक्र यशाया 11:2 दे विच कीता गया है, अगर तो वह बुद्ध मिली है तो फिर एकदम उन्होंने इस फर्क का पता लगूगा। लेकिन जेडे अपनी बुद्धि का सहारा लैके बैठे हैं शायद उन्होंने उत्ते परमेश्वर इन्होंने गल्लों प्रगट नहीं करेगा। शायद कि परमेश्वर प्रगट ही नहीं करेगा क्योंकि जेडे अपनी बुद्ध के नाल परमेश्वर को समझना चाहते हो कदे समझ नहीं सकते। इसलिए परमेश्वर को असीं समझ सकीए उन्हें इसलिए अपनी बुद्ध सानू दिती है। यीशु का अपनी कलीसिया के लिए आना असी देख लिया तो कलीसिया के साथ यीशु का आना भी कल असी देख लिया सी। ਉਹਦੇ ਲਈ ਅਸੀਂ ਕੁਲਸੀਓਂ ਦਾ ਖੱਤ ਪਲੂਸ ਦਾ ਲਿਖਿਆ ਹੋਇਆ ਉਹਦਾ 3 ਅਧਿਆਇ ਉਹਦੀ 4 ਵਰਸ ਪੜ੍ਹੀ ਸੀ। ਜ਼ਕਰਿਆ ਨਬੀ ਦੀ ਕਿਤਾਬ ਉਹਦਾ 14 ਅਧਿਆਇ ਉਹਦੀ 5 ਵਰਸ ਪੜ੍ਹੀ ਸੀਗੀ। ਪ੍ਰਕਾਸ਼ਿਤ ਵਾਕਿਆ 19 ਅਧਿਆਇ ਤੇ ਉਹਦੀ 14 ਵਰਸ ਅਸੀਂ ਕੱਲ ਪੜ੍ਹੀ ਸੀ। ਸੋ ਇੱਕ ਵਰਸ ਅਸੀਂ ਹੋਰ ਪੜ੍ਹ ਲੈਂਦੇ ਹਾਂ ਜਿਹੜੀ ਕੱਲ ਅਸੀਂ ਨਹੀਂ ਸੀ ਪੜ੍ਹੀ। ਇਸ ਤੋਂ ਬਾਅਦ ਤੁਹਾਨੂੰ ਪੂਰਾ ਇਸ ਚੀਜ਼ ਦੇ ਉੱਤੇ ਭਰੋਸਾ ਬਣ ਜਾਵੇਗਾ ਕਿ ਰੈਪਚਰ ਦੇ ਵਿੱਚ ਤੇ ਸੈਕੰਡ ਕਮਿੰਗ ਦੇ ਵਿੱਚ ਕਿੰਨਾ ਅੰਤਰ ਆ। ਦੇਖਦੇ ਹਾਂ ਯਹੂਦਾ ਦੀ ਪੱਤਰੀ, ਇਹ ਪ੍ਰਕਾਸ਼ਿਤ ਵਾਕਿਆ ਤੋਂ ਪਹਿਲਾਂ ਦੀ ਇੱਕ ਕਿਤਾਬ ਆ ਔਰ ਸੰਤ ਯਹੂਦਾ ਵੱਲੋਂ ਇਹ ਲਿਖੀ ਗਈ ਕਿਤਾਬ ਹੈ। ਉਹਦਾ ਇੱਕ ਅਧਿਆਇ ਉਹਦੀ 14 ਵਰਸ ਅਸੀਂ ਪੜਾਂਗੇ। ਇਹਦਾ ਇੱਕੋ ਹੀ ਚੈਪਟਰ ਆ। हनोक ने भी जो आदम से 7वीं पीढ़ी में था, हनोक जिहड़ा आदम तो 7वीं पीढ़ी दे विच सीगा, इनके विषय में ये भविष्यवाणी की। और मैनू हैरानी हुंदी है भी हनोक जिहड़ा आदम की 7वीं पीढ़ी तो सी ना, ਉਹਦੇ ਉੱਤੇ परमेश्वर ने इस चीज़ ਨੂੰ ਜ਼ਾਹਰ कर दिता सी कि प्रभु यीशु मसीह ने दुल्हन दे लई किद्दां आउणा है। लेकिन हैरानी हुंदी है किन्नियां समियां बाद असी मसीह दे विच आए हैं और साडे को ਉਹ वचन लिखती रूप ਦੇ ਵਿੱਚ ਸਾਡੇ ਮੋਹਰੇ ਪਿਆ ਆ। ਉਹਨਾਂ ਨੂੰ ਐਜ ਇੱਕ ਅਗੰਮਵਾਕ ਦੀ ਤਰ੍ਹਾਂ ਕਹਿ ਲਓ, ਇੱਕ ਨਬੂਵਤ ਦੀ ਤਰ੍ਹਾਂ ਕਹਿ ਲਓ, ਇੱਕ ਦ੍ਰਿਸ਼ ਦੀ ਤਰ੍ਹਾਂ ਕਹਿ ਲਓ, ਪਰਮੇਸ਼ਵਰ ਨੇ ਦਿਖਾਇਆ। ਆਦਮ ਦੀ 7ਵੀਂ ਪੀੜ੍ਹੀ ਦੇ ਵਿੱਚ ਹਨੋਕ ਨੂੰ ਦਿਖਾਇਆ ਕਿ ਪ੍ਰਭੂ ਯਿਸੂ ਮਸੀਹ ਨੇ ਦੁਲਹਨ ਦੇ ਲਈ ਕਿੱਦਾਂ ਆਉਣਾ ਆ। ਲੇਕਿਨ ਅਫਸੋਸ ਹੁੰਦਾ ਜਿਹੜੇ ਕਹਿੰਦੇ ਵੀ ਰੈਪਚਰ ਹੋਣਾ ਹੀ ਨਹੀਂ ਹੈ, ਤੇ ਅਫਸੋਸ ਹੁੰਦਾ ਜਿਹੜੇ ਕਹਿੰਦੇ ਵੀ ਦੁਲਹਨ ਨੇ ਕਲੇਸ਼ ਦੇ ਵਿੱਚ ਜਾਣਾ ਹੈ। ਤੇ ਇੰਨਾ ਖੁੱਲ੍ਹ ਕੇ ਲਿਖਿਆ ਹੋਇਆ ਵਚਨ ਦੇ ਵਿੱਚ ਪਤਾ ਨਹੀਂ ਪੜ੍ਹਦੇ ਨਹੀਂ ਆ ਜਾਂ ਕਿ ਫਿਰ ਸਿਰਫ ਮਿਸ਼ਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ ਤੇ ਸੱਚਾਈ ਨੂੰ ਜਾਣਨ ਦੇ ਲਈ ਤਿਆਰ ਨਹੀਂ ਆ। ਕੋਈ ਮਿਸ਼ਨਾਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਆ, ਕੁਛ ਆਪਣੇ ਅਗੂਆਂ ਦੇ ਨੂੰ ਹੀ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ। ਸਾਨੂੰ ਨਾ ਮਿਸ਼ਨਾਂ ਨੂੰ ਨਾ ਆਪਣੇ ਅਗੂਆਂ ਨੂੰ ਖੁਸ਼ ਕਰਨ ਲਈ ਬੁਲਾਇਆ ਗਿਆ। ਸਾਨੂੰ ਆਪਣੇ ਅਗੂਆਂ ਦੇ ਅਧੀਨ ਰਹਿ ਕੇ ਪ੍ਰਭੂ ਯਿਸੂ ਮਸੀਹ ਨੂੰ ਖੁਸ਼ ਕਰਨ ਦੇ ਲਈ ਬੁਲਾਇਆ ਗਿਆ ਹੈ। ਸੋ ਅਹਿਮੀਅਤ ਨੂੰ ਹੀ ਸਮਝਣਾ, ਅਗੂਏ ਦੀ ਅਹਿਮੀਅਤ ਕੀ ਹੈ ਔਰ ਪ੍ਰਭੂ ਯਿਸੂ ਮਸੀਹ ਦੀ ਅਹਿਮੀਅਤ ਕੀ ਹੈ। ਅਗੂਏ ਜਿਹੜੇ ਆ ਉਹਨਾਂ ਦਾ ਅਸੀਂ ਆਦਰ ਕਰਨਾ ਹੈ। ਅਗੂਏ
ਆਦਰ ਦੇ ਯੋਗ ਆ, ਲੇਕਿਨ ਮਸੀਹ ਯਸੂ ਮਹਿਮਾ ਦੇ ਯੋਗ ਆ। ਔਰ ਨਾ ਅਸੀਂ ਅਗਵੇ ਨੂੰ ਮਹਿਮਾ ਦੇ ਸਕਦੇ ਹਾਂ, ਔਰ ਨਾ ਅਸੀਂ ਇਸ ਬਾਰੇ ਵਿਚਾਰ ਹੀ ਕਰ ਸਕਦੇ ਹਾਂ। ਇਸ ਚੀਜ਼ ਨੂੰ ਚੇਤੇ ਰੱਖਣਾ। ਸੋ ਦੇਖਦੇ ਹਾਂ ਕਿ ਹਨੋਕ ਦੇ ਉੱਤੇ ਇਹ ਚੀਜ਼ ਜ਼ਾਹਰ ਹੋ ਰਹੀ ਆ। ਔਰ ਕੀ ਜ਼ਾਹਰ ਹੋ ਰਹੀ ਆ, मैं फिर रिपीट कर देना, वर्ष ਨੂੰ पढ़ देना है। हनोक ने भी जो आदम से 7वीं पीढ़ी में था, इनके विषय में ये भविष्यवाणी की कि देखो प्रभु अपने लाखों पवित्रों के साथ आया है। कितना जी? प्रभु अपने ਲੱਖਾਂ ਪਵਿੱਤਰ ਸੰਤਾਂ ਦੇ ਨਾਲ, ਪਵਿੱਤਰ ਜਨਾਂ ਦੇ ਨਾਲ ਆਇਆ ਹੈ। ਇਹ ਫਿਰ ਪਵਿੱਤਰ ਜਨ ਜਿਨ੍ਹਾਂ ਦੇ ਨਾਲ ਪ੍ਰਭੂ ਆ ਰਿਹਾ ਆ, ਜਿਹੜੇ ਕਹਿੰਦੇ ਰੈਪਚਰ ਨਹੀਂ ਹੋਣਾ, ਰੈਪਚਰ ਦੀ ਕੋਈ ਜਗ੍ਹਾ ਨਹੀਂ ਆ, ਤੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਆ, ਇਹ ਫਿਰ ਸੰਤ ਜਨ ਕੌਣ ਆ ਜਿਨ੍ਹਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਆਉਣਾ ਹੈ? ਆਪਣੇ ਲੱਖਾਂ ਸੰਤ ਜਨਾਂ ਦੇ ਨਾਲ। ਹੁਣ ਕੋਈ ਉੱਠ ਕੇ ਕਹੂਗਾ ਵੀ ਉਹ ਸੰਤ ਜਨ ਫਰਿਸ਼ਤਿਆਂ ਦੇ ਲਈ ਵੀ ਸ਼ਬਦ ਹੋ ਸਕਦਾ ਹੈ, ਲੇਕਿਨ ਪੂਰੀ ਬਾਈਬਲ ਦੇ ਵਿੱਚ ਫਰਿਸ਼ਤਿਆਂ ਦੇ ਲਈ ਕਿਤੇ ਸੰਤ ਸ਼ਬਦ ਨਹੀਂ ਆਇਆ। ਸਾਨੂੰ ਸੰਤ ਹੋਣ ਦੇ ਲਈ ਬੁਲਾਇਆ ਆ ਤੇ ਸਾਨੂੰ ਸੰਤ ਠਹਿਰਾਇਆ ਆ। ਫਰਿਸ਼ਤਿਆਂ ਦੇ ਲਈ ਇਹ ਉਪਾਧੀ ਨਹੀਂ ਆ, ਉਹਨਾਂ ਨੂੰ ਇਹ ਰੁਤਬਾ ਪੂਰੀ ਬਾਈਬਲ ਕਿਤੇ ਵੀ ਦਿੰਦੀ ਨਹੀਂ ਹੈ। ਸੰਤਾਂ ਦਾ ਸਮਾਜ ਹੀ ਵੱਖਰਾ ਹੈ, ਤੇ ਪ੍ਰਭੂ ਯਿਸੂ ਮਸੀਹ ਸੰਤਾਂ ਦੇ ਨਾਲ ਆਉਂਦਾ ਹੈ। ਫਰਿਸ਼ਤੇ ਵੀ ਨਾਲ ਹੋਣੇ ਆ, ਲੇਕਿਨ ਸੰਤਾਂ ਦੇ ਨਾਲ। ਇੱਥੇ ਪਹਿਲ ਕਿਹੜੀ ਦਿੱਤੀ ਗਈ ਹੈ? ਦੁਲਹਨ ਨੂੰ ਦਿੱਤੀ ਗਈ ਹੈ। ਸੋ ਦੁਲਹਨ ਨੂੰ ਜਦੋਂ ਪਹਿਲ ਦਿੱਤੀ ਗਈ ਹੈ, ਤੇ ਉੱਥੇ ਸਾਡੀ ਸਮਝ ਦੇ ਵਿੱਚ ਫਿਰ ਬੜਾ ਕੁਛ ਆਉਂਦਾ ਹੈ ਕਿ ਲੱਖਾਂ ਸੰਤਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਆਇਆ। ਕਿੱਥੇ ਆਇਆ? ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਲਈ ਆਇਆ। ਇਸਰਾਇਲ ਜਿਸ ਮਸੀਹ ਦੀ ਇੰਤਜ਼ਾਰ 'ਚ ਆ, ਉਹਨਾਂ ਦਾ ਉਹ ਮਸੀਹ ਬਣ ਕੇ ਆਇਆ। ਇਸਰਾਇਲ ਜਿਸ ਮਸੀਹ ਦੀ ਇੰਤਜ਼ਾਰ 'ਚ ਆ ਵੀ ਉਹ ਆਵੇਗਾ ਤੇ ਦੌਦ ਦੀਆਂ ਹੱਦਾਂ ਨੂੰ ਵਧਾਵੇਗਾ, ਰਾਜ ਨੂੰ ਵਧਾਵੇਗਾ। ਜਿਸ ਮਸੀਹ ਦੀ ਇੰਤਜ਼ਾਰ 'ਚ ਇਸਰਾਇਲ ਬੈਠਾ ਆ, ਉਹਨਾਂ ਦੇ ਉੱਤੇ ਪ੍ਰਗਟ ਹੋਣ ਦੇ ਲਈ ਲੱਖਾਂ ਸੰਤਾਂ ਦੇ ਨਾਲ ਉਹ ਆਇਆ ਆ। ਇਹਦਾ ਮਤਲਬ ਜਿਹਨਾਂ ਦੇ ਨਾਲ ਆਇਆ ਆ, ਜੇ ਤੇ ਇਹ ਧਰਤੀ ਉੱਤੇ ਹੀ ਆ, ਤੇ ਫਿਰ ਉਹ ਕਿਹਨਾਂ ਦੇ ਨਾਲ ਆਇਆ? ਤੇ ਜੇ ਇਹ ਧਰਤੀ ਉੱਤੇ ਨਹੀਂ ਆ, ਤੇ ਫਿਰ ਸਾਨੂੰ ਸੋਚਣਾ ਪਊਗਾ ਇਹ ਕੌਣ ਆ ਤੇ ਕਿੱਦਾਂ ਗਏ ਆ ਉੱਥੇ ਜਿਹਨਾਂ ਦੇ ਨਾਲ ਆਇਆ। ਸੋ ਕੱਲ੍ਹ ਅਸੀਂ ਇੱਕ ਚੀਜ਼ ਨੂੰ ਕਲੀਅਰ ਕਰ ਲਿਆ ਸੀਗਾ ਕਿ ਯਿਸੂ ਮਸੀਹ ਜਦੋਂ ਸਲੀਬ ਦੇ ਉੱਤੇ ਜਾਨ ਦਿੰਦੇ ਆ, ਅਧੋਲੋਕ ਦੇ ਵਿੱਚ ਉਤਰਦੇ ਆ, ਮੁਰਦਿਆਂ ਨੂੰ ਵੀ ਇੰਜੀਲ ਸੁਣਾਈ ਗਈ। ਧਰਮੀ ਜਨ ਜਿਹੜੇ ਪਹਿਲਾਂ ਸੌਂ ਗਏ ਸੀਗੇ, ਉਹਨਾਂ ਸਾਰਿਆਂ ਨੂੰ ਜਿਹਨਾਂ ਦੇ ਨਾਲ ਪ੍ਰਭੂ ਨੇ ਜਾ ਕੇ ਆਪਣਾ ਸਾਰਾ ਸਿਸਟਮ ਉੱਥੇ ਜ਼ਾਹਰ ਕੀਤਾ ਹੈ। ਤੇ ਉਸ ਤੋਂ ਬਾਅਦ ਧਰਮੀ ਜਨਾਂ ਦੀਆਂ ਰੂਹਾਂ ਨੂੰ, ਜਿਹੜਾ ਅਧੋਲੋਕ ਦੇ ਵਿੱਚ ਫਿਰਦੌਸ ਸੀਗਾ, ਉਹਨੂੰ ਉਹ ਅਸਮਾਨੀ ਮੁਕਾਮਾਂ ਦੇ ਵਿੱਚ ਛੱਡ ਕੇ ਆਇਆ ਆ। ਇੱਕ ਤੇ ਗਰੁੱਪ ਉਹ ਆ, ਦੂਸਰਾ ਗਰੁੱਪ ਉਹ ਆ ਜਿਹੜਾ ਦੁਲਹਨ ਦੇ ਰੂਪ ਦੇ ਵਿੱਚ ਉਠਾਇਆ ਜਾਣਾ ਹੈ, ਤੇ ਤੀਸਰਾ ਗਰੁੱਪ ਇਹ ਆ ਜਿਹਨਾਂ ਉੱਤੇ ਉਹਨੇ ਆਪਣੇ ਆਪ ਨੂੰ ਜ਼ਾਹਰ ਕਰਨ ਦੇ ਲਈ ਆਉਣਾ ਹੈ। ਸੋ ਤਿੰਨੇ ਤੇ ਵੱਖਰੀਆਂ ਵੱਖਰੀਆਂ, ਤੇ ਫਿਰ ਅਸੀਂ ਕਿਹੜੀ ਅੜਚਨ ਦੇ ਵਿੱਚ ਬੈਠੇ ਹਾਂ ਵੀ ਜਿਹੜੀ ਚੀਜ਼ ਸਾਡੇ ਉੱਤੇ ਪ੍ਰਗਟ ਨਹੀਂ ਹੁੰਦੀ। ਸੋ ਪ੍ਰਭੂ ਆਪਣੇ ਲੱਖਾਂ ਸੰਤਾਂ ਦੇ ਨਾਲ ਆਇਆ। ਜੇ ਇਹ ਦੁਲਹਨ ਦੇ ਵਿਸ਼ੇ 'ਚ ਨਾ ਲਿਖਿਆ ਹੁੰਦਾ, ਤੇ ਫਿਰ ਇਹ ਲਿਖਿਆ ਜਾਣਾ ਸੀ ਪ੍ਰਭੂ ਆਪਣੇ ਲੱਖਾਂ ਦੂਤਾਂ ਦੇ ਨਾਲ ਆਇਆ। ਲੇਕਿਨ ਇੱਥੇ ਦੂਤ ਸ਼ਬਦ ਨਹੀਂ ਲਿਖਿਆ ਗਿਆ, ਕਿਉਂਕਿ ਉੱਥੇ ਫਿਰ ਕਨਫਿਊਜ਼ਨ ਹੋ ਜਾਣਾ ਸੀ ਜੇ ਦੂਤ ਲਿਖਿਆ ਜਾਂਦਾ, ਕਿਉਂਕਿ ਪ੍ਰਭੂ ਨੇ ਸੰਤਾਂ ਨੂੰ ਵੀ ਕਈ ਜਗ੍ਹਾ ਦੇ ਉੱਤੇ ਦੂਤਾਂ ਦੀ ਉਪਾਧੀ ਦਿੱਤੀ ਹੈ। ਇਸ ਲਈ ਫਿਰ ਵਿਵਾਦੀਆਂ ਨੇ ਕਹਿ ਦੇਣਾ ਸੀ ਵੀ ਨਹੀਂ, ਇਹ ਦੂਤ ਜਿਹੜੇ ਨਾ ਉਹ ਕਨਫਿਊਜ਼ਨ ਹੈ, ਇਸ ਕਰਕੇ ਅਸੀਂ ਪੱਕਾ ਨਹੀਂ ਪਹੁੰਚ ਲਾ ਸਕਦੇ ਵੀ ਇਹ ਦੂਤ ਜਿਹੜੇ ਆ ਕਿਹੜੇ ਆ। ਇਸ ਲਈ ਇੱਥੇ ਇਹਨਾਂ ਦੇ ਲਈ ਸ਼ਬਦ ਇਸਤੇਮਾਲ ਕੀਤਾ ਗਿਆ ਸੰਤ ਜਨ। ਸੋ ਇਸ ਚੀਜ਼ ਨੂੰ ਅਸੀਂ ਦਿਮਾਗ 'ਚ ਪਹਿਲਾਂ ਰੱਖੀਏ। ਯਹੂਦਾ ਨੇ ਇਸ ਚੀਜ਼ ਨੂੰ ਬੜੇ ਬਖੂਬੀ ਕਲੀਅਰ ਕਰ ਦਿੱਤਾ ਹੈ ਕਿ ਹਨੋਕ ਦੇ ਜੀਵਨ ਦੇ ਉੱਤੇ ਜਦੋਂ ਬੋਲਦਿਆਂ ਹੋਇਆ ਉਹਨੇ ਦੱਸ ਦਿੱਤਾ ਹੈ ਕਿ ਪ੍ਰਭੂ ਨੇ ਲੱਖਾਂ ਦੂਤਾਂ ਸਣੇ ਆਉਣਾ ਹੈ ਤੇ ਕਿਸ ਤਰ੍ਹਾਂ ਉਹਨੇ ਜ਼ਾਹਰ ਕਰਨਾ ਹੈ। ਅਸੀਂ ਫਿਰ ਉਸੇ ਜਗ੍ਹਾ ਤੇ ਆ ਜਾਂਦੇ हैं। यीशु का अपनी कलीसिया के लिए आना रैप्चर है, और यीशु के दूसरे सिस्टम जैसे देखते हैं यीशु कलीसिया के साथ यीशु का आना, कलीसिया दे ਲਈ ਤੇ कलीसिया ਦੇ ਨਾਲ। ਸੋ ਅਸੀਂ ਇਹ 1 2 3 4 ਰੈਫਰੈਂਸ ਦੇਖ ਲਏ ਆ ਕਲੀਸਿया ਦੇ ਨਾਲ ਪ੍ਰਭੂ ਯਿਸੂ ਮਸੀਹ ਆਵੇਗਾ, ਔਰ ਇੱਕ ਰੈਫਰੈਂਸ 2 ਰੈਫਰੈਂਸ ਅਸੀਂ ਦੇਖਿਆ ਵੀ ਕਲੀਸਿया ਦੇ ਲਈ ਆਵੇਗਾ। ਹੁਣ
ਅੱਗੇ ਵਧਦੇ ਹਾਂ। ਫਿਰ ਦੁਬਾਰਾ ਅਸੀਂ ਕੱਲ ਦੂਸਰੇ ਨੰਬਰ ਨੂੰ ਦੇਖ ਲਿਆ ਸੀਗਾ, ਉਸਕੇ ਸਾਥ ਹਵਾ में उठाए जाना। ਯਹੂਦੀ ਇਸਰਾਇਲ ਹਵਾ ਵਿੱਚ ਨਹੀਂ ਉਠਾਇਆ ਜਾਊਗਾ, ਇਸ ਚੀਜ਼ ਨੂੰ ਨੋਟ ਕਰ ਲਓ। ਇਸਰਾਇਲ ਦੇ ਵਿੱਚ ਤੇ ਰਾਜ ਕਰਨ ਆਉਣਾ ਆ, ਉਹ ਹਵਾ 'ਚ ਨਹੀਂ ਉਠਾਏ ਜਾਣੇ। ਇਸਰਾਏਲੀਆਂ ਦੇ ਲਈ ਕਿਤੇ ਕੋਈ ਇਦਾਂ ਦਾ ਵਰਡ ਨਹੀਂ ਆਇਆ ਕਿ ਉਹ ਹਵਾ 'ਚ ਉਠਾਏ ਜਾਣਗੇ। ਹਾਂ, ਇਸਰਾਇਲ ਦੇ ਵਿੱਚ ਅੱਜ ਵੀ ਅਗਰ ਕੋਈ ਮਸੀਹ ਨੂੰ ਜੀਵਨ ਦੇ ਚੁੱਕਾ ਆ, ਜਿਹੜਾ ਮਸੀਹ ਦਾ ਆਇਆ ਤੇ ਉਹ ਧਰਮੀ ਜਾਨਾ, ਉਹ ਉਠਾਇਆ ਜਾਊਗਾ। ਲੇਕਿਨ ਜਿਹੜਾ ਇਸਰਾਇਲ ਜਿਸ ਮਸੀਹ ਦੀ ਇੰਤਜ਼ਾਰ ਕਰ ਰਿਹਾ, ਉਹਨਾਂ ਦੇ ਲਈ ਇਹ ਕੋਈ ਵਚਨ ਨਹੀਂ ਆ। ਸੋ ਵੱਧਦੇ ਅੱਗੇ। रैप्चर ਦੇ ਲਈ ਸ਼ਬਦ ਆਇਆ उसके साथ हवा में उठाया जाना। लेकिन आगमन ਦੇ ਲਈ ਸ਼ਬਦ ਆਇਆ यीशु के चरण पृथ्वी को छूएंगे। ਕੱਲ ਅਸੀਂ ਦੇਖ ਲਿਆ ਸੀਗਾ, ਉਹਦੇ ਰੈਫਰੈਂਸ ਦੇਖ ਲਿਆ ਸੀ। ਜ਼ਕਰਿਆ ਨਬੀ ਦੀ ਕਿਤਾਬ, ਉਹਦਾ 14 ਅਧਿਆਇ, ਉਹਦੀ 4 ਵਰਸ। ਪ੍ਰਕਾਸ਼ਿਤ ਵਾਕਿਆ ਦੀ ਪੋਥੀ, ਉਹਦਾ 19 ਅਧਿਆਇ, ਉਹਦੀ 11 ਤੋਂ ਲੈ ਕੇ ਤੇ 21 ਵਰਸ। ਉਸ ਤੋਂ ਬਾਅਦ ਹਿਜਕੀਏਲ, ਉਹਦਾ 11 ਅਧਿਆਇ ਤੇ ਉਹਦੀ 23 ਵਰਸ ਅਸੀਂ ਦੇਖ ਲਈ ਸੀ। ਨੰਬਰ 3 ਤੇ ਪਹੁੰਚਦੇ ਹਾਂ। ਰੈਪਚਰ ਦੇ ਲਈ ਜਿਹੜਾ ਸ਼ਬਦ ਆਉਂਦਾ ਆ, ਪਹਿਲੇ ਮਸੀਹੀ ਉਠਾਏ ਜਾਏਂਗੇ, ਅਵਿਸ਼ਵਾਸੀ ਛੋੜ ਦਿਏ ਜਾਏਂਗੇ। ਜਿਹੜੇ ਮਸੀਹੀ ਲੋਕ ਆ ਨਾ, ਉਹ ਉਠਾਏ ਜਾਣੇ ਆ। ਜਿਹੜੀ ਦੁਲਹਨ ਆ, ਜਿਨ੍ਹਾਂ ਨੇ ਕੀਮਤ ਦੇ ਦਿੱਤੀ ਆ, ਜਿਨ੍ਹਾਂ ਨੇ ਆਪਣੀ ਪਵਿੱਤਰਤਾ ਨੂੰ ਕਾਇਮ ਰੱਖਿਆ ਆ, ਉਹਨਾਂ ਦੇ ਬਾਰੇ ਲਿਖਿਆ ਵੀ ਉਹ ਉਠਾ ਲਏ ਜਾਣੇ ਆ। ਤੇ ਫਿਰ ਗੁਨਗੁਨੇ ਮਸੀਹੀ ਜਿਹੜੇ ਨਾ, ਜਿਨ੍ਹਾਂ ਦੇ ਬਾਰੇ ਪ੍ਰਕਾਸ਼ਿਤ ਵਾਕਿਆ 'ਚ ਆਉਂਦਾ ਆ ਜ਼ਿਕਰ, ਉਹ ਵੀ ਅਸੀਂ ਦੇਖਾਂਗੇ ਸਾਰਾ। ਇਹ ਸਾਡੇ ਇਸੇ ਸਬਜੈਕਟ ਦੇ ਵਿੱਚ ਪੂਰੀ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਵੀ ਆ ਜਾਏਗੀ। ਔਰ ਉਹ ਲੋਕ ਜਿਹੜੇ ਪ੍ਰਕਾਸ਼ਿਤ ਵਾਕਿਆ ਤੋਂ ਨਹੀਂ ਵਾਕਫ, ਔਰ ਜਿਨ੍ਹਾਂ ਦੇ ਲਈ ਉਹ ਇੱਕ ਬਹੁਤ ਡੀਪਲੀ ਗਿਆਨ ਹੈ, ਖੁਦਾ ਦੇ ਫਜ਼ਲ ਦੇ ਨਾਲ ਉਸ ਸਾਰੀ ਕਿਤਾਬ ਨੂੰ ਵੀ ਸਾਨੂੰ ਇਸੇ ਹੀ ਸਬਜੈਕਟ ਦੇ ਵਿੱਚ ਸਿੱਖਣ ਦਾ ਮੌਕਾ ਮਿਲੇਗਾ। ਡੈਨੀਅਲ ਨਬੀ ਦੁਆਰਾ ਕੀਤੀਆਂ ਗਈਆਂ, ਖੁਦਾ ਨੇ ਜਿਹੜੀਆਂ ਉਹਦੇ ਕੋਲ ਨਬੂਵਤਾਂ ਕਰਾਈਆਂ, ਔਰ ਜਿਹੜੀਆਂ ਚੀਜ਼ਾਂ ਦੇ ਉੱਤੇ ਉਹਨੂੰ ਕਿਹਾ ਸੀ ਮੋਹਰ ਲਾ ਦੇ, ਸਮੇਂ ਦੇ ਉੱਤੇ ਖੁੱਲ੍ਹਣਗੀਆਂ, ਉਹ ਹੁਣ ਖੁੱਲ੍ਹ ਚੁੱਕੀਆਂ। ਉਹਨਾਂ ਬਾਰੇ ਵੀ ਅਸੀਂ ਸਾਰਾ ਦੇਖਾਂਗੇ, ਇਸੇ ਸਬਜੈਕਟ ਦੇ ਵਿੱਚ ਲੰਬਾ ਚੱਲੇਗਾ। ਸੋ ਦੇਖਦੇ ਹਾਂ। ਪਹਿਲੇ ਮਸੀਹੀ ਉਠਾਏ ਜਾਏਂਗੇ, ਅਵਿਸ਼ਵਾਸੀ ਛੋੜ ਦਿਏ ਜਾਏਂਗੇ ਰੈਪਚਰ ਦੇ ਵਿੱਚ। ਲੇਕਿਨ ਇਹਦੇ ਉਲਟ ਅਸੀਂ ਦੂਸਰੇ ਪਾਸੇ ਆਗਮਨ ਦੀ ਸਥਿਤੀ ਵਿੱਚ ਜਦੋਂ ਜਾਂਦੇ ਹਾਂ, ਉੱਥੇ ਅਸੀਂ ਦੇਖਦੇ ਹਾਂ ਪਹਿਲੇ ਦੁਸ਼ਟ ਲੀਏ ਜਾਏਂਗੇ। ਰੈਪਚਰ ਦੇ ਵਿੱਚ ਦੁਸ਼ਟ ਛੱਡ ਦਿੱਤੇ ਜਾਣਗੇ। ਨੋਟ ਕਰੋ, ਰੈਪਚਰ ਦੇ ਵਿੱਚ ਧਰਮੀ ਲੈ ਲਏ ਜਾਣੇ ਆ ਤੇ ਦੁਸ਼ਟ ਛੱਡ ਦਿੱਤੇ ਜਾਣੇ ਆ। ਲੇਕਿਨ ਆਗਮਨ ਦੇ ਵਿੱਚ ਸੈਕਿੰਡ ਕਮਿੰਗ ਦੇ ਵਿੱਚ ਕੀ ਆਉਂਦਾ ਆ, ਦੁਸ਼ਟ ਲਏ ਜਾਣਗੇ ਤੇ ਧਰਮੀ ਜਿਹੜੇ ਆ ਉਹ ਛੱਡੇ ਜਾਣਗੇ। ਜਦੋਂ ਅੱਗ ਦੀਆਂ ਬਲਦੀਆਂ ਲਾਟਾਂ ਵਰਗੀਆਂ ਅੱਖਾਂ ਲੈ ਕੇ ਉਹਨੇ ਆਉਣਾ ਨਾ, ਉਦੋਂ ਦੁਸ਼ਟਾਂ ਦੇ ਲਈ ਕੋਈ ਸਥਾਨ ਨਹੀਂ ਹੋਣਾ। ਲੇਕਿਨ ਜਦੋਂ ਦੁਲਹਨ ਨੂੰ ਲੈਣ ਆਉਣਾ ਹੈ, ਉਦੋਂ ਦੁਸ਼ਟ ਛੱਡ ਦਿੱਤੇ ਜਾਣੇ ਆ। ਅਸਲੀ ਚੀਜ਼ ਚੱਕੀ ਜਾਣੀ ਆ ਤੇ ਸ਼ਾਨਬੂਰ ਰਹਿ ਜਾਣਾ ਆ। ਦੂਜੇ ਸ਼ਬਦਾਂ 'ਚ ਅਸਲੀ ਫਸਲ ਚੱਕੀ ਜਾਣੀ ਆ, ਜੜੀ ਬੂਟੀ ਰਹਿ ਜਾਣੀ ਆ। ਤੀਸਰੀ ਚੀਜ਼, ਕੀਮਤੀ ਚੀਜ਼ ਉਠਾ ਲਈ ਜਾਣੀ ਆ ਤੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆ, ਉਹ ਛੱਡ ਦਿੱਤੇ ਜਾਣੇ ਆ। ਸੋ ਰੈਫਰੈਂਸ ਲੈਣਾ ਆ ਤਾਂ ਤੁਸੀਂ ਲੈ ਸਕਦੇ ਹੋ। ਮਸੀਹ ਉਠਾਏ ਜਾਣਗੇ ਤੇ ਅਵਿਸ਼ਵਾਸੀ ਛੱਡ ਦਿੱਤੇ ਜਾਣਗੇ। ਪਹਿਲਾ ਥੈਸਲੋਨੀਕੇ ਦਾ ਖੱਤ, ਉਹਦਾ ਪੌਲੁਸ ਦੁਆਰਾ ਲਿਖਿਆ, ਉਹਦਾ 4 ਅਧਿਆਇ ਤੋਂ 13 ਤੋਂ 18 ਵਰਸ 'ਚ ਅਸੀਂ ਪਹੁੰਚਦੇ ਹਾਂ ਵੀ ਧਰਮੀ ਜਿਹੜੇ ਆ ਉਠਾ ਲਏ ਜਾਣਗੇ। ਧਰਮੀ ਉਠਾਏ ਜਾਣ ਦਾ ਮਤਲਬ ਹੈਗਾ ਦੁਸ਼ਟ ਛੱਡ ਦਿੱਤੇ ਜਾਣਗੇ। ਲੇਕਿਨ ਮੱਤੀ ਦੀ ਇੰਜੀਲ 13 ਅਧਿਆਇ, ਉਹਦੀ 28 ਤੋਂ 30 ਵਰਸ ਤੱਕ ਜਦੋਂ ਅਸੀਂ ਦੇਖਦੇ ਹਾਂ ਤੇ ਅਸੀਂ ਇਸ ਵਚਨ ਨੂੰ ਪੜਾਂਗੇ ਤਾਂ ਕਿ ਅਸੀਂ ਇਹਨੂੰ ਸਿੱਖ ਸਕੀਏ। ਮੱਤੀ ਦੀ ਇੰਜੀਲ 13 ਅਧਿਆਇ, ਉਹਦੀ 28 ਤੋਂ ਲੈ ਕੇ ਤੇ 30 ਵਰਸ ਤੱਕ ਅਸੀਂ ਵਚਨ ਦੇਖ ਲੈਂਦੇ ਹਾਂ। ਮੈਂ ਪੜਾਂਗਾ ਤੁਹਾਡੇ ਲਈ ਵਚਨ ਮੱਤੀ 13 ਅਧਿਆਇ, ਉਹਦੀ 28 ਵਰਸ ਤੋਂ। ਉਹਨੇ ਉਹਨਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹਨੂੰ ਆਖਿਆ, ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨਾਂ ਨੂੰ ਇਕੱਠਾ ਕਰੀਏ। ਪਰ ਉਹਨੇ ਕਿਹਾ, ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਵੀ ਇਕੱਠਾ ਕਰਦੇ ਆ, ਕਣਕ ਨੂੰ ਵੀ ਨਾਲ ਹੀ ਪੁੱਟ ਲਓ, ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ।
ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ, ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੂਲੀਆਂ ਬੰਨੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ। ਸੋ ਕਣਕ ਜਿਹੜੀ ਆ ਜਿਹੜੀ ਉਹਦੇ ਕੋਠੇ ਜਮ੍ਹਾਂ ਹੋਣੀ, ਇਹ ਚੁੱਕੀ ਜਾਣੀ ਆ। ਸੌਰੀ, ਇਹ ਆਪਣੇ ਜਿਹੜਾ ਦੇਖਦੇ ਆ, ਪਹਿਲੇ ਦੁਸ਼ਟ ਲੀਏ ਜਾएंगे, ਧਰਮੀ ਛੋੜੇ ਜਾएंगे। ਇਹ ਹੈਗਾ ਆ ਦੂਸਰੇ ਆਗਮਨ ਦੇ ਲਈ। ਔਰ ਥੈਸਲੋਨੀਕੇ 4:13 ਹੈਗਾ ਆ ਪ੍ਰਭੂ ਦੇ ਉਸ ਰੈਪਚਰ ਨੂੰ ਦਿਖਾਉਂਦਾ ਹੈ ਜਿਹਦੇ ਵਿੱਚ ਦੁਲਹਨ ਉਠਾਈ ਜਾਣੀ ਹੈ। ਸੋ ਉੱਥੇ ਕੀ ਦੇਖਦੇ ਆ ਅਸੀਂ ਵੀ ਇਹ ਜਿਹੜੇ ਦੁਸ਼ਟ ਹੈ ਇਕੱਠੇ ਕੀਤੇ ਜਾਣੇ ਆ ਨਾ। ਕਹਿੰਦਾ ਮੈਂ ਦੂਤਾਂ ਨੂੰ ਕਹੂੰਗਾ ਚਾਰੇ ਕੋਣਿਆਂ ਤੋਂ ਇਹਨਾਂ ਨੂੰ ਇਕੱਠਿਆਂ ਕਰੋ ਤਾਂ ਕਿ ਇਹਨਾਂ ਨੂੰ ਅੱਗ ਦੇ ਵਿੱਚ ਸੁੱਟਣ ਦਾ ਇੰਤਜ਼ਾਮ ਜਿਹੜਾ ਆ ਉਹ ਕੀਤਾ ਜਾਵੇ। ਸੋ ਉੱਥੇ ਅਸੀਂ ਦੇਖਦੇ ਹਾਂ ਜਦੋਂ ਪ੍ਰਭੂ ਸੈਕੰਡ ਕਮਿੰਗ ਦੇ ਵਿੱਚ ਆਵੇਗਾ, ਦੂਸਰੇ ਆਗਮਨ ਦੇ ਵਿੱਚ ਆਵੇਗਾ, ਉੱਥੇ ਦੁਸ਼ਟ ਇਕੱਠੇ ਕੀਤੇ ਜਾਣਗੇ ਫਰਿਸ਼ਤਿਆਂ ਦੇ ਵੱਲੋਂ ਸਜ਼ਾ ਦੇ ਲਈ। ਲੇਕਿਨ ਰੈਪਚਰ ਦੇ ਵਿੱਚ ਧਰਮੀ ਉਠਾਏ ਜਾਣਗੇ ਤੇ ਦੁਸ਼ਟ ਛੱਡ ਦਿੱਤੇ ਜਾਣਗੇ। चौथा पॉइंट, कलीसिया को अपने व पिता के सम्मुख प्रस्तुत करने के लिए रैप्चर दे विच की होना है भला? उद्देश्य की है खुदावन खुदा दा, ਉਹਦੇ ਪਿਛਲੇ ਦੀ योजना की है? कलीसिया को अपने व पिता के सम्मुख प्रस्तुत करने के लिए, ਇਹ ਦੁਲਹਨ ਉਹਦੇ सम्मुख प्रस्तुत होनी है। दुल्हन न्याय ਦੇ ਬੰਦੋਬਸਤ ਵਿੱਚ ਨਹੀਂ ਜਾਣੀ। ਦੁਲਹਨ ਦਾ ਕੋਈ ਨਿਆਂ ਨਹੀਂ ਹੋਣਾ। ਜਿਹਨੇ ਪਰਮੇਸ਼ਵਰ ਦੇ ਨਾਲ ਰਿਸ਼ਤਾ ਬਣਾਇਆ ਔਰ ਧਰਮ ਦੇ ਵਿੱਚ ਜ਼ਿੰਦਗੀ ਗੁਜ਼ਾਰੀ, ਜਿਨ੍ਹਾਂ ਦੇ ਪਾਪ ਮਸੀਹ ਯਿਸੂ ਦੇ ਵਸੀਲੇ ਮਾਫ ਹੋਏ ਔਰ ਉਹਨਾਂ ਨੇ ਧਰਮੀ ਠਹਿਰਾਏ ਜਾਣ ਦੀ ਉਸ ਗੱਲ ਦੇ ਉੱਤੇ ਧਿਆਨ ਦਿੰਦਿਆਂ ਹੋਇਆਂ ਧਰਮੀ ਜਨਾਂ ਵਾਲਾ ਜੀਵਨ ਜੀਏ ਔਰ ਪਵਿੱਤਰਤਾ ਨੂੰ ਕਾਇਮ ਰੱਖਿਆ ਆ, ਉਹਨਾਂ ਲੋਕਾਂ ਦੇ ਲਈ ਜਿਹੜਾ ਅਸੀਂ ਸਿਸਟਮ ਦੇਖਦੇ ਹਾਂ। कलीसिया को अपने व पिता के सम्मुख प्रस्तुत करने के लिए रैप्चर ਜਿਹੜਾ ਹੈ ਉਹ ਇਹਦੇ ਲਈ ਆ। ਔਰ ਇਹਦਾ ਅਸੀਂ ਵੇਰਵਾ ਪੜ੍ਹਦੇ ਹਾਂ। ਦੂਸਰਾ ਕਰੰਥੀਆਂ ਦਾ ਖੱਤ ਉਹਦਾ 11 ਅਧਿਆਏ ਉਹਦੀ 2 ਵਰਸ। ਮੇਰੀ ਪ੍ਰੋਬਲਮ ਇਹ ਹੈ ਵੀ ਮੇਰੇ ਕੋਲ ਵਰਸਾਂ ਪੜ੍ਹਨ ਦੇ ਲਈ ਕੋਈ ਹੈ ਨਹੀਂ, ਕਿਉਂਕਿ ਬੱਚੇ ਸਾਰੇ ਜਿਹੜੇ ਹੈਗੇ ਆ ਉਹ ਅੰਗਰੇਜ਼ੀ ਜਾਣਦੇ ਆ ਤੇ ਮੇਰੀ ਪ੍ਰੋਬਲਮ ਇਹ ਵੀ ਮੈਂ ਅੰਗਰੇਜ਼ੀ ਨਹੀਂ ਜਾਣਦਾ। ਤੇ ਜਿਹੜੀ ਭਾਸ਼ਾ ਮੈਂ ਜਾਣਦਾ ਆ ਉਹ ਨਹੀਂ ਜਾਣਦੇ, ਤੇ ਜਿਹੜੀ ਉਹ ਜਾਣਦੇ ਆ ਉਹ ਮੈਂ ਨਹੀਂ ਜਾਣਦਾ। ਤੇ ਇਸ ਕਰਕੇ ਵਰਸਾਂ ਪੜ੍ਹਦੇ ਆ ਟਾਈਮ ਥੋੜਾ ਖਰਾਬ ਹੁੰਦਾ ਹੈ, ਉਹਦੇ ਲਈ ਮਾਫੀ ਚਾਹੁੰਦਾ। ਸੋ ਪੜ੍ਹਦੇ ਹਾਂ ਅਸੀਂ ਵਚਨ ਨੂੰ। ਦੂਸਰਾ ਕਰੰਥੀਓ 11 ਅਧਿਆਏ ਉਹਦੀ 2 ਵਰਸ। ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੈ। ਤੁਹਾਡੇ ਲਈ ਮੇਰੀ ਅਣਖ परमेश्वर जही अणख है। और ये अणख कैसी है? इसलिए जो मैं इक्को ही पति नाल तुहाडी कुड़माई कीती है। एक पति दे नाल कुड़माई कीती है ते जिहदे नाल कुड़माई कीती जावे उहदे नाल शादी होनी है, और जिहदे नाल शादी होनी है उहनूं फिर लैण भी होना दुल्हे ने। फिर समझो, जिन्हां ने मसीह यसू ਨੂੰ ਆਪਣਾ ਜੀਵਨ ਦਿੱਤਾ ਆ, ਪਾਲੂਸ ਲਿਖਦਾ ਆ ਵੀ ਮੈਂ ਤੁਹਾਡੀ ਕੁੜਮਾਈ ਇੱਕ ਦੇ ਨਾਲ ਕੀਤੀ ਹੈ, ਤੇ ਜਿਹਦੇ ਨਾਲ ਹੁਣ ਅੰਗੇਜਮੈਂਟ ਹੋ ਗਈ ਆ, ਜਿੱਥੇ ਰਿਸ਼ਤਾ ਪੱਕਾ ਕਰ ਦਿੱਤਾ ਆ, ਉਹਨੂੰ ਫਿਰ ਲੈਣ ਆਉਣਾ ਆ। ਤੇ ਜਿਹੜੇ ਕਹਿੰਦੇ ਨੇ ਮਹਾ ਕਲੇਸ਼ 'ਚ ਜਾਣਾ ਆ, ਤੇ ਤੁਸੀਂ ਦੱਸੋ ਦੁਲਹਾ ਜਾਣ ਦਊਗਾ ਆਪਣੀ ਦੁਲਹਨ ਨੂੰ ਕਲੇਸ਼ ਦੇ ਵਿੱਚ? ਤੇ ਜੇ ਦੁਲਹਾ ਆਪਣੀ ਦੁਲਹਨ ਨੂੰ ਕਲੇਸ਼ ਵਿੱਚ ਜਾਣ ਦਿੰਦਾ, ਇਹਦਾ ਮਤਲਬ ਦੁਲਹੇ ਦੀ ਤਾਂ ਮੁਹੱਬਤ ਹੀ ਹੈ ਨਹੀਂ। ਫਿਰ ਦੁਲਹਾ ਤੇ ਵੀ ਬੇਰਹਿਮ ਹੋਇਆ ਨਾ। ਦੁਲਹਨ ਤੇ ਦੁਲਹਨ ਦੀ ਕੀਮਤ ਦਾ ਪਤਾ ਹੀ ਨਹੀਂ। ਸੋ ਉਹਨਾਂ ਲੋਕਾਂ ਨੂੰ ਇਸ ਚੀਜ਼ ਦੇ ਵੱਲ ਮੁੜ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜੇ ਕਹਿੰਦੇ ਆ ਵੀ ਦੁਲਹਨ ਨੇ ਵੀ ਮਹਾ ਕਲੇਸ਼ ਦੇ ਸਮੇਂ ਨੂੰ ਦੇਖਣਾ ਆ। ਜੇ ਦੁਲਹਾ ਦੁਲਹਨ ਨੂੰ ਮਹਾ ਕਲੇਸ਼ ਦੇ ਸਮੇਂ ਦੇ ਵਿੱਚ ਜਾਣ ਦਿੰਦਾ ਆ, ਤੇ ਦੁਲਹਾ ਫਿਰ ਦੁਲਹਨ ਦੇ ਨਾਲ ਮੁਹੱਬਤ ਨਹੀਂ ਕਰਦਾ, ਉਹਦਾ ਆਪਣੀ ਦੁਲਹਨ ਦੇ ਨਾਲ ਕੋਈ ਪ੍ਰੇਮ ਪਿਆਰ ਨਹੀਂਗਾ। ਤੇ ਜੇ ਉਹ ਦੁਲਹਾ ਆ ਤੇ ਆਪਣੀ ਦੁਲਹਨ ਨੂੰ ਕਿਸੇ ਕੀਮਤ ਦੇ ਉੱਤੇ ਉਸ ਮਹਾ ਕਲੇਸ਼ ਦੇ ਵਿੱਚ ਪ੍ਰਵੇਸ਼ ਕਰਨ ਨਹੀਂ ਦਊਗਾ, ਉਹ ਤੋਂ ਪਹਿਲਾਂ ਆਪਣੀ ਦੁਲਹਨ ਨੂੰ ਲੈ ਜਾਊਗਾ, ਫੇਰ ਹੀ ਤੇ ਮਹਾ ਕਲੇਸ਼ ਆਊਗਾ ਨਾ। ਸੋ ਸਮਝੀਏ ਕੀ ਕਹਿ ਰਿਹਾ ਖੁਦਾ ਦਾ ਦਾਸ, ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਆ। ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਹੈ, ਭਈ ਤੁਹਾਨੂੰ ਪਾਕ ਕੁਆਰੀ ਵਾਂਝੂ ਮਸੀਹ ਦੇ ਅਰਪਣ ਕਰਾਂ। ਇਹ ਮਸੀਹ ਨੂੰ ਅਰਪਣ ਹੋਣੀ ਹੈ। ਇਹ ਦੁਲਹਨ ਜਿਹੜੀ ਆ ਇਹ ਮਸੀਹ ਨੂੰ ਅਰਪਣ ਹੋਣੀ ਆ।
ਇਹ ਕਿਸੇ ਵੀ ਕੀਮਤ ਦੇ ਉੱਤੇ ਮਹਾਕਲੇਸ਼ ਦੇ ਇੱਕ ਵੀ ਪਹਿਲੂ ਦੇ ਵਿੱਚ ਦਾਖਲ ਨਹੀਂ ਹੋ ਸਕਦੀ। ਇਹ ਸਭ ਤੋਂ ਕੀਮਤੀ ਚੀਜ਼ ਹੈ, ਇਸ ਲਈ ਪਹਿਲਾਂ ਇਸ ਸੰਸਾਰ ਤੋਂ ਇਹਨੂੰ ਹਟਾਇਆ ਜਾਣਾ ਹੈ, ਇਹ ਚੁੱਕ ਲਈ ਜਾਣੀ ਹੈ, ਤੇ ਫਿਰ ਦੂਜਾ ਹਿੱਸਾ ਜਿਹੜਾ ਆ ਉਹ ਸ਼ੁਰੂ ਹੋਣਾ ਹੈ। ਇਹਦੇ ਨਾਲ ਅਸੀਂ ਇੱਕ ਹੋਰ ਰੈਫਰੈਂਸ ਦੇਖਦੇ ਹਾਂ, ਪ੍ਰਕਾਸ਼ਿਤ ਵਾਕਿਆ ਦੀ ਕਿਤਾਬ, ਉਹਦਾ 19 ਅਧਿਆਏ, ਉਹਦੀ ਅਸੀਂ 6 ਤੋਂ ਲੈ ਕੇ 9 ਵਰਸ ਤੱਕ ਪੜਾਂਗੇ। ਤਾਂ ਮੈਂ ਵੱਡੀ ਭੀੜ ਦੀ ਆਵਾਜ਼ ਜਹੀ, ਬਾਹਲਿਆਂ ਪਾਣੀਆਂ ਦੀ ਆਵਾਜ਼ ਜਹੀ ਹੈ, ਬੱਦਲ ਦੀਆਂ ਡਾਢੀਆਂ ਗਰਜਾਂ ਦੀ ਆਵਾਜ਼ ਜਹੀ, ਇਹ ਆਖਦੇ ਸੁਣੀ। ਕੀ ਆਖਦੇ ਸੁਣੀ? ਹਾਲੇਲੂਇਆ, ਪ੍ਰਭੂ ਸਾਡੇ ਸਰਵ ਸ਼ਕਤੀਮਾਨ ਰਾਜ ਕਰਦਾ ਹੈ। ਆਓ ਅਸੀਂ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ। ਕੀ ਆ ਗਿਆ ਜੀ ਭਲਾ? ਲੇਲੇ ਦਾ ਵਿਆਹ ਆ ਗਿਆ ਆ, ਯਾਨੀ ਕਿ ਲਾੜਾ ਲਾੜੀ ਨੂੰ ਲੈਣ ਵਾਸਤੇ ਆ ਗਿਆ। ਇਸੇ ਕਰਕੇ ਤੇ ਅੱਜ ਸਾਡੇ ਭਤੀਜਾ ਜੀ ਬਹੁਤ ਇਸ ਭਜਨ ਨੂੰ ਗਾ ਰਹੇ ਨੇ, ਲਾੜੀ ਨੇ ਖਿੱਚ ਲਿਆ ਤਿਆਰੀਆਂ, ਤੇਰਾ ਲਾੜਾ ਆਉਣ ਵਾਲਾ ਹੈ। ਤੇ ਇਹ ਲਾੜੇ ਲਾੜੀ ਦਾ ਤੇ ਸਾਰਾ ਸਿਸਟਮ ਆ। ਤੇ ਬੜੀ ਹੈਰਾਨੀ ਹੁੰਦੀ ਹੈ ਵੀ ਲਾੜੀ ਨੂੰ ਮਹਾਕਲੇਸ਼ ਦੇ ਵਿੱਚ ਲੈ ਕੇ ਜਾ ਰਹੇ ਆ ਸਾਡੇ ਬਹੁਤ ਸਾਰੇ ਸੇਵਕ, ਜਿਹੜੇ ਆਪਣੇ ਆਪ ਨੂੰ ਖੁਦਾ ਦੇ ਦਾਸ ਦੱਸਦੇ ਆ। ਸੋ ਅੱਜ ਦਾਸਾਂ ਦੀ ਨਹੀਂ ਕਲਾਸ ਲਾਉਣੀ, ਕਿਉਂਕਿ ਫਿਰ ਘਰ ਦੇ ਵੀ ਕਈ ਵਾਰੀ ਗੁੱਸੇ ਹੁੰਦੇ, ਕਹਿੰਦੇ ਵੀ ਤੁਸੀਂ ਨਾ ਕਰਿਆ ਕਰੋ ਇੱਦਾਂ। ਤੇ ਪਰ ਫਿਰ ਵੀ ਜੇ ਕਿਤੇ ਵਿੱਚ ਮਸਾਲਾ ਲੱਗਣ ਵਾਲਾ ਥਾਂ ਆ ਗਈ ਤੇ ਫਿਰ ਜ਼ਰੂਰ ਲਾਵਾਂਗੇ, ਲੇਕਿਨ ਅਜੇ ਇਹਨਾਂ ਨੂੰ ਛੱਡ ਦਿੰਦੇ ਆ। ਸੋ ਦੁਲਹਨ ਜਿਹੜੀ ਨਾ ਉਹ ਸਭ ਤੋਂ ਕੀਮਤੀ ਆ। ਤੇ ਹੁਣ ਦੱਸੋ ਵੀ ਜਿਹੜੇ ਕਹਿੰਦੇ ਰੈਪਚਰ ਨਹੀਂ ਆ, ਤੇ ਫਿਰ ਦੁਲਹਾ ਕਾਹਦੇ ਲਈ ਆ ਰਿਹਾ ਹੈ? ਦੁਲਹੇ ਨੂੰ ਫਿਰ ਆਉਣ ਦੀ ਜ਼ਰੂਰਤ ਕੀ ਸੀ? ਲਿਖਿਆ ਧੁੰਮ ਪੈ ਗਈ। 10 ਕੁਆਰੀਆਂ ਦੇ ਵਿੱਚ ਵੀ ਅਸੀਂ ਪੜ੍ਹ ਲੈਂਦੇ ਆ, ਉਹਦੇ ਵਿੱਚੋਂ ਵੀ ਤੁਹਾਨੂੰ ਸਿੱਖਿਆ ਮਿਲਦੀ ਆ। ਫਿਰ ਇੱਥੇ ਲਿਖਿਆ ਵੀ ਕਾਹਦੀ ਤਿਆਰੀਆਂ ਹੋ ਰਹੀਆਂ? ਕਿਉਂ? ਕਹਿੰਦੇ ਸਰਵ ਸ਼ਕਤੀਮਾਨ ਰਾਜ ਕਰਦਾ। ਆਓ ਕਹਿੰਦੇ ਆਨੰਦ ਕਰੀਏ ਅਤੇ ਨਿਹਾਲ ਹੋਈਏ ਅਤੇ ਉਹਦੀ ਵਡਿਆਈ ਕਰੀਏ। ਲੇਲੇ ਦਾ ਵਿਆਹ ਜੋ ਆ ਗਿਆ ਅਤੇ ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ। ਤਿਆਰ ਕੀਤੀ ਹੋਈ ਲਾੜੀ ਮਹਾਕਲੇਸ਼ ਦੇ ਵਿੱਚ ਪ੍ਰਵੇਸ਼ ਕਿੱਦਾਂ ਕਰੂਗੀ? ਮੈਨੂੰ ਇਹ ਤੇ ਦੱਸੋ। ਤਿਆਰ ਹੋਈ ਲਾੜੀ ਦਾ ਮਤਲਬ ਆ ਜਿਹਨੇ ਆਪਣੇ ਆਪ ਨੂੰ ਧਰਮ ਦੇ ਕੰਮਾਂ ਦੇ ਨਾਲ ਸ਼ਿੰਗਾਰਿਆ ਆ। ਤਿਆਰ ਹੋਈ ਲਾੜੀ ਦਾ ਮਤਲਬ ਆ ਜਿਹਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਕਲਾਮ ਦੇ ਨਾਲ ਸ਼ਿੰਗਾਰਿਆ ਆ। ਤਿਆਰ ਹੋਈ ਲਾੜੀ ਨੂੰ ਤੇ ਇੱਕ ਸਪੈਸ਼ਲ ਜਗ੍ਹਾ ਤੇ ਰੱਖਿਆ ਜਾਊਗਾ, ਜਾਂ ਤਿਆਰ ਹੋਈ ਲਾੜੀ ਨੂੰ ਮਹਾਕਲੇਸ਼ ਦੇ ਲਈ ਛੱਡ ਦਿੱਤਾ ਜਾਊਗਾ? ਸੋ ਬੜੀ ਹੈਰਾਨੀ ਹੁੰਦੀ ਆ, ਪਤਾ ਨਹੀਂ ਕਿੱਥੋਂ ਲੈ ਆਉਂਦੇ ਆ ਗੱਲਾਂ, ਕਿਸ ਤਰ੍ਹਾਂ ਕਰ ਲੈਂਦੇ ਆ ਗੱਲਾਂ। ਜਾਂ ਸਿਰਫ ਇਹੀ ਆ ਵੀ ਮਿਸ਼ਨ ਨੇ ਜੋ ਕਹਿਤਾ, ਮਿਸ਼ਨ ਦੀ ਬਦਨਾਮੀ ਨਹੀਂ ਹੋਣ ਦੇਣੀ, ਇਸ ਲਈ ਉਸੇ ਗੱਲ ਨੂੰ ਫੜੀ ਰੱਖਣਾ ਆ। ਤੁਹਾਡੇ ਘਰਾਂ ਦੇ ਵਿੱਚ ਬਾਈਬਲ ਆ, ਤੁਹਾਨੂੰ ਰੱਬ ਨੇ ਮੱਤ ਦਿੱਤੀ ਆ, ਤੁਸੀਂ ਆਪ ਉਹਦਾ ਅਧਿਐਨ ਕਰ ਲਓ, ਤੁਸੀਂ ਆਪ ਉਹਨੂੰ ਦੇਖ ਲਓ, ਤੁਸੀਂ ਆਪ ਉਹਨੂੰ ਪੜ੍ਹ ਲਓ। ਨਹੀਂ ਤੁਹਾਨੂੰ ਉਹਦੀ ਸਮਝ ਆਉਂਦੀ ਤੇ ਪਰਮੇਸ਼ਵਰ ਨੇ ਤੇ ਵਾਅਦਾ ਕੀਤਾ ਆ, ਉਹ ਤੇ ਕਹਿੰਦਾ ਮੈਥੋਂ ਮੰਗ, ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ। ਪਾਕਰੂ ਇਸੇ ਲਈ ਦਿੱਤਾ ਗਿਆ ਆ ਕਿ ਉਹਦੇ ਬਚਨ ਦੀਆਂ ਗੱਲਾਂ ਜਿਹੜੀਆਂ ਨਹੀਂ ਸਮਝ ਆਉਂਦੀਆਂ ਅਸੀਂ ਉਹ ਤੋਂ ਮੰਗੀਏ ਤੇ ਉਹ ਸਾਨੂੰ ਉਹਦੀਆਂ ਸਮਝ ਦੇਵੇ। ਤੇ ਅਸੀਂ ਇਹ ਪ੍ਰਕਾਸ਼ ਮੰਗਣ ਆਇਆ, ਇਸ ਲਈ ਸਾਨੂੰ ਪਾਕਰੂ ਦਿੱਤਾ ਆ। ਤੇ ਪਾਕਰੂ ਲੈ ਕੇ ਤੇ ਅਸੀਂ ਸੰਸਾਰ ਦੀਆਂ ਗੱਲਾਂ ਨੂੰ ਮੰਗਦੇ ਰਹਿੰਦੇ ਆ। ਪਾਕਰੂ ਇਸੇ ਲਈ ਆਇਆ ਸਾਨੂੰ ਸੰਸਾਰ ਤੋਂ ਵੱਖਰਾ ਕਰੇ ਤੇ ਅਸਮਾਨੀ ਗੱਲਾਂ ਦੇ ਨਾਲ ਜੋੜੇ। ਤੇ ਅਸੀਂ ਪਾਕਰੂ ਪਾ ਕੇ ਤੇ ਪਾਕਰੂ ਦੇ ਕੋਲੋਂ ਜਿਸਮਾਨੀ ਗੱਲਾਂ ਦੀ ਚਾਹਤ ਹੀ ਕਰਦੇ ਰਹਿੰਦੇ ਆ। ਪਾਕਰੂ ਵੀ ਸਾਡੇ ਤੇ ਹੱਸਦਾ ਰਹਿੰਦਾ, ਉਹ ਵੀ ਕਹਿੰਦਾ ਹੋਗਾ ਤੈਨੂੰ ਆਪਣੀ ਕੀਮਤ ਦਾ ਨਹੀਂ ਪਤਾ, ਤੇਰੇ ਲਈ ਭੇਜਿਆ ਗਿਆ ਹੈ, ਤੇਰੇ ਲਈ ਆਇਆ ਆ, ਤੈਨੂੰ ਤਿਆਰ ਕਰਨ ਦੇ ਲਈ ਆਇਆ। ਤੂੰ ਮੇਰੇ ਕੋਲੋਂ ਪਰਮੇਸ਼ਵਰ ਦੀਆਂ ਗੱਲਾਂ, ਅਸਮਾਨੀ ਗੱਲਾਂ ਮੰਗਣ ਦੀ ਬਜਾਏ, ਪਰਮੇਸ਼ਵਰ ਦਾ ਗਿਆਨ ਪ੍ਰਕਾਸ਼ ਮੰਗਣ ਦੀ ਬਜਾਏ ਤੂੰ ਮੇਰੇ ਕੋਲੋਂ ਸੰਸਾਰ ਦੀਆਂ ਗੱਲਾਂ ਮੰਗੀ ਜਾਂਦਾ। ਸੋ ਇਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਕਹਿੰਦੇ ਰੈਪਚਰ ਹੈ ਨੀਗਾ, ਲਾੜੀ ਤਿਆਰ ਹੋ ਗਈ ਆ ਤੇ ਲਾੜਾ ਆਊਗਾ ਨਾ। ਜਦੋਂ ਲਾੜੀ ਨੇ ਤਿਆਰ ਹੋਣਾ ਆ, ਕੀ ਲਿਖਿਆ ਹੈ ਵਚਨ ਦੇ ਵਿੱਚ? ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਆ। ਇਹ ਉਸ ਨੂੰ ਬਖਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ। ਇਹ ਕਤਾਨ ਦਾ ਤਾਂ ਸੰਤਾਂ ਦਾ ਧਰਮੀ ਕੰਮ ਆ। ਹਾਲੇਲੂਇਆ। ਇਹ ਜਿਨ੍ਹਾਂ ਨੇ
ਪਰਮੇਸ਼ਵਰ ਦੇ ਵਚਨ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ, ਧਰਮ ਦੇ ਕੰਮਾਂ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਆ, ਇਹ ਉਸ ਦੁਲਹਨ ਦੀ ਗੱਲ ਹੋ ਰਹੀ ਆ। ਉਸ ਦੁਲਹਨ ਨੇ ਧਰਮ ਦੇ ਕੰਮਾਂ ਦੇ ਨਾਲ, ਪਰਮੇਸ਼ਵਰ ਦੇ ਕਲਾਮ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਿਆ ਆ। ਜਦੋਂ ਉਹਦਾ ਸ਼ਿੰਗਾਰ ਪੂਰਾ ਹੋ ਗਿਆ ਆ, ਦੁਲਹਾ ਲੈਣ ਆ ਰਿਹਾ ਆ। ਪਰਮੇਸ਼ਵਰ ਦੀ ਤੁਰੀ ਵੱਜੇਗੀ। ਪਰਮੇਸ਼ਵਰ ਦੀ ਤੁਰੀ ਜਦੋਂ ਵੱਜੇਗੀ ਤੇ ਪ੍ਰਭੂ ਯਿਸੂ ਮਸੀਹ, ਜਦੋਂ ਅਸੀਂ ਕੱਲ ਦੇਖਿਆ ਸੀਗਾ, ਤੁਰੀ ਦੇ ਨਾਲ, ਲਲਕਾਰੇ ਦੇ ਨਾਲ, ਹਾਂਜੀ, ਉਹ ਆ ਰਿਹਾ ਹੈ, ਹਨਾ। ਸੋ ਜਦੋਂ ਆ ਰਿਹਾ ਹੈ ਤੇ ਫਿਰ ਕੁਝ ਲੈਣ ਵਾਸਤੇ ਆ ਰਿਹਾ। ਦੁਲਹੇ ਦਾ ਕੰਮ ਕੀ ਹੁੰਦਾ ਭਲਾ? ਦੁਲਹਾ ਕੱਲ ਲਈ ਆਊਗਾ। ਇਸਰਾਏਲੀਆਂ ਦੇ ਲਈ ਰਾਜਾ ਬਣ ਕੇ ਆਉਣਾ ਹੈ, ਰਾਜ ਕਰਨ ਵਾਸਤੇ। ਸੈਕੰਡ ਕਮਿੰਗ, ਦੂਸਰਾ ਆਗਮਨ ਕਾਹਦੇ ਲਈ ਹੈ? ਇੱਕ ਰਾਜਾ ਆ ਰਿਹਾ ਆ, ਬਾਦਸ਼ਾਹਾਂ ਦਾ ਬਾਦਸ਼ਾਹ ਆ ਰਿਹਾ ਆ, ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ ਆ ਰਿਹਾ ਆ। ਰਾਜਾ ਜਦੋਂ ਆਊਗਾ, ਰਾਜ ਕਰਨ ਵਾਸਤੇ ਆਊਗਾ। ਦੁਲਹਾ ਰਾਜ ਕਰਨ ਲਈ ਨਹੀਂ ਆਉਂਦਾ। ਦੂਸਰੇ ਆਗਮਨ ਦੇ ਵਿੱਚ ਤੇ ਰੈਪਚਰ ਦੇ ਫਰਕ ਨੂੰ ਸਮਝੀਏ। ਦੁਲਹਾ ਰਾਜ ਕਰਨ ਲਈ ਨਹੀਂ ਆ ਰਿਹਾ। ਦੁਲਹਾ ਤੇ ਕੀਮਤੀ ਚੀਜ਼ ਲੈਣ ਨੂੰ ਆ ਰਿਹਾ ਹੈ, ਜਿਹੜੀ ਪਰਮੇਸ਼ਵਰ ਦੀ ਸਭ ਤੋਂ ਕੀਮਤੀ ਚੀਜ਼ ਹੈ, ਜਿਹਦੇ ਲਈ ਪਰਮੇਸ਼ਵਰ ਕੁਝ ਵੀ ਕਰਨ ਦੇ ਲਈ ਤਿਆਰ ਆ। ਇੰਨੀ ਕੀਮਤ ਆ ਇਸ ਦੁਲਹਨ ਦੀ। ਔਰ ਮੈਂ ਦੱਸਿਆ ਸੀ ਇਸ ਲਈ ਇਹਦੀ ਕੀਮਤ ਹੈ ਕਿਉਂਕਿ ਇਹ ਤੋਂ ਬਿਨਾਂ ਸਵਰਗ ਅਧੂਰਾ ਆ। ਸਵਰਗ ਜਿਸ ਤੋਂ ਬਿਨਾਂ ਅਧੂਰਾ ਆ, ਜਿਹਦੇ ਨਾਲ ਸਵਰਗ ਕੰਪਲੀਟ ਹੋਣਾ ਆ, ਉਸ ਦੁਲਹਨ ਨੂੰ ਦੁਲਹੇ ਨੇ ਲੈਣ ਆਉਣਾ ਆ। ਇਹਦੀ ਕੀਮਤ ਮੈਂ ਸਮਝਾ ਚੁੱਕਾ ਆ। ਪਰਮੇਸ਼ਵਰ ਦੀ ਨਜ਼ਰ 'ਚ ਕੀਮਤ ਇਹਦੀ ਮੈਂ ਪਿਛਲੇ ਦਿਨਾਂ ਸਮਝਾ ਚੁੱਕਾ ਕਿੰਨੀ ਆ। ਤੀਸਰੇ ਆਕਾਸ਼ ਦੀ ਮਹਿਮਾ ਛੱਡ ਕੇ ਇਨਸਾਨ ਦੇ ਰੂਪ ਦੇ ਵਿੱਚ ਇਹਦੇ ਵਾਸਤੇ ਆਉਂਦਾ ਆ। ਇਹਦੀ ਕੀਮਤ ਇੰਨੀ ਆ, ਇਹਦੇ ਲਈ ਹੱਥਾਂ ਵਿੱਚ ਕਿੱਲ ਠੁਕਾਉਂਦਾ ਆ, ਪਸਰੀ ਵਿੱਚ ਬਰਛਾ ਮਰਵਾਉਂਦਾ ਆ, ਸਿਰ ਤੇ ਕੰਡਿਆਂ ਦਾ ਤਾਜ ਪਾਉਂਦਾ ਆ, ਆਪਣੀ ਪਿੱਠ ਮਾਰਨ ਵਾਲਿਆਂ ਦੇ ਲਈ ਦੇ ਦਿੰਦਾ ਆ। ਹਾਲਾਤ ਐਸੇ ਬਣ ਜਾਂਦੇ ਆ ਉਸ ਬਦਨ ਦੇ ਜਿਵੇਂ ਫਲ ਫੇਰਿਆ ਹੋਵੇ ਜ਼ਮੀਨ ਦੇ ਵਿੱਚ। ਇਹਦੀ ਕੋਈ ਐਵੇਂ ਥੋੜੀ ਦੁਲਹਨ ਜਿਹਨੂੰ ਤੁਸੀਂ ਆਮ ਹੀ ਸਮਝ ਲਿਆ। ਇਹ ਦੁਲਹਨ ਭੰਗੜੇ ਪਾਉਣ ਲਈ ਨਹੀਂ ਬੁਲਾਏ ਗਏ। ਇਹ ਦੁਲਹਨ ਕੰਜਰਾਂ ਵਾਂਗੂ ਨੱਚਣ ਟੱਪਣ ਦੇ ਲਈ ਨਹੀਂ ਬੁਲਾਏ ਗਏ। ਇਸ ਦੁਲਹਨ ਦੀ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਕੀਮਤ ਨੂੰ ਸਮਝੋ। ਇਸ ਦੁਲਹਨ ਦੀ ਖਾਤਰ ਕੀ ਕੁਝ ਕਰ ਗੁਜ਼ਰਿਆ ਉਹਨੂੰ ਸਮਝੋ। ਫਿਰ ਪਤਾ ਲੱਗਦਾ ਆ ਅਸੀਂ ਜਿਹੜੇ ਆਪਣੇ ਆਪ ਨੂੰ ਮਾਮੂਲੀ ਜੇ ਸਮਝਦੇ ਆ, ਉਸ ਤੀਸਰੇ ਆਕਾਸ਼ ਦੀਆਂ ਪੂਰੀਆਂ ਨਜ਼ਰਾਂ ਸਾਡੇ ਉੱਤੇ ਲੱਗੀਆਂ ਹੋਈਆਂ। ਅਨਕੰਪਲੀਟ ਸਵਰਗ ਆ ਇਸ ਦੁਲਹਨ ਤੋਂ ਬਿਨਾਂ। ਔਰ ਇਹਦੇ ਲਈ ਕੁਝ ਵੀ ਪਰਮੇਸ਼ਵਰ ਕਰ ਸਕਦਾ, ਕੁਝ ਵੀ। ਇੰਨੀ ਮੁਹੱਬਤ ਆ ਪਰਮੇਸ਼ਵਰ ਦੀ ਇਸ ਦੁਲਹਨ ਦੀ ਲਈ। ਮੈਂ ਦੱਸਿਆ ਸੀ ਨਾ ਕਿ ਪ੍ਰਭੂ ਯਿਸੂ ਮਸੀਹ ਜਦੋਂ ਵਾਪਸ ਜਾਂਦਾ ਨਾ ਤੇ ਫਰਿਸ਼ਤੇ ਸਵਾਲ ਕਰਦੇ, ਕਹਿੰਦੇ ਤੇਰੀ ਇਹ ਹਾਲਤ ਕਿਹਨੇ ਕੀਤੀ ਆ? ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਦੁਲਹਨ ਦੀ ਕੀਮਤ ਨੂੰ ਉੱਥੇ ਸਮਝਣ ਵਾਲੇ ਸਮਝ ਜਾਣਗੇ। ਜਦੋਂ ਫਰਿਸ਼ਤੇ ਪੁੱਛਦੇ ਤੇਰੀ ਇਹ ਹਾਲਤ ਕਿਹਨੇ ਕੀਤੀ ਆ, ਕਹਿੰਦਾ ਆਪਣੇ ਸਭ ਤੋਂ ਵੱਧ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਦੇ ਵਿੱਚ ਗਿਆ ਸੀ, ਜਿਹਦੇ ਲਈ ਮੇਰੇ ਅੰਦਰ ਇੱਕ ਬਹੁਤ ਵੱਡੀ ਯੋਜਨਾ ਆ। ਮੈਂ ਉਹਨਾਂ ਦੇ ਕੋਲ ਗਿਆ ਸੀ। ਤੇ ਫਰਿਸ਼ਤੇ ਪੁੱਛਦੇ ਫੇਰ ਹਸ਼ਰ ਕਿੱਦਾਂ ਹੋਇਆ? ਤੇ ਗਿਲਾ ਨਹੀਂ ਕਰਦਾ ਵੀ ਦੇਖੋ ਤੁਸੀਂ ਤੇ ਦਿਨ ਰਾਤ ਮੇਰੀ ਮਹਿਮਾ ਕਰਦੇ ਹੋ, ਤੁਸੀਂ ਤੇ ਦਿਨ ਰਾਤ ਮੇਰੀ ਪ੍ਰਸਤਿਸ਼ ਕਰਦੇ ਹੋ, ਤੁਸੀਂ ਤੇ ਦਿਨ ਰਾਤ ਪਵਿੱਤਰ 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 ਸੈਨਾਵਾਂ ਦਾ ਯਹੋਵਾ ਪਵਿੱਤਰ ਕਹਿੰਦੇ ਹੋ, ਪਰ ਆਹ ਦੇਖੋ ਜੀ ਜਿਹਨਾਂ ਨਾਲ ਮੈਂ ਪ੍ਰੇਮ ਕਰਦਾ ਸੀ ਉਹਨਾਂ ਨੇ ਮੇਰਾ ਕੀ ਹਾਲ ਕੀਤਾ, ਇਸ ਲਈ ਹੁਣ ਮੈਂ ਉਹਨਾਂ ਨੂੰ ਛੱਡ ਦਿੱਤਾ ਆ। ਨਾ, ਕੀ ਕਹਿੰਦਾ ਉਹਨਾਂ ਦੇ ਕੋਲ ਜਾ ਕੇ? ਕਹਿੰਦੇ ਤੇਰੀ ਹਾਲਤ ਕਿਹਨੇ ਕੀਤੀ? ਕਹਿੰਦਾ ਪ੍ਰੇਮੀਆਂ ਦੇ ਕੋਲ ਗਿਆ ਸੀ, ਪ੍ਰੇਮੀਆਂ ਦੀ ਮੁਹੱਬਤ ਦਾ ਨਿਸ਼ਾਨ ਲੈ ਕੇ ਆਇਆ ਆ। ਹਾਲੇਲੂਇਆ। ਸੋ ਇਹ ਆ ਕੀਮਤ ਇਸ ਦੁਲਹਨ ਦੀ। ਇਹਦੇ ਲਈ ਸਾਰਾ ਇੰਤਜ਼ਾਮ ਕੀਤਾ ਆ ਉਸ ਪਰਮੇਸ਼ਵਰ ਨੇ, ਤੇ ਇਹਨੂੰ ਫਿਰ ਮਹਾ ਕਸ਼ਟ ਦੇ ਵਿੱਚ ਜਾਣ ਦੇਵੇ, ਜਿਹਦੇ ਲਈ ਇੰਨਾ ਕੁਝ ਕਰ ਗੁਜ਼ਰਿਆ। ਜੇ ਇਹ ਮਹਾ ਕਲੇਸ਼ ਦੇ ਵਿੱਚ ਚਲੇ ਗਏ ਤੇ ਫਿਰ ਪਰਮੇਸ਼ਵਰ ਪ੍ਰੇਮੀ ਪਰਮੇਸ਼ਵਰ ਨਹੀਂ ਆ। ਫਿਰ ਦੁਲਹੇ ਦਾ ਤੇ ਸ਼ਬਦ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ, ਕਿਉਂਕਿ ਦੁਲਹਾ ਤੇ ਦੁਲਹਨ ਨੂੰ ਲੈਣ ਲਈ ਆਉਂਦਾ ਆ। ਸੋ ਯਾਦ ਰੱਖੋ ਇਹ ਦੋ ਸ਼ਬਦ ਹੀ ਕਾਫੀ ਹੈ। ਰਾਜਾ ਬਣ ਕੇ ਰਾਜ ਕਰਨ ਦੇ ਲਈ ਆਉਣਾ ਆ। ਉਹ ਇਸਰਾਏਲ ਦੇ ਵਾਸਤੇ, ਇਸਰਾਏਲ ਦੀ ਉਮੀਦ ਨੂੰ ਪੂਰਾ ਕਰਨ ਦੇ ਲਈ ਔਰ ਆਪਣੇ ਕਹੇ ਹੋਏ ਕੌਲ ਨੂੰ ਪੂਰਾ ਕਰਨ ਦੇ ਲਈ, ਹਰ ਇੱਕ
घुटना झुकेगा, हर जुबां पुकारेगी कि मसीह ही प्रभु है। ਉਸ ਆਪਣੇ ਕਹੇ ਹੋਏ ਸ਼ਬਦ ਨੂੰ ਪੂਰਾ ਕਰਨ ਦੇ ਲਈ ਪੂਰੀ ਦੁਨੀਆ ਉੱਤੇ ਜ਼ਾਹਰ ਹੋਣ ਵਾਸਤੇ ਆਉਣਾ ਆ ਤੇ ਇਸਰਾਇਲੀਆਂ ਦੀ ਉਮੀਦ ਨੂੰ ਪੂਰਾ ਕਰਨ ਵਾਸਤੇ ਆਉਣਾ ਬਾਦਸ਼ਾਹ ਬਣ ਕੇ। ਲੇਕਿਨ ਸਾਡੇ ਲਈ ਜਦੋਂ ਆਉਣਾ ਆ, ਸਾਡੇ ਲਈ ਬਾਦਸ਼ਾਹ ਬਣ ਕੇ ਨਹੀਂ ਆ ਰਿਹਾ। ਅਸੀਂ ਜਦੋਂ ਉਹਦੇ ਵਿੱਚ ਜਾਵਾਂਗੇ ਉਦੋਂ ਉਸ ਬਾਦਸ਼ਾਹ ਦਾ ਬਦਨ ਪੂਰਾ ਹੋਣਾ ਆ, ਉਦੋਂ ਉਸ ਬਾਦਸ਼ਾਹ ਦੀ ਪੂਰੀ ਪਲਾਨ ਪੂਰੀ ਹੋਣੀ ਆ, ਉਦੋਂ ਉਹਦੀ ਯੋਜਨਾ ਕੰਪਲੀਟ ਹੋਣੀ ਆ। ਜਿਹਨੂੰ ਪਰਮੇਸ਼ਵਰ ਨੇ ਹੈਡ ਠਹਿਰਾਇਆ ਆ ਉਹਦਾ ਬਦਨ ਆ। ਅਸੀਂ ਜਿੰਨੀ ਦੇਰ ਤੱਕ ਇਹ ਬਦਨ ਕੰਪਲੀਟ ਨਹੀਂ ਹੁੰਦਾ ਓਨੀ ਦੇਰ ਤੱਕ ਯਿਸੂ ਮਸੀਹ ਆਪਣੇ ਆਪ ਨੂੰ ਅਧੂਰਾ ਸਮਝਦਾ ਆ। ਇਹ ਜਦੋਂ ਉਹਦੇ ਵਿੱਚ ਸਮਾਉਣਾ ਆ ਤੇ ਫਿਰ ਯਿਸੂ ਮਸੀਹ ਪੂਰਾ ਹੋਣਾ ਆ। ਇਸ ਲਈ ਯੂਹੰਨਾ ਲਿਖਦਾ ਹੈ, ਇਹ ਬੱਚਿਓ ਅਜੇ ਤੇ ਇਹ ਜ਼ਾਹਰ ਨਹੀਂ ਹੋਇਆ ਵੀ ਅਸੀਂ ਕੀ ਕੁਝ ਹੋਵਾਂਗੇ, ਪਰ ਇੱਕ ਗੱਲ ਪੱਕੀ ਆ, ਜਦੋਂ ਮਸੀਹ ਯਿਸੂ ਆਵੇਗਾ ਜੈਸਾ ਉਹ ਆ ਵੈਸੇ ਹੀ ਅਸੀਂ ਹੋਵਾਂਗੇ। ਸੋ ਜਦੋਂ ਅਸੀਂ ਮਸੀਹ ਯਿਸੂ ਵਰਗੇ ਹੋਣਾ ਆ, ਦੂਜੇ ਸ਼ਬਦਾਂ 'ਚ ਅਸੀਂ ਮਸੀਹ ਯਿਸੂ ਹਾਂ, ਤੇ ਕੀ ਅਸੀਂ ਮਹਾਕਸ਼ਟ ਦੇ ਵਿੱਚ ਜਾਵਾਂਗੇ? ਕੀ ਸਾਨੂੰ ਮਹਾਕਸ਼ਟ ਦਾ ਸਮਾਂ ਦੇਖਣਾ ਪਊਗਾ? ਕੀ ਸਾਡੀ ਬੁੱਧ ਇੰਨੀ ਛੋਟੀ ਹੈ ਕਿ ਅਸੀਂ ਉਹਦੀ ਯੋਜਨਾ ਨੂੰ ਸਮਝ ਨਹੀਂ ਪਾ ਰਹੇ? ਦੁਲਹੇ ਨੇ ਦੁਲਹਨ ਨੂੰ ਲੈਣ ਆਉਣਾ ਆ, ਲਾੜੀ ਨੇ ਖਿੱਚ ਲਿਆ ਤਿਆਰੀਆਂ, ਤੇਰਾ ਲਾੜਾ ਆਉਣ ਵਾਲਾ ਹੈ, ਆ ਰਿਹਾ। ਤਿਆਰੀਆਂ ਹੋ ਚੁੱਕੀਆਂ, ਸਵਰਗ ਦੀਆਂ ਤਿਆਰੀਆਂ ਤੇ ਮੁਕੰਮਲ ਹੋ ਚੁੱਕੀਆਂ ਆ। ਬਸ ਦੁਲਹਨ ਦੇ ਵਿੱਚ ਜਿਹੜਾ ਥੋੜਾ ਬਹੁਤਾ ਦਾਗ ਦੂਗ ਰਹਿ ਗਿਆ ਆ, ਉਹ ਚਾਹੁੰਦਾ ਹੈ ਦੁਲਹਨ ਆਪ ਸਾਫ਼ ਕਰੇ, ਕਿਉਂਕਿ ਦੁਲਹਨ ਨੂੰ ਉਹ ਦਾਗ ਆਪ ਸਾਫ਼ ਕਰਨਾ ਪੈਣਾ ਹੈ। ਔਰ ਦੁਲਹਨ ਦੇ ਉੱਤੇ ਰਹਿਮ ਫਿਰ ਕਿੰਨਾ ਕੀਤਾ ਆ। ਇਹਨਾਂ ਦਾਗਾਂ ਨੂੰ ਸਾਫ਼ ਕਰਨ ਦੇ ਲਈ ਉਹਨੇ 5 ਪ੍ਰਕਾਰ ਦੇ ਸੇਵਕ ਦਿੱਤੇ ਆ, ਔਰ ਇਹਨਾਂ ਸੇਵਕਾਂ ਨੇ ਕਲਾਮ ਦੇ ਬਟਨੇ ਦੇ ਨਾਲ ਉਹਨਾਂ ਦੇ ਸਾਰੇ ਦਾਗਾਂ ਨੂੰ ਕੱਢਣਾ ਆ ਵਿੱਚੋਂ। ਦੁਲਹਨ ਨੂੰ ਪੂਰੀ ਤਰ੍ਹਾਂ ਬੇਦਾਗ ਕਰਨਾ ਆ। ਇਸ ਲਈ ਕਹਿੰਦਾ ਪਾਕ ਕੁਆਰੀ ਦੀ ਤਰ੍ਹਾਂ ਇੱਕੋ ਦੇ ਨਾਲ ਹੀ ਕੜਵਾਈ ਕੀਤੀ ਆ। ਪਾਕ ਤੇ ਕੁਆਰੀ, ਕੁਆਰੀ ਦਾ ਮਤਲਬ ਜਦੋਂ ਸਮਝ ਆ ਜਾਊਗਾ ਨਾ ਤੇ ਫਿਰ ਤੁਹਾਨੂੰ ਅੱਗੇ ਇਹਨੂੰ ਸਮਝਣ ਦੇ ਵਿੱਚ ਵੀ ਆਸਾਨੀ ਹੋ ਜਾਵੇਗੀ। ਕੁਆਰੀ ਦਾ ਮਤਲਬ ਹੀ ਪਵਿੱਤਰ ਪਾਕ ਆ। ਕੁਆਰੀ ਦਾ ਮਤਲਬ ਅਨਮੈਰਿਡ ਨਹੀਂ ਆ। ਕੁਆਰੀ ਜਿੱਥੇ ਸ਼ਬਦ ਆਉਂਦਾ ਆ ਉੱਥੇ ਉਹਦੀ ਪਵਿੱਤਰਤਾਈ ਦੀ, ਦੁਲਹਨ ਦੀ ਪਵਿੱਤਰਤਾਈ ਨੂੰ ਪ੍ਰਗਟ ਕਰਦਾ ਆ। ਸੋ ਸਮਝਦੇ ਅੱਗੇ ਦੁਲਹਾ ਲੈਣ ਆ ਰਿਹਾ ਹੈ ਦੁਲਹਨ ਨੂੰ। ਦੁਲਹਾ ਦੁਲਹਨ ਦੇ ਉੱਤੇ ਰਾਜ ਕਰਨ ਨਹੀਂ ਆ ਰਿਹਾ। ਪਤੀ ਪਤਨੀ ਨੂੰ ਆਪਣੇ ਘਰ ਇਸ ਲਈ ਨਹੀਂ ਲੈ ਕੇ ਆਉਂਦਾ। ਦੁਲਹਾ ਦੁਲਹਨ ਨੂੰ ਆਪਣੇ ਘਰ ਇਸ ਕਰਕੇ ਨਹੀਂ ਲੈ ਕੇ ਆਉਂਦਾ ਵੀ ਦੁਲਹਨ ਦੇ ਉੱਤੇ ਰਾਜ ਕਰੇ, ਬਲਕਿ ਦੁਲਹਨ ਤੋਂ ਬਿਨਾਂ ਉਹਦਾ ਘਰ ਅਧੂਰਾ ਆ ਤੇ ਉਹ ਘਰ ਨੂੰ ਪੂਰਾ ਕਰੇ, ਇਸ ਲਈ ਉਹ ਦੁਲਹਨ ਨੂੰ ਲੈ ਕੇ ਜਾਂਦਾ ਆ। ਤੇ ਜਦੋਂ ਦੁਲਹਾ ਦੁਲਹਨ ਸ਼ਬਦ ਆ ਗਿਆ ਆ, ਇਹ ਸ਼ਬਦ ਹੀ ਆਪਣੇ ਆਪ 'ਚ ਕਾਫੀ ਹੈ ਕਿ ਰੈਪਚਰ ਹੋਣਾ ਹੀ ਹੋਣਾ ਆ। ਦੁਲਹੇ ਨੇ ਸਵਰਗ ਤੋਂ ਇਸ ਜ਼ਮੀਨ ਦੇ ਉੱਤੇ ਆਪਣੀ ਦੁਲਹਨ ਨੂੰ ਲੈਣ ਵਾਸਤੇ ਆਉਣਾ ਆ, ਔਰ ਇੰਤਜ਼ਾਮ ਕੈਸਾ ਕੀਤਾ ਆ। ਦੁਲਹਾ ਇੱਕ ਵਾਰੀ ਤੇ ਜ਼ਮੀਨ ਦੇ ਉੱਤੇ ਆਇਆ, ਹੁਣ ਬੱਦਲਾਂ ਦੇ ਉੱਤੇ ਆਵੇਗਾ, ਕਿਉਂਕਿ ਦੁਲਹਨ ਦੇ ਲਈ ਇੱਕ ਉਹਦਾ ਖਾਸ ਇੰਤਜ਼ਾਮ ਆ ਕਿ ਆਪਣੇ ਹੱਥ ਫੈਲਾ ਕੇ ਦੁਲਹਨ ਦਾ ਵੈਲਕਮ ਕਰੂਗਾ। ਕਿੰਨੀ ਇੱਜ਼ਤ ਹੈ ਦੁਲਹਨ ਦੀ, ਕਿੰਨੀ ਕਦਰ ਹੈ ਦੁਲਹਨ ਦੀ, ਕਿੱਡਾ ਵੱਡਾ ਰੁਤਬਾ ਹੈ ਦੁਲਹਨ ਦਾ ਉਹਦੀ ਨਜ਼ਰ ਦੇ ਵਿੱਚ। ਇਹ ਦੁਲਹਨ ਨੇ ਸਵਰਗ ਨੂੰ ਪੂਰਾ ਕਰਨਾ ਆ, ਇਸ ਲਈ ਇਹਨੂੰ ਬਦਲਾਂ ਦੇ ਵਿੱਚ ਉਠਾਉਣਾ ਆ। ਦੂਸਰੀ ਦੁਨੀਆ ਤੋਂ ਅਲੱਗ ਰੱਖਿਆ ਇਹਨਾਂ ਨੂੰ, ਇਹਨਾਂ ਦੇ ਲਈ ਸਾਰਾ ਸਿਸਟਮ ਹੀ ਅਲੱਗ ਰੱਖਿਆ। ਲੇਕਿਨ ਫਿਰ ਵੀ ਇਸ ਦੁਲਹਨ ਨੂੰ ਆਪਣੀ ਕਦਰ ਦਾ ਪਤਾ ਨਹੀਂ ਆ, ਇਸ ਦੁਲਹਨ ਨੂੰ ਆਪਣੀ ਕੀਮਤ ਦਾ ਪਤਾ ਨਹੀਂ ਆ। ਦੁਆ ਕਰੋ ਇਸ ਦੁਲਹਨ ਨੂੰ ਆਪਣੀ ਕੀਮਤ ਦਾ ਪਤਾ ਲੱਗ ਸਕੇ। ਇਸ ਮਿੱਟੀ ਨੂੰ, ਇਸ ਖਾਕ ਨੂੰ ਆਪਣਾ ਪਤਾ ਹੀ ਕੁਛ ਨਹੀਂ ਆ, ਲੇਕਿਨ ਇਹਦੇ ਬਣਾਉਣ ਵਾਲੇ ਨੂੰ ਪਤਾ ਇਹਦੀ ਕੀਮਤ ਕੀ ਆ। ਇਸ ਲਈ ਉਹ ਆਵੇਗਾ ਬਦਲਾਂ ਦੇ ਉੱਤੇ ਤੇ ਇਹ ਉਠਾਈ ਜਾਵੇਗੀ। ਸੋ ਨੋਟ ਕਰ ਲਓ ਪੁਆਇੰਟ, ਤਾਂ ਕਿ ਤੁਹਾਨੂੰ ਬਾਅਦ ਵਿੱਚ ਸਮਝਣ ਦੇ ਵਿੱਚ ਆਸਾਨੀ ਹੋਵੇ ਕਿ ਦੁਲਹਾ ਦੁਲਹਨ ਨੂੰ ਲੈਣ ਹੀ ਆਉਂਦਾ ਆ। ਇਹ ਹੈ ਰੈਪਚਰ ਦਾ ਸਿਸਟਮ। ਰਾਜੇ ਨੇ ਰਾਜ ਕਰਨ ਆਉਣਾ ਆ, ਇਹ ਹੈਗਾ ਰਾਜੇ ਦਾ ਸਿਸਟਮ। ਉਹਨੂੰ ਕਹਿੰਦੇ ਸੈਕੰਡ ਕਮਿੰਗ, ਦੂਸਰਾ ਉਹਦਾ ਆਗਮਨ। ਦੂਸਰੇ ਆਗਮਨ ਦੇ ਵਿੱਚ ਰਾਜਾ ਰਾਜ ਕਰਨ ਵਾਸਤੇ ਆ ਰਿਹਾ, ਉਹ 'ਚ ਦੁਲਹਨ ਨੂੰ ਨਹੀਂ ਲੈ ਕੇ ਜਾਣਾ। ਤੇ ਦੁਲਹਨ ਨੇ ਰਾਜੇ ਦੇ ਨਾਲ ਰਾਜ ਕਰਨ ਵਾਸਤੇ ਆਉਣਾ ਆ।
ਸੋ ਜਦੋਂ ਅਸੀਂ ਇਸ ਬਰੀਕੀ ਨੂੰ ਸਮਝਦੇ ਹਾਂ ਤੇ ਫਿਰ ਸਾਰੇ ਭੇਦ ਸਾਡੇ ਉੱਤੇ ਖੁੱਲ੍ਹ ਜਾਂਦੇ ਆ। ਤੇ ਫਿਰ ਜਿਹੜੇ ਕਹਿੰਦੇ ਆ ਕਿ ਰੈਪਚਰ ਨਹੀਂ ਹੋਣਾ, ਕਲੀਸਿਆ ਨੇ ਮਹਾਕਲੇਸ਼ ਦੇ ਵਿੱਚ ਜਾਣਾ ਆ, ਫਿਰ ਉਹਨਾਂ ਦਾ ਮੂੰਹ ਬੰਦ ਕਰਨ ਦੇ ਲਈ ਤੁਹਾਡੇ ਕੋਲ ਬਹੁਤ ਜ਼ਬਰਦਸਤ ਚੀਜ਼ਾਂ ਹੁੰਦੀਆਂ। ਔਰ ਇਹ ਗੱਲਾਂ ਜਦੋਂ ਤੁਹਾਡੇ ਕੋਲ ਹੋਣਗੀਆਂ, ਕੋਈ ਤੁਹਾਨੂੰ ਸ਼ਰਮਿੰਦਾ ਨਾ ਕਰ ਸਕੇਗਾ। ਕੋਈ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਸਕੇਗਾ ਕਿ ਰੈਪਚਰ ਨਹੀਂ ਆ ਜਾਂ ਦੁਲਹਨ ਨੇ ਮਹਾਕਲੇਸ਼ ਦੇ ਵਿੱਚ ਜਾਣਾ ਆ। ਤੁਹਾਡੇ ਕੋਲ ਇਹ ਸਾਰੀਆਂ ਵਰਸਾਂ ਪ੍ਰੂਫ ਦੇ ਤੌਰ ਤੇ ਆ। ਤੁਸੀਂ ਇਹਨਾਂ ਨੂੰ ਕਈ ਵਾਰ ਪੜ੍ਹਿਆ ਵੀ ਹੋਵੇਗਾ, ਲੇਕਿਨ ਫਿਰ ਵੀ ਅਸੀਂ ਪੜ੍ਹ ਕੇ ਨਿਕਲ ਜਾਂਦੇ ਹਾਂ, ਕਿਉਂਕਿ ਵਰਸਾਂ ਦੇ ਉੱਤੇ ਰੁਕਦੇ ਨਹੀਂ ਆ। ਸੋ ਆਓ ਅੱਜ ਰੁਕਦੇ ਹਾਂ ਅਸੀਂ ਤੇ ਦੇਖਦੇ ਹਾਂ। ਇੱਕ ਤੇ ਚੀਜ਼ ਨੂੰ ਅਸੀਂ ਕਲੀਅਰ ਕਰ ਲਿਆ ਆ। ਅਸੀਂ ਪਹੁੰਚੇ ਸੀਗੇ ਚੌਥੇ ਪੁਆਇੰਟ ਦੇ ਵਿੱਚ। ਚੌਥੇ ਪੁਆਇੰਟ ਦੇਖਿਆ ਵੀ ਪਰਮੇਸ਼ਰ ਦਾ ਉਦੇਸ਼ ਕੀ ਹੈ। उद्देश्य ਉਹਦਾ ਇਹ ਆ, ਮਕਸਦ ਉਹਦਾ ਕੀ ਆ, ਕਲੀਸਿया को अपने व पिता के सम्मुख प्रस्तुत करने के लिए ਉਹਦੇ ਸਾਹਮਣੇ ਲੈ ਕੇ ਜਾਣਾ ਹੈ। ਸਵਰਗ ਦੇ ਵਿੱਚ ਕਲੀਸਿया ਨੇ ਜਾਣਾ ਹੀ ਜਾਣਾ ਹੈ। ਉਹਨੂੰ ਰੈਪਚਰ ਕਿਹਾ ਜਾਂਦਾ ਹੈ। ਹਾਲੇਲੂਇਆ। ਸੋ ਦੂਸਰਾ ਕਰੰਥੀਆਂ 11 ਅਧਿਆਏ ਉਹਦੀ 2 ਵਰਸ ਵੀ ਅਸੀਂ ਪੜ੍ਹ ਲਈ ਹੈ। ਪ੍ਰਕਾਸ਼ਿਤ ਵਾਕਿਆ 19 ਅਧਿਆਏ ਉਹਦੀ 6 ਵਰਸ ਵਿੱਚ ਅਸੀਂ ਇਹਦਾ ਵੇਰਵਾ ਜਿਹੜਾ ਆ ਉਹ ਬੜੀ ਬਰੀਕੀ ਦੇ ਨਾਲ ਦੇਖ ਲਿਆ ਆ। ਹੁਣ ਦੂਸਰੇ ਪਾਸੇ ਦੇਖਦੇ ਹਾਂ, ਇਹਦਾ ਪੁਆਇੰਟ ਕੀ ਲਿਆਇਆ ਸੀ ਰੈਪਚਰ ਦੇ ਵਿੱਚ। ਕੀ ਲਿਖਿਆ? ਕਲੀਸਿया को अपने व पिता के सम्मुख प्रस्तुत करना। ਇਹਦੇ ਉਲਟ ਜਦੋਂ ਦੂਸਰੇ ਪਾਸੇ ਦੇਖਦੇ ਆ, ਇਸਰਾਇਲ ਦੇ ਲਈ ਜਾਂ ਦੁਨੀਆ ਦੇ ਲਈ ਉਦੇਸ਼ ਕੀ ਹੈ? ਇਹ ਉਦੇਸ਼ ਸੀ ਕਲੀਸਿया ਦੇ ਵਾਸਤੇ। ਨੰਬਰ 4 ਇਹ ਉਦੇਸ਼ ਕਿਹਦੇ ਸੀਗਾ? ਕਲੀਸਿया ਦੇ ਵਾਸਤੇ ਪਰਮੇਸ਼ਰ ਦਾ ਉਦੇਸ਼ ਕੀ ਆ। ਇਹਦੇ ਉਲਟ ਹੁਣ ਦੇਖਦੇ ਆ ਦੂਸਰੇ ਪਾਸੇ ਦਾ ਉਦੇਸ਼ ਕੀ ਹੈ। ਦੂਸਰੇ ਪਾਸੇ ਦਾ ਉਦੇਸ਼ ਹੈਗਾ ਆ पृथ्वी का न्याय तथा अपने राज्य की स्थापना करने। अंडरस्टैंड कर गए? दुल्हन दे लिए उद्देश वखरा है, धरती दे वासियां दे लिए, दूसरे लोकां दे लिए ते इसराइल दे लिए उद्देश वखरा है। सो इसराइल दे लिए ते धरती दे वासियां दे लिए उद्देश की है, ਉਹਦੇ ਬਾਰੇ ਹੁਣ ਅਸੀਂ ਸਿੱਖਦੇ ਹਾਂ। ਲੇਕਿਨ ਤੁਸੀਂ ਇਹਨੂੰ ਲਿਖ ਲਈਓ, ਫਿਰ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਆ। ਜੇ ਤੁਸੀਂ ਲਿਖੋਗੇ ਤੇ ਉਦੇਸ਼ ਕਲੀਸਿया ਦੇ ਲਈ ਆਪਣੇ व ਪਿਤਾ ਕੇ ਸਮੁਖ ਪ੍ਰਸਤੁਤ ਕਰਨ ਦੇ ਲਈ ਹੈ। दूसरे पासे उद्देश्य आगमन के लिए, दूसरी आमद के लिए उद्देश्य किया पृथ्वी का न्याय तथा अपने राज्य की स्थापना करने का। ये लिए असं वर्ष पढ़ते हैं यहूदा की पत्री वो 14 ते 15 आयत। यहूदा की पत्री वो 14 ते 15 आयत। ये इस तरह लिखा है, पहला तो असं 14 पढ़ ली थी, लेकिन फिर मैं रिपीट करांगा। नाले हनोक ने जिहड़ा आदम तो 7वीं पीढ़ी दा सी, इन्हां ही दे विखे अगम वाक करके आख्या भई वेखो प्रभु अपने लखां संतां सने आया भई सबना दा न्याय करे अते सबना शैतानियां नूं उन्हां दियां सारियां शैतानियां दे कारण जो उन्हां ने शैतानी नाल कीते सन अते सारियां करखत गल्लां दे कारण जो शैतानी पापियां ने ਉਹਦੇ ਵਿਰੁੱਧ ਆਖੀਆਂ ਸਨ, ਦੋਸ਼ੀ ਠਹਿਰਾਵੇ। ਦੁਲਹਨ ਦੇ ਨਾਲ ਇਹਨਾਂ ਨੂੰ ਲੱਖਾਂ ਸੰਤਾਂ ਦੇ ਨਾਲ ਧਰਤੀ ਦੇ ਉੱਤੇ ਦੂਸਰੇ ਆਗਮਨ ਦੇ ਵਿੱਚ ਇਸ ਲਈ ਆ ਰਿਹਾ ਆ ਵੀ ਇਹਨਾਂ ਲੋਕਾਂ ਨੂੰ ਕਲੀਸਿया ਦੇ ਦੁਆਰਾ ਸਜ਼ਾ ਦਿੱਤੀ ਜਾਵੇ। ਉਹਦੀ ਬੇਸ਼ਕੀਮਤ ਚੀਜ਼ ਨੂੰ, ਉਹਦੀ ਸਭ ਤੋਂ ਕੀਮਤੀ ਚੀਜ਼, ਉਹ ਦੁਲਹਨ, ਉਹ ਕਲੀਸਿया ਜਿਨ੍ਹਾਂ ਨੂੰ ਇਸ ਸੰਸਾਰ ਦੇ ਲੋਕਾਂ ਨੇ ਸਤਾਇਆ ਸੀ, ਜਿਹਨੂੰ ਸੇ ਸੰਸਾਰ ਦੇ ਲੋਕਾਂ ਨੇ ਤੁੱਛ ਸਮਝਿਆ ਸੀ, ਜਿਨ੍ਹਾਂ ਉੱਤੇ ਲੋਕਾਂ ਨੇ ਤੰਜ ਕਸੇ ਸੀ, ਜਿਨ੍ਹਾਂ ਨੂੰ ਉਹਨਾਂ ਨੇ ਮੂਰਖ ਸਮਝਿਆ ਸੀਗਾ, ਜਿਨ੍ਹਾਂ ਨੂੰ ਕਹਿੰਦੇ ਸੀ ਤੁਸੀਂ ਹਨੇਰੇ ਵਿੱਚ ਚਲੇ ਗਏ ਹੋ, ਜਿਨ੍ਹਾਂ ਨੂੰ ਕਹਿੰਦੇ ਸੀ ਤੁਸੀਂ ਜਾਤ ਛੱਡ ਦਿੱਤੀ, ਜਿਨ੍ਹਾਂ ਨੂੰ ਕਹਿੰਦੇ ਸੀ ਤੁਸੀਂ ਧਰਮ ਛੱਡ ਦਿੱਤਾ। ਇਹ ਸਾਰੀ ਦੁਨੀਆ ਦੇ ਲੋਕਾਂ ਨੂੰ ਸ਼ਰਮਿੰਦਾ ਕਰਨ ਦੇ ਲਈ ਤੇ ਦੰਡ ਦੇਣ ਦੇ ਲਈ ਦੁਲਹੇ ਦੇ ਨਾਲ ਦੁਲਹਨ ਆ ਰਹੀ ਆ। ਇਸ ਸੰਸਾਰ ਦੇ ਲਈ ਉਦੇਸ਼ ਇਹ ਆ, ਦੁਲਹਨ ਦੇ ਲਈ ਉਦੇਸ਼ ਇਹ ਆ ਆਪਣੇ ਤੇ ਆਪਣੇ ਬਾਪ ਦੇ ਸਨਮੁਖ ਇਹਨੂੰ ਲੈ ਕੇ ਜਾਣ ਦਾ। ਔਰ ਇਸ ਸੰਸਾਰ ਦੇ ਲਈ ਤੇ ਇਸਰਾਇਲ ਦੇ ਲਈ ਉਦੇਸ਼ ਕੀ ਆ? ਇਸ ਜਗ੍ਹਾ ਦੇ ਉੱਤੇ ਇਸਰਾਇਲ ਦੇ ਉੱਤੇ ਪ੍ਰਗਟ ਕਰਨਾ ਤੇ ਦੁਲਹਨ ਨੂੰ ਲੈ ਕੇ ਦੁਨੀਆ ਦੇ ਉੱਤੇ ਰਾਜ ਕਰਨਾ। ਸੋ ਗੱਲਾਂ ਕੋਈ ਇੰਨੀਆਂ ਬਰੀਕੀ ਦੀਆਂ ਵੀ ਨਹੀਂ ਆ, ਗੱਲਾਂ ਕੋਈ ਇੰਨੀਆਂ ਔਖੀਆਂ ਵੀ ਨਹੀਂ ਆ ਜੇ ਧਿਆਨ ਲਾ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਧਿਆਨ ਲਾ ਕੇ ਨਹੀਂ ਕਰਾਂਗੇ, ਆਮ ਗੱਲਾਂ ਵਾਂਗੂ ਸਮਝਾਂਗੇ ਵੀ ਚਲੋ ਬੈਠੇ ਆ ਘੰਟਾ ਇੱਕ ਬਤੀਤ ਕਰ ਲੈਂਦੇ ਆ, ਤੇ ਫਿਰ ਕੋਈ ਫਾਇਦਾ ਨਹੀਂ ਆ। ਕਿਉਂਕਿ ਪ੍ਰਭੂ ਦੀ ਹਜ਼ੂਰੀ 'ਚ ਜਦੋਂ ਵੀ ਆਈਏ, ਭਾਵੇਂ ਅਸੀਂ ਆਨਲਾਈਨ ਹੋਈਏ, ਭਾਵੇਂ ਸਾਖਸ਼ਾਤ ਇੱਕ ਦੂਜੇ ਦੇ ਸਾਹਮਣੇ ਹੋਈਏ, ਲੇਕਿਨ ਫਰਜ਼ ਇਹ ਬਣਦਾ ਆ
ਕਿ ਉਦੋਂ ਸਾਡਾ ਇੱਕੋ ਹੀ ਮਿਸ਼ਨ ਹੋਣਾ ਚਾਹੀਦਾ, ਮੈਂ ਪ੍ਰਭੂ ਦੀ ਹਜ਼ੂਰੀ 'ਚ ਬੈਠ ਕੇ ਪ੍ਰਭੂ ਦੇ ਕੋਲੋਂ ਕੁਝ ਸਿੱਖਣਾ ਆ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਹੁਣ ਵੀ ਦੱਸਦਾ ਆ, ਮੈਂ ਤੇ ਪਲੂਸ ਵਾਂਗੂ ਆਪਣੀਆਂ ਕਮਜ਼ੋਰੀਆਂ ਵੀ ਨਾਲ ਨਾਲ ਦੱਸਦਾ ਰਹਿੰਦਾ ਆ। ਇਸ ਸਬਜੈਕਟ ਨੂੰ ਮੈਂ ਬੜੇ ਸਾਲਾਂ ਤੋਂ ਦੱਸਣਾ ਚਾਹੁੰਦਾ ਸੀ, ਲੇਕਿਨ ਮੇਰੀ ਕਦੀ ਹਿੰਮਤ ਨਹੀਂ ਸੀ ਪਈ ਮੈਂ ਇਸ ਸਬਜੈਕਟ ਨੂੰ ਦੱਸਾਂ, ਕਿਉਂਕਿ ਇਹ ਸਬਜੈਕਟ ਆਮ ਸਬਜੈਕਟ, ਇਹ ਵਿਸ਼ਾ ਆਮ ਵਿਸ਼ਾ ਨਹੀਂ ਆ। ਇਹ ਵਿਸ਼ਾ ਮੇਰੇ ਲਈ ਵੀ ਬਹੁਤ ਵੱਡੀ ਇੱਕ ਆਸ਼ੀਸ਼ ਦਾ ਕਾਰਨ ਆ, ਔਰ ਇਸ ਵਿਸ਼ੇ ਵਿੱਚੋਂ ਮੈਂ ਆਪ ਬਹੁਤ ਕੁਝ ਸਿੱਖ ਰਿਹਾ ਹਾਂ। ਇਸ ਵਿਸ਼ੇ ਨੂੰ ਬਹੁਤ ਵਾਰੀ 28 ਸਾਲ ਦੇ ਮਸੀਹੀ ਜੀਵਨ ਦੇ ਵਿੱਚ ਮੈਂ ਬਹੁਤ ਵਾਰੀ ਚਾਹਿਆ ਕਿ ਇਸ ਵਿਸ਼ੇ ਨੂੰ ਮੈਂ ਦੱਸਾਂ ਕਿਤੇ, ਲੇਕਿਨ ਹਿੰਮਤ ਨਹੀਂ ਸੀ ਹੁੰਦੀ, ਕਿਉਂਕਿ ਇਹਦੇ ਵਿੱਚ ਬਰੀਕੀਆਂ ਇੰਨੀਆਂ ਆ, ਔਰ ਇਹ ਡਰਦਾ ਹੁੰਦਾ ਸੀ ਵੀ ਕਿਤੇ ਮੈਂ ਆਪਣੀ ਬੁੱਧ ਤੋਂ ਕੰਮ ਲੈ ਕੇ ਇਹਦਾ ਕੋਈ ਪ੍ਰਕਾਸ਼ਨ ਗਲਤ ਨਾ ਦੱਸ ਦੇਵਾਂ ਜਿਹਦੀ ਮੈਨੂੰ ਸਜ਼ਾ ਮਿਲੇ। ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇਸ ਵਿਸ਼ੇ ਨੂੰ ਛੇੜਦਾ ਨਹੀਂ ਸੀ, ਲੇਕਿਨ ਖੁਦਾ ਦੀ ਹਰ ਇੱਕ ਪਲਾਨ ਹੁੰਦੀ ਆ। ਇਹਨਾਂ ਦਿਨਾਂ ਦੇ ਵਿੱਚ ਉਹਨੇ ਇਹ ਬਲ ਤੇ ਸਾਮਰਥ ਦਿੱਤੀ ਆ, ਔਰ ਆਪਣੇ ਆਤਮਾ ਦੇ ਵਿੱਚ ਉਹਨੇ ਬੁੱਧੀ ਬਖਸ਼ੀ ਆ ਕਿ ਮੈਂ ਉਹਦੇ ਆਤਮਾ ਦੀ ਅਗਵਾਈ 'ਚ ਰਹਿ ਕੇ ਇਹਨਾਂ ਗੱਲਾਂ ਨੂੰ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਜਿੱਥੇ ਤੁਹਾਨੂੰ ਸਿਖਾ ਸਕਾਂ, ਉੱਥੇ ਆਪ ਵੀ ਪਵਿੱਤਰ ਆਤਮਾ ਕੋਲੋਂ ਸਿੱਖ ਸਕਾਂ। ਸੋ ਸਾਡੇ ਅੱਗੇ ਇੱਕ ਗੱਲ ਹੁਣ ਖੁੱਲ ਗਈ ਆ ਕਿ ਲੱਖਾਂ ਦੂਤਾਂ ਦੇ ਨਾਲ ਆਉਂਦਾ ਆ, ਇਸ ਲਈ ਆਉਂਦਾ ਆ ਕਿਉਂਕਿ ਲੱਖਾਂ ਸੰਤਾਂ ਦੇ ਨਾਲ ਇਸ ਲਈ ਆਉਂਦਾ ਆ। ਇਹ ਸੰਤ ਜਿਹੜੀ ਉਹਦੀ ਦੁਲਹਨ ਆ, ਪਹਿਲਾਂ ਉਠਾਏ ਗਏ ਆ, ਫਿਰ ਦੁਲਹਨ ਦੇ ਨਾਲ ਆਉਂਦਾ ਆ। ਤੇ ਜਦੋਂ ਦੁਲਹਨ ਉਠਾਈ ਗਈ ਆ, ਮਹਾਕਲੇਸ਼ ਦਾ ਪੀਰੀਅਡ ਉਸ ਤੋਂ ਬਾਅਦ ਦਾ ਆ। ਦੁਲਹਨ ਉਠਾਈ ਜਾਣੀ ਆ ਤੇ 42 ਮਹੀਨੇ ਦਾ ਪੀਰੀਅਡ ਜਿਹੜਾ ਆ ਉਹ ਇਸਰਾਇਲ ਦੇ ਮੰਦਿਰ ਦੇ ਵਾਸਤੇ ਆ। ਸੰਧੀ 7 ਸਾਲ ਦੀ ਕਰਨੀ ਆ ਮਸੀਹ ਵਿਰੋਧੀ ਨੇ, ਜਿਹਨੂੰ ਸ਼ਾਂਤੀ ਦੂਤ ਕਿਹਾ ਜਾਣਾ ਆ। ਉਸ ਸ਼ਾਂਤੀ ਦੂਤ ਨੇ 7 ਸਾਲਾਂ ਦੀ ਸੰਧੀ ਕਰਨੀ ਆ। 42 ਮਹੀਨੇ ਕੰਪਲੀਟ ਹੋਣ ਤੇ ਜਦੋਂ ਹੈਕਲ ਕੰਪਲੀਟ ਹੋ ਜਾਣੀ ਆ, ਇਸਰਾਇਲ ਦਾ ਮੰਦਿਰ ਬਣ ਜਾਣਾ ਆ। ਉਸ ਸ਼ਾਂਤੀ ਦੂਤ ਨੇ ਜਿਹੜੀ ਉਹਨੇ ਸੰਧੀ ਕਰਨੀ ਆ, ਉਸ ਸੰਧੀ ਨੂੰ ਤੋੜਨਾ ਆ। ਤੋੜ ਕੇ ਉਹਨੇ ਅਤੀ ਪਵਿੱਤਰ ਸਥਾਨ ਦੇ ਵਿੱਚ ਜਾ ਕੇ ਬੈਠਣਾ ਆ। ਅਤੀ ਪਵਿੱਤਰ ਸਥਾਨ ਦੇ ਵਿੱਚ ਬੈਠ ਕੇ ਉਹਨੇ ਕਹਿਣਾ ਮੈਂ ਖੁਦਾ ਆ ਤੇ ਮੇਰੀ ਇਬਾਦਤ ਕਰੋ। ਉਦੋਂ ਇਹਨਾਂ ਦੀ ਅਕਲ ਦੇ ਉੱਤੇ ਜਿਹੜਾ ਇਸਰਾਏਲੀਆਂ ਦੇ ਪਰਦਾ ਪਿਆ ਆ, ਉਹ ਚੁੱਕਿਆ ਜਾਣਾ ਆ। ਜਦੋਂ ਉਹ ਪਰਦਾ ਚੁੱਕਿਆ ਜਾਣਾ ਆ ਤੇ ਉਦੋਂ ਉਹਨਾਂ ਦੇ ਲਈ ਮਹਾਕਲੇਸ਼ ਦਾ ਸਮਾਂ ਸ਼ੁਰੂ ਹੋਣਾ ਆ। ਉਸ ਸਮੇਂ ਦੇ ਦੌਰਾਨ ਮੂਸਾ ਤੇ ਏਲੀਜਾ ਨੇ ਉਹਨਾਂ ਦੀ ਦਲੇਰੀ ਦੇ ਵਾਸਤੇ, ਇਸਰਾਇਲ ਨੂੰ ਦਲੇਰ ਕਰਨ ਵਾਸਤੇ ਉਸ ਜਗ੍ਹਾ ਤੇ ਉੱਤੇ ਆਉਣਾ ਆ। ਔਰ ਬਹੁਤ ਉੱਥੇ ਜਿਹੜੇ ਅਜੀਬ ਕੰਮ ਹੋਣੇ ਆ, ਉਹ ਤੁਸੀਂ ਪ੍ਰਕਾਸ਼ਿਤ ਵਾਕਿਆ 'ਚ ਅੱਗੇ ਜਾ ਕੇ ਅਸੀਂ ਦੇਖਾਂਗੇ। ਤੁਸੀਂ ਪੜ੍ਹ ਲੈਣਾ, ਤੁਸੀਂ ਜਾਣਦੇ ਹੋ ਇਸ ਗੱਲ ਨੂੰ। ਲੇਕਿਨ ਅਜੇ ਅਸੀਂ ਇਸ ਵਿਸ਼ੇ ਦੇ ਵਿੱਚ ਹੀ ਰਵਾਂਗੇ ਕਿ ਉਹ ਆਉਣਾ ਆ, ਉਹਨਾਂ ਨੇ ਇਸਰਾਇਲ ਨੂੰ ਦਲੇਰ ਕਰਨ ਵਾਸਤੇ ਆਉਣਾ ਆ। ਲਾਸਟ ਟਾਈਮ ਦੇ ਉੱਤੇ ਜਾ ਕੇ ਉਹਨਾਂ ਦੇ ਵੀ ਸਿਰ ਕਲਮ ਕੀਤੇ ਜਾਣੇ ਆ, ਉਹਨਾਂ ਦੀ ਲਾਸ਼ਾਂ ਚੌਂਕ 'ਚ ਪਈਆਂ ਰਹਿਣੀਆਂ ਆ। ਇਹ ਸਭ ਕੁਝ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਦੁਲਹਨ ਨੂੰ ਲੈ ਕੇ ਇਸਰਾਇਲ ਦੇ ਉੱਤੇ ਪ੍ਰਗਟ ਹੋਣਾ ਆ ਤੇ ਦੁਨੀਆ ਦੇ ਉੱਤੇ ਰਾਜ ਕਰਨ ਦੇ ਵਾਸਤੇ ਆਉਣਾ ਆ। ਅਗਰ ਦੁਲਹਨ ਇਸ ਜ਼ਮੀਨ ਦੇ ਉੱਤੇ ਆ ਤੇ ਫਿਰ ਕਿਹੜੇ ਸੰਤਾਂ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਆ ਰਿਹਾ ਤੇਰੀ ਧਰਤੀ ਦੇ ਉੱਤੇ? ਜੇ ਰੈਪਚਰ ਨਹੀਂ ਹੈ ਤੇ ਕਿਹੜੇ ਸੰਤਾਂ ਨੂੰ ਲੈ ਕੇ ਆ ਰਿਹਾ ਆ? ਇਸ ਦੁਲਹਨ ਤੋਂ ਬਿਨਾਂ ਤੇ ਸਭ ਕੁਝ ਅਨਕੰਪਲੀਟ ਆ। ਇਹ ਦੁਲਹਨ ਤੇ ਤਿਆਰ ਹੋ ਰਹੀ ਆ। ਜੇ ਅਸੀਂ ਕਹੀਏ ਵੀ ਸੰਤ ਉਹ ਆ ਜਿਹੜੇ ਪਹਿਲਾਂ ਮਰ ਗਏ ਆ, ਤੇ ਫਿਰ ਅਸੀਂ ਦੂਸਰੇ ਪਾਸੇ ਚੱਲ ਜਾਂਦੇ ਆ। ਜਿਹੜੇ ਪਹਿਲਾਂ ਮਰ ਗਏ ਜਾਂ ਮਸੀਹ ਦੇ ਵਿੱਚ ਸੌ ਗਏ, ਅਸੀਂ ਕਹਿੰਦੇ ਆ ਅਗਰ ਉਹ ਉਹਨਾਂ ਨੂੰ ਲੈ ਕੇ ਆ ਰਿਹਾ ਆ ਤੇ ਫਿਰ ਲਾੜੀ ਕੌਣ ਆ? ਫਿਰ ਲਾੜੀ ਕੌਣ ਆ? ਜੇ ਸਿਰਫ ਉਹਨਾਂ ਨੂੰ ਲੈ ਕੇ ਆ ਰਿਹਾ, ਜਿਹੜੇ ਸੋਏ ਸੀਗੇ ਉਹ ਉੱਠ ਗਏ, ਉਹਨਾਂ ਨੂੰ ਉਠਾ ਲਿਆ ਤੇ ਉਹਨਾਂ ਨੂੰ ਲੈ ਕੇ ਆ ਰਿਹਾ, ਫਿਰ ਲਾੜੀ ਕੌਣ ਹੈ? ਕਿਉਂਕਿ ਲਾੜੀ ਦੇ ਬਾਰੇ ਕੀ ਅਸੀਂ ਉੱਥੇ ਦੇ ਉੱਥੇ ਤੇ ਪ੍ਰਭੂ ਰਾਜਾ ਬਣ ਕੇ ਆ ਰਿਹਾ ਰਾਜ ਕਰਨ ਵਾਸਤੇ, ਤੇ ਲੈ ਕੇ ਫਿਰ ਕਿਸੇ ਨੂੰ ਨਹੀਂ ਜਾ ਰਿਹਾ। ਉਹਦੇ ਇੱਥੇ ਤਖਤ ਲਾਉਣ ਵਾਸਤੇ ਆ ਰਿਹਾ ਹੈ, ਤੇ ਫਿਰ ਲਿਜਾਣਾ ਕਿਹਨੂੰ? ਸੋ ਇਸ ਲਈ ਰੱਬ ਕੋਲ ਅਸੀਂ ਸਮਝ ਮੰਗੀਏ, ਬੁੱਧੀ ਮੰਗੀਏ ਕਿ ਰੱਬ ਸਾਨੂੰ ਇਸ ਵਿਸ਼ੇ ਨੂੰ ਹੋਰ ਜ਼ਿਆਦਾ ਖੋਲ ਕੇ ਸਮਝਾਵੇ ਕਿ ਦੁਲਹੇ ਦਾ ਕੰਮ ਹੀ ਦੁਲਹਨ ਨੂੰ ਲੈਣ ਆਉਣਾ ਹੁੰਦਾ ਆ, ਦੁਲਹਨ ਦੇ ਨਾਲ ਰਹਿਣ ਨਹੀਂ ਆਉਣਾ। ਰੈਪਚਰ ਦੇ ਵੇਲੇ 'ਚ ਦੁਲਹਨ ਦੇ ਨਾਲ ਰਹਿਣ ਨਹੀਂ ਆਉਣਾ। ਦੁਲਹਾ ਇਸ ਲਈ ਥੋੜੀ ਘੋੜੇ ਤੇ ਸਵਾਰ ਹੋ ਕੇ ਆਉਂਦਾ ਵੀ ਦੁਲਹਨ ਦੇ ਘਰ ਰਵੇ। ਉਹ ਵੱਖਰੀ ਗੱਲ ਆ, ਕੋਈ ਘਰ ਜਵਾਈ ਹੋਵੇ ਤੇ ਵੱਖਰੀ ਗੱਲ ਆ ਵੀ ਉਹ ਪਹਿਲਾਂ ਉਹਦੇ ਨਾਲ ਕਮਿਟਮੈਂਟ ਕੀਤੀ ਹੋਵੇ, ਪਰ ਪ੍ਰਭੂ ਦੇ ਨਾਲ ਸਾਡੀ ਘਰ ਜਵਾਈ ਰੱਖਣ ਦੀ ਕੋਈ ਕਮਿਟਮੈਂਟ ਨਹੀਂ। ਇੱਦਾਂ ਦਾ ਕੋਈ ਵਾਅਦਾ ਬਾਈਬਲ ਦੇ ਵਿੱਚ ਨਹੀਂ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਘਰ ਜਵਾਈ ਕਰਕੇ ਰੱਖਣਾ ਹੈ। ਤੇ ਏਡਾ ਉਹ ਛੋਟਾ ਵੀ ਨਹੀਂਗਾ, ਤੇ ਇੰਨਾ ਉਹਨੂੰ ਅਸੀਂ ਛੋਟੇ ਸਥਾਨ ਤੇ ਨਹੀਂ ਲਿਆ ਸਕਦੇ, ਇੰਨਾ ਉਹਨੂੰ ਤੁੱਛ ਨਹੀਂ ਬਣਾ ਸਕਦੇ ਕਿ ਅਸੀਂ ਉਹਨੂੰ ਕਹੀਏ ਵੀ ਉਹ ਘਰ ਜਵਾਈ ਬਣਨ ਵਾਸਤੇ ਆ ਰਿਹਾ। ਨਾ, ਉਹ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ ਹੈ।
ਕਿਉਂਕਿ ਲਾੜੀ ਨੇ ਲਾੜੇ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ। ਤਿਆਰ ਲਾੜੀ ਹੋ ਰਹੀ ਹੈ, ਲਾੜਾ ਤੇ ਯੁੱਗਾਂ ਤੋਂ ਤਿਆਰ ਬੈਠਾ ਆ। ਦੇਰੀ ਤੇ ਲਾੜੀ ਦੀ ਆ, ਇੰਤਜ਼ਾਰ ਤੇ ਲਾੜੀ ਦੇ ਤਿਆਰ ਹੋਣ ਦਾ ਕੀਤਾ ਜਾ ਰਿਹਾ ਹੈ। ਤੇ ਜਦੋਂ ਲਾੜੀ ਤਿਆਰ ਹੋਣੀ ਹੈ ਤੇ ਫਿਰ ਕੀ ਕਹਿੰਦਾ ਹੈ, ਅਸੀਂ ਵਰਸ ਪੜ੍ਹ ਲਈਏ ਯੋਹੰਨਾ ਦੀ ਅੰਜੀਲ ਉਹਦਾ 14 ਅਧਿਆਇ ਦੇ ਵਿੱਚ ਕਹਿੰਦਾ, ਮੈਂ ਜਾਂਦਾ ਹਾਂ, ਦੁਲਹਨ ਨੂੰ ਕਹਿ ਰਿਹਾ, ਮੈਂ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਵਾਸਤੇ। ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਉਹ ਨਾ ਸੋਚੋ ਕਿ ਤੁਹਾਨੂੰ ਉਸ ਮਹਾਕਲੇਸ਼ ਦੇ ਵਿੱਚ ਜਾਣਾ ਪਊਗਾ। ਤੁਸੀਂ ਇਹ ਨਾ ਦੇਖੋ ਤੁਹਾਨੂੰ ਉਹਨਾਂ ਦੁੱਖਾਂ ਨੂੰ ਦੇਖਣਾ ਪਊਗਾ। ਤੁਹਾਨੂੰ ਇਹ ਨਾ ਦੇਖੋ ਕਿ ਤੁਸੀਂ ਉਹਨਾਂ ਕਸ਼ਟਾਂ ਦੇ ਵਿੱਚ ਦੁਖੀ ਹੋਵੋਗੇ, ਬਲਕਿ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਕੇ ਜਾ ਰਿਹਾ, ਤੁਹਾਡਾ ਦਿਲ ਨਾ ਘਬਰਾਵੇ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦੇ ਕੇ ਜਾ ਰਿਹਾ। ਇਦਾਂ ਨਹੀਂ ਦਿੰਦਾ ਜਿੱਦਾਂ ਸੰਸਾਰ ਦਿੰਦਾ ਆ। ਸਭ ਕੁਝ ਤੇ ਖੋਲ ਕੇ ਬੋਲ ਰਿਹਾ, ਫਿਰ ਕਿਉਂ ਨਹੀਂ ਸਮਝ ਆ ਰਿਹਾ? ਇਹਦਾ ਮਤਲਬ ਕਿਤੇ ਗੜਬੜਿਆ, ਕਿਤੇ ਅਸੀਂ ਮਿਸ ਕੁਛ ਕਰ ਰਹੇ ਹਾਂ, ਜਾਂ ਅਸੀਂ ਜਾਣਬੁੱਝ ਕੇ ਪਰਮੇਸ਼ਰ ਦਾ ਸਾਹਮਣਾ ਕਰ ਰਹੇ ਹਾਂ ਤੇ ਪਰਮੇਸ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨਹੀਂ ਆ। ਕਹਿੰਦਾ ਜਾਂਦਾ ਆ, ਜਗ੍ਹਾ ਤਿਆਰ ਕਰਾਂਗਾ, ਫਿਰ ਤੁਹਾਨੂੰ ਆ ਕੇ ਲੈ ਜਾਵਾਂਗਾ, ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋ। ਆਉਣਾ ਆ ਲੈਣ ਵਾਸਤੇ, ਦੁਲਹੇ ਨੇ ਆਉਣਾ ਆ ਲੈਣ ਵਾਸਤੇ। ਦੁਲਹਨ ਦੀ ਕੀ ਪਰਿਭਾਸ਼ਾ ਆ? ਦੁਲਹਨ ਨੂੰ ਲੈਣ ਵਾਸਤੇ ਆਉਣਾ ਆ। ਦੁਲਹਨ ਲੈ ਲਈ ਜਾਣੀ ਆ, ਦੁਲਹਨ ਸਵਰਗ ਤੱਕ ਪਹੁੰਚਾਈ ਜਾਣੀ ਆ। ਫਿਰ ਉਹ ਸਵਰਗ ਦਾ ਰਾਜ ਹੀ ਲੈ ਕੇ ਸਾਰੇ ਦਾ ਸਾਰਾ ਧਰਤੀ ਉੱਤੇ ਆਉਣਾ ਆ। ਰਾਜੇ ਨੇ ਰਾਜ ਲੈ ਕੇ, ਦੁਲਹਨ ਨੂੰ ਨਾਲ ਲੈ ਕੇ ਫਿਰ ਧਰਤੀ ਦੇ ਉੱਤੇ ਰਾਜ ਕਰਨ ਵਾਸਤੇ ਉਹਨੇ ਆਉਣਾ ਆ। ਇਹ ਗੱਲ ਮੈਂ ਬਾਰ-ਬਾਰ ਰਿਪੀਟ ਕਰੀ ਜਾਊਂਗਾ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਫਿੱਟ ਬੈਠ ਜਾਵੇ। ਕਿਤੇ ਕੋਈ ਇਦਾਂ ਦੀ ਕੋਈ ਮਾੜੀ ਮੋਟੀ ਵੀ ਗੁੰਜਾਇਸ਼ ਰਹਿ ਨਾ ਜਾਵੇ ਜਿੱਥੇ ਸਾਡਾ ਕੋਈ ਸਵਾਲ ਰਹਿ ਜਾਵੇ। ਹਾਲੇਲੂਇਆ। ਸੋ ਅਸੀਂ ਪੜ੍ਹ ਰਹੇ ਸੀ ਵਰਸ 2 ਕਰੰਥੀਓ 11:2 ਅਸੀਂ ਪੜ੍ਹ ਲਈ ਹੈ ਕਿ ਉਹਨੇ ਕੁਆਰੀ ਦੀ ਤਰ੍ਹਾਂ। ਉਸ ਤੋਂ ਬਾਅਦ ਅਸੀਂ ਪ੍ਰਕਾਸ਼ਿਤ ਵਾਕਿਆ ਦੀ ਪੜ੍ਹ ਲਈ 19:16। ਹੁਣ ਆ ਗਿਆ ਪ੍ਰਿਥਵੀ ਦਾ ਨਿਆਂ ਕਰਨ ਵਾਸਤੇ ਆਉਣਾ। ਯਹੂਦਾ ਦੇ ਪੱਤੇ ਜਿਵੇਂ ਦੇਖ ਰਹੇ, ਲੱਖਾਂ ਸੰਤਾਂ ਦੇ ਨਾਲ ਉਹਨੇ ਇਸਰਾਇਲ ਦੇ ਉੱਤੇ ਪ੍ਰਗਟ ਹੋਣ ਦੇ ਲਈ ਤੇ ਧਰਤੀ ਉੱਤੇ ਰਾਜ ਕਰਨ ਦੇ ਵਾਸਤੇ ਆਉਣਾ ਹੈ। ਹਾਲੇਲੂਇਆ। ਉਸ ਤੋਂ ਬਾਅਦ ਇਹਦੇ ਨਾਲ ਅਸੀਂ ਕੱਲ ਵੀ ਅਸੀਂ ਉਸ ਵਿਸ਼ੇ ਨੂੰ ਪੜ੍ਹਿਆ ਸੀਗਾ, ਤੁਸੀਂ ਪੜ੍ਹ ਲੈਣਾ ਕਿਉਂਕਿ ਲੰਬੀ ਗੱਲ ਆ ਕਿ ਧਰਤੀ ਉੱਤੇ ਜਦੋਂ ਉਹਨੇ ਆਉਣਾ ਨਾ ਰਾਜ ਕਰਨ ਵਾਸਤੇ ਆਉਣਾ, ਦੁਲਹਨ ਨੂੰ ਲੈਣ ਵਾਸਤੇ ਨਹੀਂ। ਉਹ ਤੁਸੀਂ ਪ੍ਰਕਾਸ਼ਿਤ ਵਾਕਿਆ 19 ਅਧਿਆਇ ਉਹਦੀ 11 ਤੋਂ ਲੈ ਕੇ ਤੇ 21 ਵਰਸ ਤੱਕ ਤੁਸੀਂ ਪੜ੍ਹ ਲੈਣਾ। ਜੇ ਆਪਾਂ ਉਹਨੂੰ ਪੜ੍ਹਨ ਦੇ ਵਿੱਚ ਜਾਵਾਂਗੇ ਤੇ ਉਹ ਫਿਰ ਵਰਸਾਂ ਲੰਬੀਆਂ ਹੋ ਜਾਣਗੀਆਂ। ਉਹ ਦੱਸਦੀਆਂ ਆ ਕਿ ਇਹਨਾਂ ਵਰਸਾਂ ਦੇ ਵਿੱਚ ਕਿ ਦੁਲਹੇ ਦੇ ਨਾਲ ਦੁਲਹਨ ਹੈਗੀ ਆ। ਇਹ ਵਰਸਾਂ ਕਲੀਅਰ ਕਰਦੀਆਂ ਆ, ਦੁਲਹਾ ਦੁਲਹਨ ਨੂੰ ਲੈ ਕੇ ਆਇਆ ਆ ਤਾਂ ਕਿ ਰਾਜ ਕਰੇ। ਦੁਲਹਨ ਇੱਥੇ ਹੀ ਨਹੀਂ ਸੀ, ਦੁਲਹਾ ਦੁਲਹਨ ਨੂੰ ਨਾਲ ਲੈ ਕੇ ਰਾਜ ਕਰਨ ਵਾਸਤੇ ਆਇਆ। ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਆ, ਬਾਦਸ਼ਾਹ ਆਪਣੀ ਬੇਗਮ ਨੂੰ ਨਾਲ ਲੈ ਕੇ ਰਾਜ ਕਰਨ ਵਾਸਤੇ ਆਇਆ ਧਰਤੀ ਦੇ ਉੱਤੇ। ਸੋ ਤੁਸੀਂ ਇਹਨਾਂ ਵਰਸਾਂ ਨੂੰ ਬਾਅਦ 'ਚ ਵਿਸਤਾਰ ਦੇ ਨਾਲ ਪੜ੍ਹ ਲਿਓ। ਅਗਰ ਉਹਨਾਂ ਵਰਸਾਂ 'ਚ ਕੋਈ ਸਮਝ ਨਾ ਆਵੇ ਤੇ ਤੁਸੀਂ ਮੇਰੇ ਕੋਲੋਂ ਪੁੱਛ ਲਈਓ। ਸੋ ਉਦੇਸ਼ ਕੀ ਆ? ਇੱਕ ਪਾਸੇ ਉਦੇਸ਼ ਦੇਖ ਲਿਆ ਵੀ ਕਲੀਸਿਆ ਨੂੰ ਉਹਨੇ ਸਵਰਗ ਦੇ ਵਿੱਚ ਲੈ ਕੇ ਜਾਣਾ ਆ, ਲੇਕਿਨ ਧਰਤੀ ਵਾਤੇ ਦੂਸਰੇ ਪਾਸੇ ਜਿਹੜਾ ਤੇ ਦੂਸਰੇ ਆਗਮਨ ਦਾ ਆ, पृथ्वी का न्याय तथा अपने राज्य की स्थापना करने के लिए आना है। 2 उद्देश्य है, रैप्चर का उद्देश्य वखरा है ते आगमन का उद्देश्य वखरा है। दूसरी आमद का उद्देश्य वखरा है, दूसरे आगमन का उद्देश्य वखरा है। दुल्हन का उद्देश्य है उन्होंने स्वर्ग च लैके जाना है ते आगमन का उद्देश्य है उन्हें राज स्थापित करने के लिए आना है। हालेलुया। पृथ्वी का न्याय तथा राज्य स्थापित करने के लिए उन्हें आना है। हालेलुया। सो ये एक होर असीं बस पढ़ लेने हैं जकरिया नबी की किताब ਉਹਦਾ 14 ਅਧਿਆਇ ਉਹਦੀ 3 ਤੋਂ ਲੈ ਕੇ ਤੇ 4 ਵਰਸ ਤੱਕ। ਜ਼ਕਰਿਆ ਨਬੀ 14 ਅਧਿਆਇ ਉਹਦੀ 3 ਤੋਂ ਲੈ ਕੇ ਤੇ 4 ਵਰਸ ਤੱਕ ਅਸੀਂ ਪੜ੍ਹਦੇ ਹਾਂ। 14 ਦੀ 3 ਔਰ 4 ਵਰਸ। ਜ਼ਕਰਿਆ ਨਬੀ 14 ਅਧਿਆਇ ਉਹਦੀ 3 ਤੇ 4 ਵਰਸ ਮੈਂ ਪੜ੍ਹਨ ਜਾ ਰਿਹਾ। ਤਾਂ ਯਹੋਵਾ ਨਿਕਲੇਗਾ ਅਤੇ ਉਹਨਾਂ ਕੌਮਾਂ ਨਾਲ ਯੁੱਧ ਕਰੇਗਾ ਜਿਵੇਂ ਯੁੱਧ ਦੇ ਦਿਨ ਲੜਦਾ ਸੀ। ਉਸ ਦਿਨ ਉਹਦੇ ਪੈਰ ਜੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ ਜਿਹੜਾ ਯਰੂਸ਼ਲਮ ਦੇ ਅੱਗੇ ਪੂਰਬ ਵੱਲ ਹੈ, ਅਤੇ ਜੈਤੂਨ ਦਾ ਪਹਾੜ ਚੜ੍ਹਦੇ ਤੋਂ ਲਹਿੰਦੇ ਤੀਕ ਵਿੱਚੋਂ ਪਾੜ ਜਾਵੇਗਾ ਅਤੇ ਇੱਕ ਬਹੁਤ ਵੱਡੀ ਦੂਣ ਹੋ ਜਾਵੇਗਾ। ਸੋ ਇੱਥੇ ਅਸੀਂ ਕੱਲ ਵੀ ਇਸ ਵਰਸ ਨੂੰ ਪੜ੍ਹਿਆ ਸੀ, ਲੇਕਿਨ ਅੱਜ ਇੱਕ ਨਾਲ ਵਰਸ ਹੋਰ ਪੜ੍ਹ ਲਏ ਆ ਜਿਹੜੇ ਇਹ ਕਲੀਅਰ ਕਰਦੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਸੈਂਕੜ ਕਮੀ ਦੇ ਵਿੱਚ ਦੂਸਰੇ ਆਗਮਨ ਦੇ ਵਿੱਚ ਦੁਲਹਨ ਨੂੰ ਨਾਲ ਲੈ ਕੇ ਇਸ ਧਰਤੀ ਦੇ ਉੱਤੇ ਕਦਮ ਰੱਖਣੇ ਆ।
ਲੇਕਿਨ ਦੂਸਰੇ ਪਾਸੇ ਜਦੋਂ ਦੁਲਹਨ ਨੂੰ ਦੇਖਦੇ ਆ, ਦੁਲਹਨ ਨੂੰ ਲੈਣ ਜਦੋਂ ਉਹਨੇ ਆਉਣਾ ਉਦੋਂ ਧਰਤੀ ਦੇ ਉੱਤੇ ਕਦਮ ਨਹੀਂ ਰੱਖਣੇ, ਬਲਕਿ ਦੁਲਹਨ ਨੇ ਥਸਲੋਨੀਕੇ 4 ਅਧਿਆਏ ਦੇ ਹਿਸਾਬ ਦੇ ਨਾਲ ਦੁਲਹਨ ਨੇ ਆਪਣੇ ਦੁਲਹੇ ਨੂੰ ਮਿਲਣ ਦੇ ਲਈ ਬੱਦਲਾਂ ਦੇ ਵਿੱਚ ਉਠਾਏ ਜਾਣਾ ਹੈ। ਦੁਲਹਨ ਨੇ ਬੱਦਲਾਂ ਦੇ ਵਿੱਚ ਉਠਾਏ ਜਾਣਾ ਆ, ਲੇਕਿਨ ਇੱਥੇ ਜਿਹੜਾ ਆ ਧਰਤੀ ਦੇ ਉੱਤੇ ਪੈਰ ਰੱਖਣੇ ਆ। ਪਹਾੜ ਪਾਟ ਜਾਣਾ ਆ, ਪਹਾੜ ਬਰਦਾਸ਼ਤ ਨਹੀਂ ਕਰ ਸਕਣਾ ਆਪਣੇ ਬਣਾਉਣ ਵਾਲੇ ਨੂੰ। ਲੇਕਿਨ ਫਿਰ ਵੀ ਅਸੀਂ ਕਹੀਏ ਵੀ ਨਹੀਂ ਜੇ ਇੱਕੋ ਗੱਲ ਹੀ ਆ, ਤੇ ਫਿਰ ਸੋਚਣਾ ਪਊਗਾ ਕੁਛ ਨਾ, ਫਿਰ ਸਮਝਣ ਤੋਂ ਬਾਹਰ ਦੀਆਂ ਗੱਲਾਂ ਹੈ। ਤੇ ਫਿਰ ਜਿਹੜਾ ਇੰਨਾ ਇੱਥੇ ਆ ਕੇ ਵੀ ਨਾ ਸਮਝੇ ਤੇ ਫਿਰ ਉਹਨੂੰ ਸਮਝਾਓ ਨਾ, ਬਾਈਬਲ ਕਹਿੰਦੀ ਉਹਨੂੰ ਉਹਦੇ ਹਾਲ ਦੇ ਉੱਤੇ ਛੱਡ ਦਿਓ। ਹਾਲੇਲੂਇਆ। ਸੋ ਦੁਆ ਕਰੋ ਪਰਮੇਸ਼ਵਰ ਸਾਨੂੰ ਇਹਨੂੰ ਸਮਝਣ ਦੀ ਹੋਰ ਤੌਫੀਕ ਬਖਸ਼ੇ, ਹੋਰ ਅਕਲ ਦੇਵੇ, ਕਿਉਂਕਿ ਦੁਆ ਇਹ ਕਰ ਰਹੇ ਆ ਕਿ ਵਿਸ਼ੇ ਕਈ ਐਸੇ ਗੰਭੀਰ ਆ ਜਿਹੜੇ ਜਦੋਂ ਕਈ ਸੇਵਕਾਂ ਦੇ ਦੁਆਰਾ ਸੁਣਾਏ ਵੀ ਜਾਂਦੇ ਆ ਸਮਝ ਨਹੀਂ ਆਉਂਦੇ, ਤੇ ਉਹ ਆਪਣਾ ਚਾਅ ਤੇ ਪੂਰਾ ਕਰ ਜਾਂਦੇ ਆ ਜਦੋਂ ਉਹ ਦੱਸਦੇ ਆ, ਲੇਕਿਨ ਸਾਹਮਣੇ ਵਾਲਿਆਂ ਦਾ ਚਾਅ ਪੂਰਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਸਮਝ ਦੇ ਵਿੱਚ ਨਹੀਂ ਆਉਂਦਾ। ਤੇ ਮੈਂ ਇਹ ਦੁਆ ਕਰਦਾ, ਮੈਂ ਕਿਹਾ ਪ੍ਰਭੂ ਜੀ, ਮੈਂ ਤੈਨੂੰ ਪਤਾ ਵੀ ਮੈਂ ਤੇ ਕੋਈ ਪੜ੍ਹਿਆ ਲਿਖਿਆ ਨਹੀਂਗਾ, ਮੈਂ ਕੋਈ ਨਾ ਬੁੱਧੀਮਾਨ ਨਹੀਂਗਾ, ਮੈਂ ਕੋਈ ਐਡਾ ਐਜੂਕੇਟਡ ਨਹੀਂਗਾ, ਤੇ ਮੈਨੂੰ ਤੇ ਇਦਾਂ ਹੀ ਦੱਸੀ ਜਿੱਦਾਂ ਦਾ ਮੈਂ ਹੈਗਾ ਆ, ਤੇ ਮੈਂ ਵੀ ਅੱਗੇ ਲੋਕਾਂ ਨੂੰ ਫਿਰ ਇਦਾਂ ਹੀ ਦੱਸ ਸਕਾਂ, ਤਾਂ ਕਿ ਜਿਹੜੇ ਮੇਰੇ ਵਰਗੇ ਆ ਉਹ ਇਹਨੂੰ ਬੜੀ ਆਸਾਨੀ ਦੇ ਨਾਲ ਸਮਝ ਸਕਣ। ਸੋ ਮੈਂ ਰੱਬ ਦਾ ਸ਼ੁਕਰ ਕਰਦਾ, ਉਹ ਮੈਨੂੰ ਉਸੇ ਤਰ੍ਹਾਂ ਹੀ ਦੱਸ ਰਿਹਾ ਜਿੰਨੀ ਕਿ ਮੇਰੀ ਅਕਲ ਆ, ਜਿੰਨੀ ਕਿ ਮੇਰੀ ਸਮਝ ਆ, ਜਿੰਨੀ ਕਿ ਮੇਰੀ ਮੈਮਰੀ ਆ, ਉਹਦੇ ਹਿਸਾਬ ਦੇ ਨਾਲ ਹੀ ਸਿਖਾ ਰਿਹਾ ਆ। ਤੇ ਜੇ ਹਿਸਾਬ ਨਾਲ ਸਿਖਾ ਰਿਹਾ ਆ, ਮੈਂ ਇਹ ਮੰਨਦਾ ਹਾਂ ਕਿ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹੋਣਗੇ, ਉਹ ਵੀ ਇਸ ਗੱਲ ਨੂੰ ਸਮਝ ਸਕਣ, ਕਿਉਂਕਿ ਸਮਝਦਾਰ ਤੇ ਸਮਝ ਜਾਣਗੇ। ਪਰ ਮਸਲਾ ਇਹ ਆ ਵੀ ਜਿਹੜੇ ਨਾ ਸਮਝ ਆ ਉਹਨਾਂ ਦੀ ਵੀ ਸਮਝ ਦੇ ਵਿੱਚ ਵਚਨ ਆ ਸਕੇ। ਹਾਲੇਲੂਇਆ। ਸੋ ਫਿਰ ਮੈਂ ਰਿਪੀਟ ਕਰਦਾ ਆ, ਦੁਲਹਨ ਨੇ ਬੱਦਲਾਂ ਦੇ ਵਿੱਚ ਦੁਲਹੇ ਨੂੰ ਮਿਲਣ ਦੇ ਲਈ ਉਠਾਏ ਜਾਣਾ ਆ, ਲੇਕਿਨ ਇਸਰਾਇਲ ਦੇ ਉੱਤੇ ਰਾਜ ਸਥਾਪਿਤ ਕਰਨ ਦੇ ਲਈ ਉਹਨੇ ਧਰਤੀ ਦੇ ਉੱਤੇ ਪੈਰ ਰੱਖਣੇ ਆ, ਪਹਾੜ ਦੇ ਉੱਤੇ ਪੈਰ ਰੱਖਣੇ ਆ। ਹਾਲੇਲੂਇਆ। ਔਰ ਉਹ ਜਿਹੜਾ ਪਹਾੜ ਦਾ ਦੋ ਹਿੱਸੇ ਹੋ ਜਾਣਾ, ਉਹਦੇ ਸਾਮਰਥ ਨੂੰ, ਉਹਦੀ ਕੁਦਰਤ ਨੂੰ ਦਿਖਾਉਂਦਾ ਆ। ਔਰ ਜਿਨ੍ਹਾਂ ਨੇ ਉਹਨੂੰ ਤੁੱਛ ਜਾਣਿਆ ਸੀਗਾ ਉਹਨਾਂ ਦੇ ਉੱਤੇ ਇੱਕ ਸ਼ਰਮ ਦਾ ਪ੍ਰਤੀਕ ਆ। ਜਿਨ੍ਹਾਂ ਨੇ ਉਹਨੂੰ ਮਾੜਕੂ ਜਿਹਾ ਸਮਝਿਆ ਸੀ, ਜਿਨ੍ਹਾਂ ਨੇ ਉਹਨੂੰ ਲਾਚਾਰ ਜਿਹਾ ਸਮਝਿਆ ਸੀ, ਜਿਹੜੇ ਕਹਿੰਦੇ ਸੀ ਇਹ ਉਹ ਮਸੀਹ ਆ ਜਿਹੜਾ ਸਾਡੇ ਕੋਲ ਚਪੇੜਾਂ ਖਾ ਰਿਹਾ ਆ, ਇਹ ਉਹ ਮਸੀਹ ਆ ਜਿਹਨੂੰ ਅਸੀਂ ਘੜੀਸ ਕੇ ਲੈ ਗਏ ਆ, ਇਹ ਉਹ ਮਸੀਹ ਆ ਜਿਹਦੇ ਮੂੰਹ ਤੇ ਅਸੀਂ ਥੁੱਕਦੇ ਆ, ਇਹ ਉਹ ਮਸੀਹ ਆ, ਇਹ ਉਹ ਮਸੀਹ ਕਿੱਦਾਂ ਹੋ ਸਕਦਾ ਆ। ਉਦੋਂ ਉਹ ਵਾਕਿਆ ਹੀ ਲਾਚਾਰ ਬਣ ਕੇ ਆਇਆ ਸੀ, ਤੇ ਦੁਨੀਆ ਨੇ ਸੋਚਿਆ ਖਰੇ ਉਹ ਲਾਚਾਰ ਹੀ ਆ, ਉਹ ਇਸੇ ਦੁਲਹਨ ਦੇ ਲਈ ਆਇਆ ਸੀ। ਇਹ ਦੁਲਹਨ ਨੂੰ ਉਹ ਚਾਹੁੰਦਾ ਸੀ ਉਹਦੇ ਸਮਾਨ ਬਣੇ, ਉਹਦੇ ਲਈ ਇੰਨੇ ਯੁੱਗ ਦਿੱਤੇ ਇਸ ਦੁਲਹਨ ਨੂੰ ਕਿ ਇਹ ਉਹਦੇ ਸਮਾਨ ਬਣੇ। ਇਹਨੂੰ ਵਿਵੇਕ ਦਾ ਯੁੱਗ ਦਿੱਤਾ, ਇਹਨੂੰ ਵਾਅਦਿਆਂ ਦਾ ਯੁੱਗ ਦਿੱਤਾ, ਇਹਨੂੰ ਸ਼ਰੀਅਤ ਦਾ ਯੁੱਗ ਦਿੱਤਾ ਹੈ, ਕਿਸੇ ਤਰ੍ਹਾਂ ਇਹ ਦੁਲਹਨ ਉਹਦੇ ਸਮਾਨ ਬਣੇ। ਜਦੋਂ ਇਹ ਦੁਲਹਨ ਉਹਦੇ ਸਮਾਨ ਨਾ ਬਣੀ ਤੇ ਉਹਦੀ ਕੀਮਤ ਇਸ ਦੁਲਹਨ ਦੀ ਉਹਨੂੰ ਪਤਾ, ਜਿਹਨੂੰ ਦੁਲਹਨ ਦੀ ਕੀਮਤ ਦਾ ਪਤਾ ਸੀ। ਜਦੋਂ ਦੁਲਹਨ ਉਹਦੇ ਸਮਾਨ ਨਾ ਬਣੀ, ਉਹ ਦੁਲਹਾ ਇਸ ਦੁਲਹਨ ਦੇ ਸਮਾਨ ਬਣ ਕੇ ਆ ਗਿਆ, ਤਾਂ ਕਿ ਇਸ ਦੁਲਹਨ ਨੂੰ ਆਪਣੇ ਸਮਾਨ ਬਣਾ ਸਕੇ। ਹਾਲੇਲੂਇਆ। ਸੋ ਇਹ ਉਹਦਾ ਇੰਤਜ਼ਾਮ ਆ, ਔਰ ਇਹ ਉਹਦਾ ਪ੍ਰੇਮ ਆ ਇਸ ਦੁਲਹਨ ਦੇ ਵਾਸਤੇ। ਸੋ ਇਹ ਸਮਝਣਾ ਆ ਕਿ ਇਹ ਦੁਲਹਨ ਜਿਹੜੀ ਆ ਇਹਦਾ ਸਿਸਟਮ ਹੀ ਵੱਖਰਾ ਆ, ਇਹਦੇ ਨਾਲ ਉਹ ਕੁਛ ਨਹੀਂ ਵਾਪਰਨਾ ਜਿਹੜਾ ਅੱਜ ਕੁਛ ਅਗਿਆਨੀ ਲੋਕ ਦੱਸਦੇ ਆ, ਤੇ ਤੁਸੀਂ ਉਹਨਾਂ ਦੇ ਨਾਲ ਸਾਫ਼ ਸੁਥਰੀ ਗੱਲ ਕਰ ਵੀ ਸਕਦੇ ਹੋ। ਇੱਥੇ ਉਹ ਵਚਨ ਪੂਰਾ ਹੁੰਦਾ ਆ ਜਦੋਂ ਪ੍ਰਭੂ ਯਿਸੂ ਮਸੀਹ ਇਸ ਦੁਲਹਨ ਦੇ ਰੂਪ ਚ ਆਉਂਦਾ ਆ। ਜਿਹੜੇ ਕਹਿੰਦੇ ਨਾ ਉਹ ਕਮਜ਼ੋਰ ਸੀਗਾ, ਹੁਣ ਕਮਜ਼ੋਰ ਹੋ ਕੇ ਨਹੀਂ ਆਉਣਾ। ਹੁਣ ਤੇ ਪ੍ਰਕਾਸ਼ਿਤ ਵਾਕਿਆ ਪੜ੍ਹੋ ਪਹਿਲਾ ਅਧਿਆਏ, ਉਹਦੇ ਚ ਦੱਸਦਾ ਆ ਜਦੋਂ ਯੂਹੰਨਾ ਕਹਿੰਦਾ ਮੈਂ ਉਹਦਾ ਦਰਸ਼ਨ ਦੇਖਿਆ ਨਾ, ਉਹਦੀਆਂ ਅੱਖਾਂ ਅੱਗ ਦੀਆਂ ਬਲਦੀਆਂ ਲਾਈਟਾਂ ਸੀਗੀਆਂ। ਮੈਂ ਕਹਿੰਦਾ ਉਹਦੇ ਜਲਾਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਤੇ ਮੈਂ ਲਗਭਗ ਅੱਧ ਮੋਏ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਦੇ ਕਦਮਾਂ ਦੇ ਵਿੱਚ ਡਿੱਗ ਪਿਆ। ਇਹ ਪਹਾੜ ਦਾ ਦੋ ਹਿੱਸੇ ਹੋਣਾ ਹੁਣ ਉਸ ਬਾਦਸ਼ਾਹਾਂ ਦੇ ਬਾਦਸ਼ਾਹ ਨੂੰ ਦਿਖਾਉਂਦਾ ਆ। ਹੁਣ ਉਦਾਂ ਦਾ ਕਮਜ਼ੋਰ ਜਿਹਾ ਹੋ ਕੇ ਨਹੀਂ ਆਉਣ ਵਾਲਾ, ਹੁਣ ਤੇ ਅੱਗ ਦੇ ਰੂਪ ਦੇ ਵਿੱਚ ਆਉਣ ਵਾਲਾ, ਜਿਹਦੇ ਬਾਰੇ ਲਿਖਿਆ ਉਹ ਭਸਮ ਕਰਨ ਵਾਲੀ ਅੱਗ ਆ। ਕੌਣ ਉਹਦੇ ਸਾਹਮਣੇ ਠਹਿਰ ਸਕੇਗਾ? ਕੌਣ ਉਹਦਾ ਸਾਹਮਣਾ ਕਰ ਸਕੇਗਾ? ਪਹਿਲੋਂ ਤੇ ਇਕੱਲਾ ਆਇਆ ਸੀ ਨਾ, ਇੱਕਦਮ ਆਮ ਇਨਸਾਨ ਦੀ ਤਰ੍ਹਾਂ,
ਲੇਕਿਨ ਹੁਣ ਜਿਹਦੇ ਲਈ ਆਇਆ ਸੀ ਨਾ ਉਹ ਵੀ ਉਹਦੇ ਨਾਲ ਆ, ਕਿਉਂਕਿ ਮਕਸਦ ਪੂਰਾ ਹੋ ਚੁੱਕਾ ਆ। ਹਾਲੇਲੂਇਆ। ਹੁਣ ਜਲਾਲ ਵੀ ਅਲੱਗ ਹੀ ਹੋਣਾ ਆ, ਹੁਣ ਟੌਰ ਵੀ ਅਲੱਗ ਹੀ ਹੋਣੀ ਆ, ਤੇ ਹੁਣ ਰਾਜ ਕਰਨ ਦਾ ਤਰੀਕਾ ਵੀ ਅਲੱਗ ਹੀ ਹੋਣਾ ਆ। ਉਦੋਂ ਤੇ ਕਹਿੰਦੇ ਤੈਨੂੰ ਕੌਣ ਕਿਹਨੇ ਠਰਾਇਆ, ਤੂੰ ਕੌਣ ਹੁੰਦਾ ਆ, ਤੂੰ ਇਸਰਾਇਲ ਦਾ ਬਾਦਸ਼ਾਹ ਕਿੱਦਾਂ ਹੋ ਸਕਦਾ, ਜੇ ਹੈਗਾ ਆ ਸਾਬਤ ਕਰ ਸਲੀਬ ਤੋਂ ਉਤਰਿਆ। ਲੇਕਿਨ ਉਹੋ ਹੀ ਹੁਣ ਬਾਅਦ ਚ ਅੱਖਾਂ ਦੇ ਵਿੱਚ ਘਸੁੰਨ ਦੇ ਦੇ ਕੇ ਉਹੋ ਹੀ ਕੌਮ ਰਵੇਗੀ ਜਿਹੜੀ ਕਹਿੰਦੇ ਸੀ ਸਲੀਬ ਤੋਂ ਉਤਰਿਆ। ਉਹ ਸਲੀਬ ਤੋਂ ਤੇ ਨਹੀਂ ਸੀ ਉਤਰਿਆ, ਹੁਣ ਤੀਸਰੇ ਆਕਾਸ਼ ਤੋਂ ਉਤਰਿਆ ਆ। ਔਰ ਜਦੋਂ ਆਵੇਗਾ ਨਾ ਸਾਰੀ ਦੁਨੀਆ ਦੇਖੇਗੀ, ਲੇਕਿਨ ਜਦੋਂ ਦੁਲਹਨ ਦਾ ਰੈਪਚਰ ਹੋਵੇਗਾ ਉਦੋਂ ਕਿਸੇ ਨੇ ਨਹੀਂ ਦੇਖਣਾ, ਉਦੋਂ ਸਿਰਫ ਦੁਲਹਨ ਨੂੰ ਹੀ ਪਤਾ ਲੱਗੇਗਾ ਕਿ ਮੇਰਾ ਦੁਲਹਾ ਆ ਗਿਆ ਆ। ਇਸ ਲਈ ਕਹਿੰਦਾ ਜਾਗਦੇ ਰਹੋ, ਕਿਤੇ ਪਰਤਾਵੇ ਦੇ ਵਿੱਚ ਨਾ ਪੈ ਜਿਓ, ਜਾਗਦੇ ਰਹੋ। ਜਾਗਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਹ ਅੱਖਾਂ ਦੇ ਨਾਲ ਜਾਗਦੇ ਰਹਿਣਾ ਆ, ਆਤਮਿਕ ਤੌਰ ਦੇ ਉੱਤੇ ਜਾਗਦੇ ਰਹਿਣਾ ਆ। ਕੋਈ ਤੁਹਾਨੂੰ ਭਰਮਾਵੇ ਵਿੱਚ ਨਾ ਪਾ ਦੇਵੇ, ਸਾਵਧਾਨ ਰਹੀਓ, ਕਿਸੇ ਦੀ ਗੱਲ ਮਗਰ ਨਾ ਲੱਗ ਜਾਈਓ। ਵਚਨ ਤੁਹਾਡੇ ਘਰ ਤੱਕ ਪਹੁੰਚ ਗਿਆ ਆ, ਤੇ ਜੇ ਫਿਰ ਵੀ ਨਾ ਤੁਸੀਂ ਸੁਧਰੇ ਤੇ ਫਿਰ ਤੁਹਾਡੇ ਨਾਲੋਂ ਬਦ ਨਸੀਬ ਕੋਈ ਨਹੀਂ ਆ। ਆਹ ਜਿਹੜੀ ਪੰਜਾਬੀ ਦੀ ਬਾਈਬਲ ਸਾਡੇ ਹੱਥ ਵਿੱਚ ਦੇਖਦੇ ਨਾ ਅਸੀਂ ਲੋਕ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਬਾਈਬਲ ਦੀ ਕੀਮਤ ਦੇ ਬਾਰੇ 'ਚ। ਇਹ ਕਈਆਂ ਨੂੰ ਫ੍ਰੀ ਦੇ ਵਿੱਚ ਮਿਲਦੀ ਆ, ਕਈਆਂ ਨੂੰ 100 ਰੁਪਏ 'ਚ ਮਿਲ ਜਾਂਦੀ ਆ, ਕਈਆਂ ਨੂੰ 200 ਰੁਪਏ 'ਚ ਮਿਲ ਜਾਂਦੀ ਆ। ਲੇਕਿਨ ਜਦੋਂ ਤੁਹਾਨੂੰ ਇਸ ਦਾ ਪਤਾ ਲੱਗ ਜਾਵੇ ਨਾ, ਤੁਹਾਡੇ ਜਿਹੜੇ ਆਈਫੋਨ ਆ ਉਨੇ ਮਹਿੰਗੇ ਆ ਜਿੰਨੀ ਮਹਿੰਗੀ ਇਹ ਇਸ ਟਾਈਮ ਬਾਈਬਲ ਦੀ ਕੀਮਤ ਆ। ਇਹ ਜਿਹੜੀ ਬਾਈਬਲ, ਇੱਕ ਬਾਈਬਲ ਜਿਹੜੀ ਪੰਜਾਬੀ ਦੀ ਨਾ, ਜਿਹਦੇ ਇੰਨੇ ਪਤਲੇ ਪਤਲੇ ਪੇਜ ਆ, ਇਹਦਾ ਇੱਕ ਪੇਜ 78 ਰੁਪਏ ਦੇ ਵਿੱਚ ਤਿਆਰ ਹੁੰਦਾ ਆ। 78 ਰੁਪਏ ਇੰਡੀਅਨ ਰੁਪਏ ਦੇ 78 ਰੁਪੀਜ਼। ਇਹ ਲਗਭਗ ਇੱਕ ਜਿਹੜੀ ਬਾਈਬਲ ਆ ਇਹ ਲਗਭਗ 80,000 ਰੁਪਏ ਦੇ ਕਰੀਬ ਕੀਮਤ ਦੇ ਵਿੱਚ ਤਿਆਰ ਕੀਤੀ ਜਾਂਦੀ ਆ। 80,000 ਰੁਪਏ ਦੀ ਕੀਮਤ। ਇਹ ਜਿਹੜੀ ਤੁਸੀਂ ਉਦਾਂ ਹੀ ਘਰਾਂ 'ਚ ਰੱਖੀ ਹੋਈ ਨਾ, ਇਹਦਾ ਜਿਹੜਾ ਪੇਜ ਹੈ ਨਾ, ਜਿਹੜਾ ਕਾਗਜ਼ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ, ਇਸ ਤੋਂ ਉੱਪਰ ਨੋਟਾਂ ਦੇ ਲਈ, ਕਰੰਸੀ ਦੇ ਲਈ ਹੀ ਇਸਤੇਮਾਲ ਹੁੰਦਾ ਆ। ਉਸ ਤੋਂ ਦੂਜੇ ਨੰਬਰ ਦਾ ਦੁਨੀਆ ਦਾ ਬੇਸ਼ਕੀਮਤ ਪੇਜ ਆ, ਬੇਸ਼ਕੀਮਤ ਕਾਗਜ਼ ਆ, ਜਿਹਨੂੰ ਤੁਸੀਂ ਉਦਾਂ ਹੀ ਲਿਆ ਕੇ ਘਰ ਦੀਆਂ ਪਰਛੱਤੀਆਂ ਦੇ ਉੱਤੇ ਸ਼ਨੀਲ ਦੇ ਕੱਪੜੇ 'ਚ ਲਪੇਟ ਕੇ ਰੱਖਿਆ ਹੋਇਆ। ਉਹ ਆ ਰਿਹਾ ਆ ਅੱਗ ਦੇ ਰੂਪ ਦੇ ਵਿੱਚ। ਜਿਹੜੇ ਨਾ ਸੁਧਰੇ ਇਹਦਾ ਹਿਸਾਬ ਮੰਗਣਾ ਆ, ਉਹਨੇ ਪੁੱਛਣਾ ਆ ਤੇਰੇ ਘਰ ਦੇ ਵਿੱਚ ਸੀ, ਇਹਨੂੰ ਪੜਿਆ ਕਿਉਂ ਨਹੀਂ? ਤੇਰੇ ਘਰ ਦੇ ਵਿੱਚ ਸੀ, ਇਹ ਤੇ ਚੱਲਿਆ ਕਿਉਂ ਨਹੀਂ? ਔਰ ਜਿਹੜੇ ਇਹਦੇ ਵਾਸਤੇ ਡੋਨੇਸ਼ਨ ਦਿੰਦੇ ਨਾ, ਤੁਹਾਡੇ ਕੋਲ ਤੇ ਪਹੁੰਚ ਜਾਂਦੀ ਫ੍ਰੀ ਦੇ ਵਿੱਚ ਵੀ, 100 ਰੁਪਏ 'ਚ 200 ਰੁਪਏ ਤੱਕ ਵੀ। ਜਿਹੜੇ ਡੋਨੇਸ਼ਨ ਦਿੰਦੇ ਆ ਉਹ ਬੰਦਿਆਂ ਦਾ ਅੱਜ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਆ। ਉਹ ਸਿਰਫ ਪੈਸੇ ਦਿੰਦੇ ਆ ਇਹਨੂੰ ਤਿਆਰ ਕਰਨ ਦੇ ਵਾਸਤੇ, ਕਹਿੰਦੇ ਗੁਪਤ ਰੱਖਿਓ, ਸਾਡਾ ਨਾਂ ਨਾ ਆਵੇ। ਉਹਨਾਂ ਬੰਦਿਆਂ ਦੀ ਉਸ ਲਗਨ ਨੂੰ ਦੇਖੋ, ਉਹਨਾਂ ਬੰਦਿਆਂ ਦੀ ਉਸ ਜਜ਼ਬਾਤ ਨੂੰ ਦੇਖੋ, ਉਹਨਾਂ ਦੇ ਅੰਦਰ ਕਿੰਨੀ ਪਰਮੇਸ਼ਵਰ ਨੇ ਲਗਨ ਪਾਈ ਆ। ਕਿਸੇ ਤਰ੍ਹਾਂ ਤੁਹਾਡੇ ਤੱਕ ਇਹ ਵਚਨ ਪਹੁੰਚ ਸਕੇ, ਕਿਸੇ ਤਰ੍ਹਾਂ ਤੁਸੀਂ ਇਹਨੂੰ ਪੜ੍ਹ ਸਕੋ, ਤਾਂ ਕਿ ਤੁਹਾਨੂੰ ਕੋਈ ਬੇਵਕੂਫ ਨਾ ਬਣਾ ਸਕੇ। ਸੋ ਜਗਦੀਪ ਸਿੰਘ ਜੀ ਸਾਡੇ ਵੱਡੇ ਬ੍ਰਦਰ ਜੀ ਲਿਖ ਰਹੇ ਆ, ਲੱਗਦਾ ਹੁਣ ਮੈਨੂੰ ਵੀ ਪ੍ਰਚਾਰ ਸ਼ੁਰੂ ਕਰਨਾ ਪੈਣਾ ਆ। ਜੀ ਬਿਲਕੁਲ ਜੀ, ਲੋਕੀ ਸਾਡੇ ਨੂੰ ਪਹਿਲਾਂ ਹੀ ਇਹ ਕਹਿੰਦੇ ਆ ਵੀ ਤੁਹਾਡੇ ਵੱਡੇ ਬ੍ਰਦਰ ਜੀ ਨਹੀਂ ਕਿਤੇ ਦਿਸਦੇ ਹੁੰਦੇ, ਨਜ਼ਰ ਆਉਂਦੇ ਹੁੰਦੇ, ਤੇ ਇਹ ਤਾਂ ਬਹੁਤ ਵੱਡੀ ਖੁਦਾ ਦੀ ਆਸ਼ੀਸ਼ ਹੋਵੇਗੀ ਜੇ ਤੁਸੀਂ ਵੀ ਸ਼ੁਰੂ ਕਰੋ ਜੀ। ਸੋ ਦੇਖਦੇ ਆ ਬਚਨ ਦੇ ਵਿੱਚੋਂ ਖੁਦਾਵੰਦ ਖੁਦਾ ਨੇ ਹਰ ਚੀਜ਼ ਦਾ ਹਿਸਾਬ ਮੰਗਣਾ ਆ। ਇਹ ਜਿਹੜੀ ਇੰਨੀ ਕੋਸਟਲੀ ਤੁਹਾਡੇ ਘਰ ਵਿੱਚ ਪਹੁੰਚੀ ਨਾ ਬਾਈਬਲ, ਜਿਹਨੂੰ ਤੁਸੀਂ ਪੜ੍ਹਿਆ ਨਹੀਂ, ਤੁਹਾਨੂੰ ਫ੍ਰੀ 'ਚ ਮਿਲ ਗਈ ਨਾ, ਇਹ ਤੁਹਾਨੂੰ 80,000 ਰੁਪਏ 'ਚ ਖਰੀਦਣੀ ਪਵੇ ਤੇ ਫਿਰ ਤੁਹਾਨੂੰ ਇਹਦੀ ਕੀਮਤ ਦਾ ਪਤਾ ਲੱਗੇ। ਫਿਰ ਤੁਸੀਂ ਸਾਂਭ ਕੇ ਰੱਖੋ, ਫਿਰ ਤੁਸੀਂ ਪਿੰਨ ਲੈ ਕੇ ਤੇ ਕਾਂਡੇ ਮਾਂਡੇ ਨਾ ਮਾਰੋ। ਫਿਰ ਇਹਨੂੰ ਜਿੱਦਾਂ ਤੁਸੀਂ ਫੋਨ ਨੂੰ ਸਾਫ਼ ਕਰਕੇ ਰੱਖਦੇ ਹੋ ਨਾ ਆਪਣੇ ਕੋਲ, ਫਿਰ ਇਹਨੂੰ ਇਦਾਂ ਸਾਫ਼ ਕਰਕੇ ਰੱਖੋ। ਪਰਮੇਸ਼ਵਰ ਨੇ ਸਾਨੂੰ ਹਰ ਚੀਜ਼ ਘਰੇ ਬੈਠੇ ਦੇ ਦਿੱਤੀ ਹੈ, ਇਸ ਲਈ ਸਾਨੂੰ ਉਹਦੀ ਕਦਰ ਨਹੀਂ। ਸੇਵਕ ਵੀ ਘਰਾਂ 'ਚ ਆ ਗਏ ਆ, ਤਾਂ ਕਰਕੇ ਸੇਵਕਾਂ ਦੀ ਵੀ ਕਦਰ ਨਹੀਂ। ਤੁਹਾਨੂੰ ਤੇ ਉਦਾਂ ਦੇ ਬਾਬੇ ਚਾਹੀਦੇ ਸੀ ਜਿਹੜੇ ਟਿੱਲੇ ਦੇ ਉੱਥੇ ਬੈਠੇ ਹੁੰਦੇ ਤੇ ਤੁਸੀਂ ਜਾਂਦੇ ਉੱਥੇ, ਤੁਹਾਨੂੰ ਸਵਾਹ ਖਾਣ ਦੇ ਲਈ ਦਿੰਦੇ, ਫਿਰ ਤੁਹਾਨੂੰ ਪਤਾ ਲੱਗਣਾ ਸੀ ਇਹਦੀ ਕੀਮਤ ਕੀ ਹੈ। ਸੋ ਅਜੀਜੋ, ਫਿਰ ਵੱਧਦੇ ਹਾਂ ਦੁਲਹਨ ਰੈਪਚਰ। ਬਾਕੀ ਬਚਿਆ ਹੋਇਆ ਪੰਜਾਬੀ 'ਚ ਕਵਾਂਗੇ ਗੰਦ, ਜਿਹੜਾ ਰਹਿ ਜਾਣਾ, ਛੱਡਿਆ ਜਾਣਾ ਹੈ। ਸਾੜ ਫੂਕ, ਝਾੜ ਝੂੜ, ਛਾਣੇ ਦੇ ਵਿੱਚ ਛੱਟਣਾ ਨਾ,
ਜਿੰਨੀ ਧੂੜ ਧੂੜਤਾ ਸਾਰੀ ਉੜ ਜਾਣੀ ਆ। ਛੱਜ ਦੇ ਵਿੱਚ ਉਹੀ ਰਹਿ ਜਾਣਾ ਆ ਜਿਹੜਾ ਉਹਦੇ ਵਰਗਾ ਆ ਤੇ ਉਹਦੇ ਲਾਇਕ ਆ, ਜਿਹਨੇ ਤਿਆਰ ਕੀਤਾ ਆਪਣੇ ਆਪ ਨੂੰ। ਬਾਕੀ ਸਭ ਧੂੜ ਧਾੜ ਹੋ ਕੇ ਉੱਡ ਜਾਣੇ ਆ। ਛਾਨਣਾ ਲੱਗਣ ਦਾ ਟਾਈਮ ਆਉਣ ਲੱਗਾ ਆ, ਤਿਆਰ ਹੋ ਜਾਓ। ਪਰ ਉਸ ਛਾਨਣੇ ਨੇ ਕੋਈ ਲਿਹਾਜ਼ ਕਰਨਾ? ਕਹਿੰਦਾ ਸਾਰੇ ਪਾਸੇ ਬਾਜ ਕਵਾਂਗਾ ਇਕੱਠੇ ਕਰੋ। ਜਿਹੜੇ ਬਦਲਾਂ ਤੇ ਉਠਾਏ ਜਾਣ ਦੇ ਲਈ ਤਿਆਰ ਨਹੀਂ ਨਾ ਹੋਏ, ਜਿਹਨਾਂ ਨੇ ਕੀਮਤ ਨੂੰ ਨਹੀਂ ਸਮਝਿਆ, ਹੁਣ ਇਕੱਠੇ ਕਰੋ। ਸਜ਼ਾ ਦੇ ਲਈ ਲੋਹੇ ਦੇ ਡੰਡੇ ਦੇ ਨਾਲ ਇਸ ਧਰਤੀ ਉੱਤੇ ਵੀ ਰਾਜ ਕਰੇਗਾ। ਬਾਅਦ ਵਿੱਚ ਫਿਰ ਅੰਤਿਮ ਨਿਆਏ ਸਫੇਦ ਸਿੰਘਾਸਨ ਦੇ ਸਾਹਮਣੇ ਹੋਵੇਗਾ ਔਰ ਇਹ ਸਾਰੇ ਢੀਠਮਨ ਲੋਕ ਫਿਰ ਉੱਥੇ ਨਿਆਏ ਦੇ ਅੱਗੇ ਖੜੇ ਹੋਣਗੇ ਔਰ ਫਿਰ ਸਜ਼ਾ ਹਮੇਸ਼ਾ ਦੇ ਲਈ ਅੱਗ ਤੇ ਗੰਧਕ ਦੀ ਝੀਲ ਉਸ ਨਰਕ ਦੇ ਵਿੱਚ ਪਾਏ ਜਾਣਗੇ, ਜਿੱਥੇ ਲਿਖਿਆ ਇਹਨਾਂ ਦਾ ਕੀੜਾ ਕਦੇ ਮਰੇਗਾ ਨਹੀਂ। ਅਰਬਾਂ ਸਾਲ ਹੋ ਜਾਣ, ਭਾਵੇਂ ਖਰਬਾਂ ਸਾਲ ਬੀਤ ਜਾਣ, ਉਸ ਅਨੰਤ ਕਾਲ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਟਾਈਮ ਕਿੰਨਾ ਹੈ ਕਿਸੇ ਨੂੰ ਕੋਈ ਪਤਾ ਨਹੀਂ। ਕਦੇ ਨਾ ਖਤਮ ਹੋਣ ਵਾਲੇ ਟਾਈਮ ਦੇ ਵਿੱਚ ਫਿਰ ਭੇਜਣਾ ਆ ਉਹਨੇ। ਤੇ ਕਿੱਡਾ ਮੁਬਾਰਕ ਸਮਾਂ ਰੱਖਿਆ ਉਹਨੇ ਦੁਲਹਨ ਦੇ ਵਾਸਤੇ। ਦੁਲਹਨ ਨਿਆਏ ਦੇ ਵਿੱਚ ਨਹੀਂ ਜਾਣੀ, ਦੁਲਹਨ ਨੇ ਤੇ ਦੁਲਹਨ ਦੇ ਨਾਲ ਜਾਣਾ ਆ, ਤੇ ਦੁਲਹਨ ਨੇ ਲੋਕਾਂ ਦਾ ਨਿਆਂ ਕਰਨਾ ਆ। ਦੁਲਹਨ ਦਾ ਕੋਈ ਨਿਆਂ ਨਹੀਂ ਹੋਣਾ। ਫਿਰ ਵੀ ਅਸੀਂ ਕੀਮਤ ਨੂੰ ਨਹੀਂ ਸਮਝਦੇ, ਫਿਰ ਵੀ ਸਾਡੀ ਸਮਝ ਦੇ ਵਿੱਚ ਆਉਂਦਾ ਨਹੀਂ ਆ ਕਿੱਥੇ ਰੱਖਿਆ ਆ ਦੁਲਹਨ ਨੂੰ। ਹਾਲੇਲੂਇਆ। ਸੋ ਅਸੀਂ ਦੇਖ ਲਿਆ, ਵਰਸ ਪੜ੍ਹ ਲਿਆ ਅਸੀਂ, ਔਰ ਉਸ ਤੋਂ ਬਾਅਦ ਚੱਲਦੇ ਆ ਨੰਬਰ 5। ਤੇ ਮੈਂ ਹੁਣ ਇੱਕ ਗੱਲ ਚੇਤੇ ਰੱਖਿਓ, ਕੱਲ ਨੂੰ ਮੈਂ ਤੁਹਾਡੇ ਕੋਲ ਪੁੱਛਣਾ ਵੀ ਹੈ, ਜਿੰਨੇ ਆਨਲਾਈਨ ਆਉਂਦੇ, ਜਿਹਨਾਂ ਬਾਰੇ ਮੈਨੂੰ ਪਤਾ ਹੈ ਰੈਗੂਲਰ ਆਉਂਦੇ ਆ, ਵੀ ਮੈਂ ਪਹਿਲੇ 4 ਪੁਆਇੰਟ ਜਿਹੜੇ ਸੀਗੇ ਰੈਪਚਰ ਦੇ ਦੱਸੇ ਸੀ ਤੁਹਾਨੂੰ, ਉਹ ਕਿਹੜੇ ਆ, ਤੇ ਜਿਹੜੇ ਦੂਸਰੇ ਆਗਮਨ ਦੇ 4 ਤੁਹਾਨੂੰ ਦੱਸੇ ਸੀਗੇ ਪੁਆਇੰਟ, ਉਹ ਕਿਹੜੇ ਆ। ਇੱਥੋਂ ਫਿਰ ਪਤਾ ਲੱਗ ਜਾਣਾ ਮੈਨੂੰ ਵੀ ਤੁਸੀਂ ਸੁਣ ਰਹੇ ਹੋ ਕਿ ਨਹੀਂ ਸੁਣ ਰਹੇ। ਤੇ ਜੇ ਨਹੀਂ ਸੁਣ ਰਹੇ ਤੇ ਮੇਰੀ ਇੱਕ ਆਦਤ ਆ, ਮੈਂ ਉਹਨਾਂ ਨੂੰ ਸਿਖਾਉਣਾ ਹੈ ਜਿਹੜੇ ਸਿੱਖਣਾ ਚਾਹੁੰਦੇ ਆ। ਜਿਹੜੇ ਕਦਰ ਨਹੀਂ ਕਰਦੇ ਉਹਨਾਂ ਨੂੰ ਨਹੀਂ ਮੈਂ ਸਿਖਾਉਂਦਾ। ਮੈਂ ਤਾਂ ਆਪਣੇ ਚਰਚ ਵਾਲਿਆਂ ਨੂੰ ਦੱਸਦਾ ਸੀਗਾ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਾ ਹੋਏ, ਮੈਂ ਉਹਨਾਂ ਨੂੰ ਚਰਚ ਦੇ ਵਿੱਚ ਵੜਨ ਨਹੀਂ ਦੇਣਾ। ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਨਹੀਂ ਨਜ਼ਰ ਆਉਂਦਾ, ਉਹ ਜਦੋਂ ਆ ਕਰੋਨਾ ਵਾਇਰਸ ਜਾਊਗਾ, ਉਹ ਜਿਹੜੀ ਸੇਵਕਾਈ ਮੈਨੂੰ ਦਿੱਤੀ ਆ ਉਸ ਸੇਵਕਾਈ ਦੇ ਵਿੱਚ ਵੜੂਗਾ ਨਹੀਂ। ਉਹਦਾ ਉਸ ਚਰਚ ਦੇ ਵਿੱਚ ਕੋਈ ਕੰਮ ਨਹੀਂ, ਕਿਉਂਕਿ ਛਾਨਣਾ ਹੁਣ ਜਿੱਥੇ ਉਹ ਲਾਉਣ ਵਾਲਾ ਨਾ, ਜਿੱਥੇ ਉਹਦਾ ਛਾਨਣਾ ਲੱਗਣ ਵਾਲਾ, ਉੱਥੇ ਅਸੀਂ ਵੀ ਹੁਣ ਛਾਨਣਾ ਲਾਉਣ ਜਾ ਰਹੇ ਹਾਂ। ਹੁਣ ਤੇ ਦਾਣੇ ਜਿਹੜੇ ਅਸਲੀ ਆ ਉਹੋ ਹੀ ਰਹਿਣਗੇ, ਝਾੜ ਫੂਕ ਸਾਰੀ ਝਾੜ ਦੇਣੀ ਆ। ਕਿਉਂਕਿ ਕਿਤੇ ਝਾੜ ਫੂਕ ਇਹਨਾਂ ਨੂੰ ਵੀ ਆਪਣੇ ਵਰਗਾ ਨਾ ਬਣਾ ਲਵੇ, ਅਸਲੀ ਦਾਣਿਆਂ ਨੂੰ ਵੀ। ਇਸ ਲਈ ਹੁਣ ਪਰਮੇਸ਼ਰ ਵਰਗੇ ਫੈਸਲੇ ਲੈਣੇ ਪੈਣੇ ਆ, ਕਿਉਂਕਿ ਉਹਦਾ ਰਾਜ ਠੱਠੇ ਕਰਨ ਦਾ ਨਹੀਂ, ਖਿੱਲੀ ਉਡਾਉਣ ਦਾ ਨਹੀਂ, ਬਲਕਿ ਇਹ ਬੜਾ ਹੀ ਇੱਕ ਪਵਿੱਤਰਤਾਈ ਦਾ ਸਿਸਟਮ ਹੈ ਜਿਹਦੇ ਵਿੱਚ ਚੱਲਣਾ ਪਊਗਾ। ਹਾਲੇਲੂਇਆ। ਸੋ ਵੱਧਦੇ ਆ ਨੰਬਰ 5 ਦੇ ਵਿੱਚ। ਪਹਿਲਾਂ ਦੇਖਾਂਗੇ ਰੈਪਚਰ ਦੀ ਹਾਲਤ, ਫਿਰ ਦੇਖਾਂਗੇ ਦੂਸਰੇ ਆਗਮਨ ਦੀ ਹਾਲਤ। रैप्चर की हालत की कहती है, रैप्चर के बाद स्वर्ग में मेमने का विआह है। दुल्हन नूं लैके जाना बदलों के उत्ते, ते फिर जाना आ परमेश्वर दे उस तीसरे आकाश दे विच। तीसरे आकाश दे विच मेमने दे नाल विआह आ दुल्हन दा, जिहड़ा असीं पहलां देख लिया है प्रकाशित वाक्या दे विच। सो रैप्चर दे विच जिहड़ी दुल्हन ने जाना ना, ये स्वर्ग दे विच मेमने दे नाल विआह है इहदा। ते जिन्नू उन्हें विआह के लैके जाना आ स्वर्ग दे विच, जिहदे नाल उन्हें विआह रचाउणा आ, ते ओह ते लै गया विआह रचाउण दे लई। ते फिर वो जिहड़े कहिंदे आ भी इहने महाकलेश च जाना आ, उन्हां नूं हुण पुछो जाके भी तुसीं किद्दां इहनूं महाकलेश दे विच भेजदे हो, इह ते मेमने दे नाल स्वर्ग दे विच आ। स्वर्ग दे प्री मसीह यसू दे नाल ते इहदा विआह रचाया गया है। यसू मसीह विआह फरिश्तियां दे नाल करन दिया, किते लिखिया बाइबल दे विच? विआह ते दुल्हन दे नाल ही होना ना, जिहड़ी 2000 सालां तो तैयार की जा रही है। हालेलुया। विआह उन्हें अब्राहम, इसहाक, यकूब होना दे नाल नहीं करने। विआह उन्हें दाऊद दे नाल नहीं करना, विआह उन्हें सुलेमान दे नाल नहीं करना। वो तो दुल्हे दे दोस्तां दे विच होने आ, दुल्हन असीं होना। हालेलुया।
ਉਹ ਸਾਰੇ ਜਿਨ੍ਹਾਂ ਦੇ ਅਸੀਂ ਅਗਰ ਆਪਣੇ ਜੀਵਨ ਦੇਖੀਏ ਤੇ ਉਹਨਾਂ ਦੀ ਜੁੱਤੀ ਦਾ ਤਸ਼ਮਾ ਖੋਲ੍ਹਣ ਦੇ ਵੀ ਯੋਗ ਨਹੀਂਗਾ, ਲੇਕਿਨ ਇਸ ਦੁਲਹਨ ਦੇ ਲਈ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਕਿੰਨੀ ਕੀਮਤ ਆ ਵੀ ਉਹ ਜਿਹੜੇ ਇੰਨਾ ਕੁਛ ਕਰ ਗੁਜ਼ਰੇ, ਉਹਨਾਂ ਨੂੰ ਵੀ ਇਸ ਦੁਲਹਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰਮੇਸ਼ਵਰ ਨੇ ਨਹੀਂ ਬੁਲਾਇਆ। ਇਹ ਦੁਲਹਨ ਦਾ ਤੇ ਸਿਸਟਮ ਹੀ ਕੁਛ ਅਲੱਗ ਆ। ਇਹ ਦੁਲਹਨ ਨੂੰ ਸਮਝ ਆ ਜਾਵੇ ਨਾ ਤੇ ਫਿਰ ਕਦੇ ਪਾਪ ਕਰਨਾ ਤੇ ਦੂਰ ਦੀ ਗੱਲ ਆ, ਉਹਦਾ ਵਿਚਾਰ ਵੀ ਆਪਣੇ ਅੰਦਰ ਨਾ ਆਉਣ ਦੇਵੇ। ਸੋ ਵਧਾਂਗੇ ਅੱਗੇ, ਉਹਨੂੰ ਸਮਝ ਕੇ ਫਿਰ ਮਜ਼ਾ ਆਉਂਦਾ। ਫਿਰ ਪਾਪ ਕਰਨ ਤੋਂ ਬੰਦੇ ਦੇ ਅੰਦਰ ਖੌਫ ਆਉਂਦਾ ਆ ਕਿ ਮੈਂ ਹੈ ਕੀ ਆ, ਮੇਰਾ ਰੁਤਬਾ ਕੀ ਹੈ। ਬਾਦਸ਼ਾਹ ਦਾ ਮੁੰਡਾ ਗਲੀ ਦੇ ਗਰੀਬ ਝੌਂਪੜੀ ਵਾਲਿਆਂ ਦੇ ਬੱਚਿਆਂ ਦੇ ਨਾਲ ਗੋਟੀਆਂ ਖੇਲਦਾ ਚੰਗਾ ਲੱਗੂਗਾ? ਬਾਦਸ਼ਾਹ ਦਾ ਮੁੰਡਾ ਆਮ ਲੋਕਾਂ ਦੇ ਬੱਚਿਆਂ ਦੇ ਨਾਲ ਜਿੱਦਾਂ ਉਹ ਛਪੜਾਂ ਦੇ ਵਿੱਚ ਨਹਾਉਂਦੇ ਆ ਤੇ ਇਹ ਵੀ ਜਾ ਕੇ ਨਹਾਵੇ, ਚੰਗਾ ਲੱਗੂਗਾ? ਬਾਦਸ਼ਾਹ ਦੇ ਮੁੰਡੇ ਨੂੰ ਆਪਣੀ ਕਦਰ ਹੁੰਦੀ ਆ ਕਿ ਮੈਂ ਕੌਣ ਆ। ਉਸੇ ਤਰ੍ਹਾਂ ਇਸ ਦੁਲਹਨ ਨੂੰ ਆਪਣੇ ਰੁਤਬੇ ਦਾ ਪਤਾ ਹੋਣਾ ਚਾਹੀਦਾ, ਮੈਂ ਹੈ ਕੌਣ ਆ, ਮੇਰਾ ਰੁਤਬਾ ਕੀ ਆ। ਮੈਨੂੰ ਪਰਮੇਸ਼ਵਰ ਨੇ ਸਾਰੇ ਸੰਸਾਰ ਤੋਂ ਚੁਣ ਕੇ ਵੱਖਰਾ ਕਿਉਂ ਕੀਤਾ ਹੈ? ਤੇ ਸਾਰੇ ਸੰਸਾਰ ਚੋਂ ਜਦੋਂ ਚੁਣ ਕੇ ਵੱਖਰਾ ਕੀਤਾ, ਵੱਖਰੇ ਕਰਨ ਦਾ ਮਤਲਬ ਕੀ ਆ? ਤੂੰ ਸੰਸਾਰ ਵਰਗਾ ਨਹੀਂ ਆ, ਤੂੰ ਸੰਸਾਰ ਵਾਂਗੂ ਚੱਲ ਨਹੀਂ ਸਕਦਾ, ਤੇਰਾ ਰਹਿਣ ਸਹਿਣ ਸੰਸਾਰ ਵਰਗਾ ਨਹੀਂ ਹੋ ਸਕਦਾ, ਤੇਰੇ ਕੰਮ ਸੰਸਾਰ ਵਰਗੇ ਨਹੀਂ ਹੋ ਸਕਦੇ, ਕਿਉਂਕਿ ਤੂੰ ਅਸਮਾਨੀ ਹੈ, ਜ਼ਮੀਨੀ ਨਹੀਂ। ਇਸ ਲਈ ਤੇਰਾ ਸਾਰਾ ਸਿਸਟਮ ਵੀ ਮੈਨੂੰ ਅਸਮਾਨੀ ਚਾਹੀਦਾ ਆ। ਤੇ ਅਸਮਾਨੀ ਸਿਸਟਮ ਦੇ ਬਾਰੇ ਸੰਤ ਪੌਲੁਸ ਨੇ ਲਿਖ ਕੇ ਦੇ ਦਿੱਤਾ ਆ। ਸਾਡੇ ਨਾਲ ਸਯੋਨ ਪਰੇ ਟਾਵਰ ਤੋਂ ਵੀ ਜੁੜੇ ਨੇ। ਖੁਦਾ ਪਾਸ਼ੀ ਬਹੁਤ ਜ਼ਿਆਦਾ ਆਸ਼ੀਸ਼ ਔਰ ਬਰਕਤ ਦੇਵੇ। ਦੁਆ 'ਚ ਯਾਦ ਰੱਖਣਾ ਜੀ, ਪਾਸਟਰ RL ਗੁਪਤਾ ਜੀ ਸਾਡੇ ਨਾਲ ਜੁੜੇ ਹੋਏ ਨੇ। ਖੁਦਾ ਉਹਨਾਂ ਨੂੰ ਬੜੀ ਆਸ਼ੀਸ਼ ਦੇਵੇ। ਸੋ ਸਮਝਣਾ ਆ, ਖੁਦਾ ਦੇ ਇੰਤਜ਼ਾਮ ਨੂੰ ਸਮਝੀਏ ਤੇ ਫਿਰ ਮਜ਼ਾ ਆ। ਅਸੀਂ ਸੰਸਾਰ ਵਾਂਗੂ ਨਹੀਂ ਚੱਲ ਸਕਦੇ। ਇਸ ਲਈ ਸੰਤ ਪੌਲੁਸ ਕਹਿੰਦਾ, ਮੈਂ ਤੀਸਰੇ ਆਕਾਸ਼ ਦੇ ਉੱਤੇ ਅਚਾਨਕ ਉਠਾਇਆ ਗਿਆ, ਕੀ ਸਰੀਰ ਸਹਿਤ ਤੇ ਕੀ ਸਰੀਰ ਰਹਿਤ ਮੈਨੂੰ ਨਹੀਂ ਪਤਾ। ਉੱਥੇ ਕਹਿੰਦਾ ਜਿਹੜਾ ਮੈਂ ਇੰਤਜ਼ਾਮ ਦੇਖਿਆ ਨਾ, ਮੈਂ ਨਹੀਂ ਸਮਝਦਾ ਉਹਦੀ ਵਿਆਖਿਆ ਇਨਸਾਨਾਂ ਦੇ ਵਿੱਚ ਕੀਤੀ ਜਾਵੇ, ਮਨੁੱਖਾਂ ਦੇ ਵਿੱਚ ਕੀਤੀ ਜਾਵੇ। ਸੋ ਅਸੀਂ ਉਸ ਤੀਸਰੇ ਆਕਾਸ਼ ਦੇ ਵਾਸੀ ਹਾਂ, ਪਰਮੇਸ਼ਵਰ ਦੇ ਘਰ 'ਚ ਜਨਮੇ ਹੋਏ ਹਾਂ। ਇਸ ਸੰਸਾਰ ਵਰਗੇ ਨਹੀਂ, ਇਹਨਾਂ ਵਾਂਗੂ ਨਹੀਂ ਅਸੀਂ ਰਹਿ ਸਕਦੇ, ਇਹਨਾਂ ਵਾਲੇ ਸਿਸਟਮਾਂ ਨੂੰ ਅਸੀਂ ਨਹੀਂ ਅਪਣਾ ਸਕਦੇ। ਇਹੋ ਹੀ ਦੁਲਹਨ ਆ ਤੇ ਦੁਲਹਨ ਉਹੀ ਬਾਨੀ ਆ ਜਿਹਨੇ ਸੰਸਾਰ ਦੇ ਸਿਸਟਮ ਨੂੰ ਨਹੀਂ ਅਪਣਾਇਆ। ਉਹ ਸਵਰਗੀ ਆ ਤੇ ਉਹਨੂੰ ਸਵਰਗ ਦੇ ਵਿੱਚ ਪਹੁੰਚਾਉਣ ਦੇ ਲਈ ਯਿਸੂ ਮਸੀਹ ਨੇ ਆਉਣਾ ਹੈ। ਇਸ ਦੀ ਕੀਮਤ ਨੂੰ ਸਮਝੀਏ। ਹਾਲੇਲੂਇਆ। सो पंजवा पॉइंट की देखा सी, रैप्चर के बाद स्वर्ग में मेमने का विआह है। दूसरे पासे असी दूसरे आगमन च देखते हैं, विआह के बाद युद्ध दिते आगमन पाया। विआह के बाद युद्ध है ते दिते आगमन है, लेकिन दुल्हन का सिस्टम की है? दुल्हन का विआह है। ते रैप्चर तो बाद आगमन दे विच की है? विआह के बाद ये सारा कुछ होना है, जिहड़ा उन्हें धरती दे उत्ते आके सारा कुछ स्थापित करना है। नंबर 6, क्षण भर में पलक झपकते ही होगा। ਜਿਹੜਾ ਦੁਲਹਨ ਦਾ ਸਿਸਟਮ ਕੀ ਹੈ? क्षण भर ਦੇ ਵਿੱਚ। ਲੇਕਿਨ ਆਗਮਨ ਦਾ ਸਿਸਟਮ ਕੀ ਹੈ ਭਲਾ? ਆਗਮਨ ਦਾ ਸਿਸਟਮ ਹੈਗਾ ਆ ਵੀ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਦੇ ਉੱਤੇ ਆਉਣਾ ਆ। ਉਹ क्षण ਭਰ ਲਈ ਥੋੜੀ ਹੋਣਾ। ਉਹਦੇ ਬਾਰੇ ਤੇ ਸਿੱਧਾ ਸਿੱਧਾ ਲਿਖਿਆ 1000 ਸਾਲ ਦੇ ਲਈ, ਔਰ ਉਹ 1000 ਸਾਲ ਉਸ ਤਰੀਕੇ ਦਾ 1000 ਸਾਲ ਨਹੀਂ ਹੈ ਜਿੱਦਾਂ ਅਸੀਂ ਬਾਈਬਲ 'ਚ ਦੇਖਦੇ ਹਾਂ। ਪਾਸਟਰ ਜੈਮ ਸਿੱਕੀ ਕਹਿ ਰਹੇ, ਜੈਮ ਸਿੱਕੀ ਪਾਸਟਰ ਜੀ, RL ਗੁਪਤਾ ਜੀ, ਤੁਹਾਡੀ ਜੈਮ ਸਿੱਕੀ ਕਬੂਲ ਜੀ। ਸਾਡੇ ਵੱਲੋਂ ਵੀ ਜੈਮ ਸਿੱਕੀ ਕਬੂਲ ਕਰੋ ਜੀ। ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਦੇਵੇ। ਦੁਆ 'ਚ ਯਾਦ ਰੱਖਣਾ। ਸੋ ਸਮਝੀਏ, ਦੁਲਹਨ ਦਾ ਸਿਸਟਮ क्षण ਭਰ ਦੇ ਵਿੱਚ ਖੁਦਾ ਦਾ ਦਾਸ ਸੰਤ ਪੌਲੁਸ ਕੇ ਲਿਖਦਾ ਆ ਥੈਸਲੋਨੀਕੇ ਦੇ ਵਿੱਚ, ਪਹਿਲਾਂ ਜਿਹੜੇ ਜੀ ਉੱਠੇ, ਫਿਰ ਪਹਿਲਾਂ ਜਿਹੜੇ ਸੋ ਗਏ ਆ ਉਹ ਜੀ ਉੱਠਣਗੇ। ਅਸੀਂ ਜਿਹੜੇ ਜਿਉਂਦੇ ਆ ਅੱਖ ਦੀ ਝਪਕੀ ਦੇ ਨਾਲ ਹੀ ਹੋਰ ਹੋ ਜਾਵਾਂਗੇ। ਇਹ ਤੇ ਸਿਸਟਮ ਹੀ ਇੰਨਾ ਕਾ, ਰੈਪਚਰ ਦਾ ਤੇ ਸਿਸਟਮ ਹੀ ਸਿਰਫ ਇੰਨਾ ਆ। ਤੇ ਹੁਣ ਜਿਹੜੇ ਕਹਿੰਦੇ ਵੀ ਰੈਪਚਰ ਨਹੀਂ ਹੋਣਾ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿੱਦਾਂ ਕਹਿੰਦੇ ਹੋ ਜੀ? ਤੁਸੀਂ ਕਿੱਦਾਂ ਕਹਿੰਦੇ ਹੋ ਦੁਲਹਨ ਮਹਾਕਲੇਸ਼ ਦੇ ਵਿੱਚ ਪ੍ਰਵੇਸ਼ ਕਰੇਗੀ? ਜੇ ਦੁਲਹਨ ਨੇ ਮਹਾਕਲੇਸ਼ ਦੇ ਵਿੱਚ ਪ੍ਰਵੇਸ਼ ਕਰਨਾ ਹੈ ਤੇ ਫਿਰ ਸਾਨੂੰ ਵੀ ਦੂਜਿਆਂ ਵਾਂਗੂ ਜੀਣਾ ਚਾਹੀਦਾ ਹੈ, ਕਿਉਂਕਿ ਫਿਰ ਤਾਂ ਸਾਡੇ ਅੱਗੇ ਉਮੀਦ ਹੀ ਕੋਈ ਨਹੀਂ। ਸਾਡੀ ਉਮੀਦ ਆ, ਸਾਡੀ ਸਭ ਤੋਂ ਵੱਡੀ ਆਸ਼ਾ ਦੀ ਵਜ੍ਹਾ ਆ ਉਹ ਆਗਮਨ ਆ ਜਿਹੜਾ ਸਾਡੇ ਲਈ ਹੋਣਾ ਹੈ।
ਜਿੱਦਾਂ ਇਸਰਾਏਲੀਆਂ ਦੇ ਲਈ ਉਹਦਾ ਪ੍ਰਗਟ ਹੋਣਾ ਉਹਨਾਂ ਲਈ ਸਭ ਤੋਂ ਵੱਡੀ ਆਸ਼ਾ ਆ, ਪ੍ਰਤੱਖ ਰੂਪ ਦੇ ਵਿੱਚ ਜਿੱਦਾਂ ਉਹਨਾਂ ਤੇ ਪ੍ਰਗਟ ਹੋਣਾ, ਉਦਾਂ ਹੀ ਇਸ ਦੁਲਹਨ ਦੇ ਲਈ ਉਸ ਰੈਪਚਰ ਦਾ ਉਹ क्षण ਸਭ ਤੋਂ ਵੱਡੀ ਸਾਡੇ ਲਈ ਉਮੀਦ ਤੇ ਸਭ ਤੋਂ ਵੱਡੀ ਆਸ਼ਾ ਹੈ। ਭਾਵੇਂ ਅਸੀਂ ਜਿਉਂਦੇ ਹੋਈਏ ਤਾਂ ਵੀ ਸਾਡੇ ਲਈ ਆਸ਼ਾ ਆ, ਕਿਉਂਕਿ ਲਿਖਿਆ ਕੀ ਆ, ਕਹਿੰਦਾ ਜਿਹੜੇ ਪਹਿਲਾਂ ਸੌਂ ਗਏ ਆ ਉਹ ਪਹਿਲਾਂ ਜੀ ਉੱਠਣਗੇ। ਜੇ ਤੇ ਅਸੀਂ ਉਹਦੀ ਆਮਦ ਤੋਂ ਪਹਿਲਾਂ ਸੌਂ ਵੀ ਗਏ ਆ ਤਾਂ ਵੀ ਅਸੀਂ ਬੇਉਮੀਦੀ ਦੇ ਵਿੱਚ ਨਹੀਂ ਆ, ਤੇ ਜੇ ਜਿਉਂਦੇ ਆ ਫਿਰ ਤੇ ਗੱਲ ਹੀ ਕੁਛ ਹੋ ਰਿਹਾ। ਹਾਲੇਲੂਇਆ। ਸੋ ਸਾਡੇ ਲਈ ਦੋਨੇ ਗੱਲਾਂ ਆਸ਼ੀਸ਼ ਦੀਆਂ ਆ, ਸਾਡੇ ਲਈ ਦੋਨੇ ਗੱਲਾਂ ਬਰਕਤ ਦੀਆਂ ਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਅੱਗੇ ਵਧਾਂਗੇ। ਹਾਲੇਲੂਇਆ। ਸੋ ਕੀ ਦੇਖਦੇ ਆ ਵੀ ਰੈਪਚਰ ਤੋਂ ਬਾਅਦ 5 ਨੰਬਰ ਅਸੀਂ ਦੇਖ ਲਿਆ ਵੀ ਉੱਥੇ ਸਵਰਗ ਦੇ ਵਿੱਚ ਸ਼ਾਦੀ ਆ ਮੇਮਨੇ ਦੇ ਨਾਲ, ਲੇਕਿਨ ਦੂਸਰੇ ਪਾਸੇ ਅਸੀਂ 5 ਨੰਬਰ 'ਚ ਦੇਖਦੇ ਆ ਵੀ ਵਿਆਹ ਤੋਂ ਬਾਅਦ ਜਿਹੜਾ ਹੈ ਨਾ ਯੁੱਧ ਆ ਤੇ ਉਹਦਾ ਆਗਮਨ ਆ, ਧਰਤੀ ਦੇ ਉੱਤੇ ਸਾਰਾ ਕੁਝ ਹੋਣ ਵਾਲਾ ਆ। ਹਾਲੇਲੂਇਆ। ਜਿੱਥੇ ਉੱਪਰ ਇਹ ਸਭ ਕੁਝ ਹੁੰਦਾ ਹੋਣਾ ਨਾ, ਜਦੋਂ ਮੇਮਣੇ ਦਾ ਵਿਆਹ ਹੁੰਦਾ ਹੋਣਾ ਆ, ਜਦੋਂ ਦੁਲਹਨ ਖੁਸ਼ ਹੁੰਦੀ ਹੋਣੀ ਆ, ਤੇ ਦੁਲਹਨ ਨੇ ਉਦੋਂ ਇਹ ਸਾਰਾ ਮੰਜ਼ਰ ਧਰਤੀ ਉੱਤੇ ਹੁੰਦੇ ਵੀ ਦੇਖਣਾ ਆ। ਉਦੋਂ ਤੇ ਦੁਲਹਨ ਨੇ ਆਪਣੇ ਦੁਲਹੇ ਦੀ ਤਾਰੀਫ ਕਰਨੀ ਨਾ, ਉਦੋਂ ਤੇ ਦੁਲਹਨ ਨੂੰ ਪਤਾ ਲੱਗਣਾ ਆ ਮੇਰੇ ਦੁਲਹੇ ਨੇ ਮੇਰੇ ਉੱਤੇ ਕਿੱਡਾ ਵੱਡਾ ਰਹਿਮ ਕੀਤਾ ਆ, ਕਿਉਂਕਿ ਲਿਖਿਆ ਉਹ ਦਿਨ ਇੰਨਾ ਭਿਆਨਕ ਹੋਵੇਗਾ। ਅਗਰ ਉਹ ਦਿਨ ਘਟਾਏ ਨਾ ਜਾਂਦੇ ਤੇ ਇਸ ਧਰਤੀ ਦੇ ਉੱਤੇ ਕੋਈ ਜੀਵ ਬਚਦਾ ਨਾ। ਜਦੋਂ ਇਸ ਧਰਤੀ ਉੱਤੇ ਉਹ ਮੰਜ਼ਰ ਹੋ ਰਿਹਾ ਹੋਣਾ ਆ, ਦੁਲਹਨ ਨੇ ਤੀਸਰੇ ਆਕਾਸ਼ ਤੋਂ ਆਪਣੀਆਂ ਅੱਖਾਂ ਦੇ ਨਾਲ ਉਸ ਮੰਜ਼ਰ ਨੂੰ, ਉਸ ਸਾਰੇ ਕੰਮ ਨੂੰ ਧਰਤੀ ਦੇ ਵਾਸੀਆਂ ਦੇ ਉੱਤੇ ਵਾਪਰਦਿਆਂ ਹੋਇਆਂ ਦੇਖਣਾ ਆ। ਧਰਤੀ ਦੇ ਉੱਤੇ ਰਾਜਿਆਂ ਦੀਆਂ ਲੜਾਈਆਂ ਨੂੰ ਦੇਖਣਾ ਆ, ਮਸੀਹ ਵਿਰੋਧੀ ਦੇ ਅਤਿਆਚਾਰ ਨੂੰ ਦੇਖਣਾ ਆ। ਔਰ ਸਾਰਾ ਅਤਿਆਚਾਰ ਜਦੋਂ ਉਹਨੇ ਦੁਲਹਨ ਨੇ ਦੇਖਣਾ ਆ, ਫਿਰ ਦੁਲਹਨ ਨੂੰ ਆਪਣੀ ਕੀਮਤ ਦਾ ਪਤਾ ਲੱਗਣਾ, ਮੈਂ ਹੈ ਕੀ ਸੀ, ਮੇਰੇ ਲਈ ਪਰਮੇਸ਼ਵਰ ਨੇ ਐਡਾ ਇੰਤਜ਼ਾਮ ਕੀਤਾ ਕਿਉਂ ਆ। ਫਿਰ ਜਿੱਦਾਂ ਫਰਿਸ਼ਤੇ ਕਹਿੰਦੇ ਨਾ, ਫਿਰ ਇਹਨਾਂ ਦੇ ਮੂੰਹ ਦੇ ਵਿੱਚੋਂ ਉਦਾਂ ਹੀ ਨਿਕਲੂਗਾ, ਪਵਿੱਤਰ 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 ਸੈਨਾਵਾਂ ਕਾ ਯਹੋਵਾ ਪਵਿੱਤਰ, ਜਿਹਨੇ ਸਾਨੂੰ ਆਪਣੀ ਪਵਿੱਤਰਤਾਈ ਦੇ ਵਿੱਚ ਬੁਲਾਇਆ ਹੈ। ਸੋ ਜੀ ਜੋ ਕੀਮਤ ਨੂੰ ਸਮਝੋ। ਇਹ ਵਿਸ਼ਾ ਕੋਈ ਆਮ ਵਿਸ਼ਾ ਨਹੀਂ ਆ, ਇਹ ਵਿਸ਼ਾ ਸਿਰਫ ਸਵਾਦ ਲੈਣ ਦਾ ਵਿਸ਼ਾ ਨਹੀਂ ਆ। ਇਹ ਵਿਸ਼ਾ ਸਿਰਫ ਇਸ ਲਈ ਨਹੀਂ ਆ ਕਿ ਮੈਂ ਤੁਹਾਨੂੰ ਵਧੀਆ ਗੱਲਾਂ ਕਰਕੇ ਤੇ ਆਪਣੇ ਆਪ ਦੇ ਵਿੱਚ ਇੱਕ ਪ੍ਰੌੜ ਵਾਲਾ ਬਣ ਜਾਵਾਂ, ਮੈਂ ਬੜਾ ਵਧੀਆ ਦੱਸ ਰਿਹਾ ਆ। ਇਹ ਵਿਸ਼ਾ ਨਹੀਂ ਆ ਕਿ ਤੁਸੀਂ ਇਹਨੂੰ ਸਿੱਖ ਕੇ ਤੇ ਸੋਚੋ ਕਿ ਕੋਈ ਗੱਲ ਨਹੀਂ, ਸਾਡੇ ਕੋਲ ਵੀ ਹੁਣ ਗਿਆਨ ਦੀਆਂ ਗੱਲਾਂ ਆ ਗਈਆਂ ਤੇ ਲੋਕਾਂ ਨਾਲ ਸ਼ੇਅਰ ਕਰਕੇ ਅਸੀਂ ਵੀ ਆਪਣੀ ਟੌਰ ਬਣਾਵਾਂਗੇ। ਇਹ ਵਿਸ਼ਾ ਇਸ ਲਈ ਨਹੀਂ ਆ। ਜੇ ਅਸੀਂ ਇਸ ਵਿਸ਼ੇ ਨੂੰ ਇਸ ਤਰੀਕੇ ਨਾਲ ਲੈ ਰਹੇ ਹਾਂ, ਫਿਰ ਹਾਏ ਆ ਸਾਡੇ ਉੱਤੇ, ਫਿਰ ਸਰਾਪ ਆ ਸਾਡੇ ਉੱਤੇ, ਫਿਰ ਲਾਨਤ ਆ ਸਾਡੇ ਉੱਤੇ। ਪਰ ਜੇ ਅਸੀਂ ਇਸ ਵਿਸ਼ੇ ਨੂੰ ਇਸ ਤਰੀਕੇ ਦੇ ਨਾਲ ਔਰ ਇੰਨੀ ਸੰਜੀਦਗੀ ਦੇ ਨਾਲ ਲੈ ਰਹੇ ਹਾਂ ਕਿ ਮੈਂ ਤਿਆਰ ਹਾਂ, ਜੇ ਤਿਆਰ ਨਹੀਂ ਆ ਤੇ ਮੈਂ ਇਹ ਫੈਸਲਾ ਲਵਾਂ ਮੈਂ ਤਿਆਰ ਹੋਵਾਂਗਾ। ਅਜੇ ਵੀ ਉਹਦਾ ਰਹਿਮ ਮੇਰੇ ਉੱਤੇ ਬਣਿਆ ਹੋਇਆ ਆ, ਅਜੇ ਵੀ ਮੇਰੇ ਕੋਲ ਵੇਲਾ ਆ, ਅਜੇ ਤੁਰੀ ਫੂਕੀ ਨਹੀਂ ਗਈ, ਅਜੇ ਲਲਕਾਰ ਦੇ ਨਾਲ ਉਹ ਆਇਆ ਨਹੀਂ, ਅਜੇ ਉਹਦੇ ਆਉਣ ਦੇ ਵਿੱਚ ਟਾਈਮ ਆ। ਮੈਂ ਅੱਜ ਹੀ ਫੈਸਲਾ ਲੈ ਸਕਦਾ ਹਾਂ, ਅੱਜ ਹੀ ਮੇਰੇ ਕੋਲ ਫੈਸਲਾ ਲੈਣ ਦਾ ਟਾਈਮ ਹੈਗਾ ਆ, ਅੱਜ ਹੀ ਮੈਂ ਨਿਰਣੇ ਲੈ ਸਕਦਾ ਹਾਂ। ਮੈਂ ਸੰਸਾਰ ਵਾਂਗੂ ਜੀਂਦਾ ਸੀ ਪਰ ਹੁਣ ਨਹੀਂ ਜੀਵਾਂਗਾ, ਮੈਂ ਸੰਸਾਰ ਵਾਂਗੂ ਚੱਲਦਾ ਸੀ ਪਰ ਹੁਣ ਨਹੀਂ ਚੱਲਾਂਗਾ। ਜੇ ਤੇ ਮੈਂ ਫੈਸਲਾ ਲੈ ਸਕਦਾ ਹਾਂ ਫਿਰ ਗੱਲ ਹੀ ਕੁਛ ਅਲੱਗ ਹੈ, ਫਿਰ ਮਜ਼ਾ ਹੈ। ਤੇ ਜੇ ਇਕੱਲਾ ਸਿਰਫ ਅਸੀਂ ਸੁਣਾਉਣ ਦੇ ਵਿੱਚ ਮਜ਼ਾ ਲਈਏ, ਤੁਸੀਂ ਸੁਣਨ ਦੇ ਵਿੱਚ ਮਜ਼ਾ ਲਓ, ਤੇ ਫਿਰ ਅਸੀਂ ਗਿਆਨ ਇਕੱਠਾ ਕਰਕੇ ਤੇ ਆਪਣੇ ਆਪ ਨੂੰ ਗਿਆਨ ਦੇ ਵਿੱਚ ਇੱਕ ਪ੍ਰੌਢੀ ਸਮਝੀਏ, ਫਿਰ ਸਾਡੇ ਉੱਤੇ ਹਾਏ ਆ, ਸਾਡੇ ਉੱਤੇ ਸਰਾਪ ਆ, ਸਾਡੇ ਉੱਤੇ ਲਾਨਤ ਆ। ਪਰ ਜੇ ਅਸੀਂ ਫੈਸਲਾ ਲੈਂਦੇ ਹਾਂ ਫਿਰ ਅਸੀਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਮੁਬਾਰਕ ਆ, ਔਰ ਉਹਦਾ ਜਿਹੜਾ ਇੰਤਜ਼ਾਮ ਸਾਡੇ ਲਈ ਠਹਿਰਾਇਆ ਗਿਆ ਆ ਉਹਦੇ ਵਿੱਚ ਫਿਰ ਸਾਨੂੰ ਆਨੰਦ ਆਵੇਗਾ। ਸੋ ਮੈਂ ਮਾਫੀ ਚਾਹੁੰਦਾ ਹਾਂ, ਕੱਲ ਵੀ ਤਕਰੀਬਨ 2.25 ਘੰਟੇ ਹੋ ਗਏ ਸੀਗੇ ਤੇ ਅੱਜ ਵੀ ਮੇਰੇ ਖਿਆਲ ਦੇ ਨਾਲ 1 ਘੰਟਾ ਤੇ 20 ਮਿੰਟ ਹੋ ਚੁੱਕੇ ਆ। ਸੋ ਸਮਾਂ ਕਾਫੀ ਲੈ ਲਿਆ ਤੁਹਾਡਾ, ਤੇ ਮੈਂ ਚਾਹੁੰਦਾ ਇੱਥੇ ਅਸੀਂ ਵਿਸ਼ਰਾਮ ਕਰੀਏ ਤੇ ਕੱਲ ਨੂੰ ਅਸੀਂ ਫਿਰ ਇਸ ਵਿਸ਼ੇ ਨੂੰ ਖੁਦਾ ਦੇ ਫਜ਼ਲ ਦੇ ਵਿੱਚ ਸਿੱਖਾਂਗੇ। ਅੱਗੇ ਜਾ ਕੇ ਦੁਆ ਬੜੀ ਜ਼ਰੂਰੀ ਹੈ। ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ, ਜੇ ਅਸੀਂ ਇਸ ਵਿਸ਼ੇ ਨੂੰ ਵਾਕਿਆ ਹੀ ਗਹਿਰਾਈ ਦੇ ਵਿੱਚ ਸਿੱਖਣਾ ਚਾਹੁੰਦੇ ਹਾਂ, ਸੰਜੀਦਗੀ 'ਚ ਸਿੱਖਣਾ ਚਾਹੁੰਦੇ ਹਾਂ, ਔਰ ਉਹਦੀ ਆਮਦ ਦੇ ਲਈ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ, ਉਸ ਰੈਪਚਰ ਦੇ ਦਿਨ ਦੇ ਲਈ ਅਸੀਂ ਤਿਆਰ ਹੋਣਾ ਚਾਹੁੰਦੇ ਹਾਂ, ਤੇ ਫਿਰ ਤੁਸੀਂ ਲਗਾਤਾਰ ਪ੍ਰਾਰਥਨਾ ਕਰੋ। ਇੱਕ ਪਲ ਲਈ ਵੀ ਆਪਣੀ ਅੱਖ ਨੂੰ ਝਪਕਣ ਨਾ ਦਿਓ, ਮੀਂਜ ਆਤਮਾ ਦੇ ਵਿੱਚ ਜਾਗਦੇ ਰਹੋ, ਔਰ ਜਿੰਨਾ ਟਾਈਮ ਮਿਲਦਾ ਹੈ ਉਹਨੇ ਟਾਈਮ ਦੇ ਵਿੱਚ ਇਸ ਵਿਸ਼ੇ ਦੇ ਲਈ ਪ੍ਰਾਰਥਨਾ ਕਰਦੇ ਰਹੋ ਕਿ ਖੁਦਾ
ਸਾਨੂੰ ਆਪਣੇ ਇਹਨਾਂ ਭੇਤਾਂ ਨੂੰ ਹੋਰ ਜ਼ਿਆਦਾ ਸਰਲ ਤਰੀਕੇ ਦੇ ਨਾਲ ਸਾਡੇ ਉੱਤੇ ਖੋਲ, ਔਰ ਸਾਡੇ ਅੰਦਰ ਉਸੇ ਤਰ੍ਹਾਂ ਤੇਰਾ ਭੈ ਆਵੇ, ਉਹ ਭੈ ਆਵੇ ਜਿਹੜਾ ਸਾਡੀ ਮੁਕਤੀ ਤੇ ਨਜਾਤ ਦਾ ਕਾਰਨ ਬਣੇ। ਸਾਡੇ ਅੰਦਰ ਉਹ ਡਰ ਪੈਦਾ ਹੋਵੇ ਜਿਹੜਾ ਸਾਨੂੰ ਪਾਪ ਦੀ ਉਸ ਸਜ਼ਾ ਤੋਂ ਜਾਣੂ ਕਰਾਵੇ, ਔਰ ਸਾਨੂੰ ਪਤਾ ਲੱਗੇ ਕਿ ਪਰਮੇਸ਼ਵਰ ਨੇ ਕਿੱਡਾ ਵੱਡਾ ਰਹਿਮ ਕੀਤਾ ਆ, ਉਸ ਪਾਪ ਤੋਂ ਸਾਨੂੰ ਛੁਡਾ ਕੇ ਉਸ ਪਾਪ ਦੇ ਕੰਮਾਂ ਨੂੰ ਮਾਫ ਕਰਕੇ ਕਿੱਡੀ ਵੱਡੀ ਉਹਨੇ ਆਪਣੀ ਕੁਦਰਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਆ, ਔਰ ਕਿੱਡਾ ਵੱਡਾ ਉਹਨੇ ਸਾਨੂੰ ਇੱਕ ਜਲਾਲੀ ਮੁਕਾਮ ਦੇਣ ਦੇ ਲਈ ਇੱਕ ਸਿਸਟਮ ਨੂੰ ਬਣਾਇਆ ਆ। ਉਸ ਸਿਸਟਮ ਦੇ ਵਿੱਚ ਅਸੀਂ ਦਾਖਲ ਹੋ ਸਕੀਏ, ਇਹਦੇ ਲਈ ਤੁਹਾਡੀ ਦੁਆ ਦੀ ਜ਼ਰੂਰਤ ਆ। ਲਗਾਤਾਰ ਦੁਆ ਦੇ ਵਿੱਚ ਬਣੇ ਰਹਿਣਾ। ਕੱਲ੍ਹ ਨੂੰ ਅਸੀਂ ਫਿਰ ਨਿਊਯਾਰਕ ਦੇ ਟਾਈਮ ਦੇ ਮੁਤਾਬਕ 10 ਵਜੇ ਔਰ ਇੰਡੀਆ ਟਾਈਮ ਦੇ ਮੁਤਾਬਕ 7:30 ਵਜੇ ਸਵੇਰ, ਨਿਊਯਾਰਕ ਦੇ ਟਾਈਮ ਦੇ ਮੁਤਾਬਕ ਰਾਤ 10 ਵਜੇ ਔਰ ਇੰਡੀਆ ਦੇ ਟਾਈਮ ਸਵੇਰ 7:30 ਵਜੇ ਅਸੀਂ ਫਿਰ ਸਭ ਲੋਕ ਇਕੱਠੇ ਹੋਵਾਂਗੇ। ਖੁਦਾ ਤੁਹਾਨੂੰ ਬਹੁਤ ਜ਼ਿਆਦਾ ਆਸ਼ੀਸ਼ ਔਰ ਬਰਕਤ ਦੇਵੇ। ਆਓ ਅਸੀਂ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾਵੰਦ, ਖੁਦਾ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੀ ਇਸ ਮੁਬਾਰਕ ਸ਼ਾਮ ਦੇ ਵਾਸਤੇ। ਖੁਦਾਵੰਦ, ਤੁਸੀਂ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕੀਤੀ, ਤੁਹਾਡਾ ਧੰਨਵਾਦ ਕਰਦੇ ਹਾਂ। ਜੋ ਕੁਝ ਵੀ ਅਸੀਂ ਸੁਣਿਆ ਖੁਦਾਵੰਦਾ, ਉਹਦੀਆਂ ਬਰੀਕੀਆਂ ਨੂੰ ਸਮਝਦੇ ਹੋਏ ਹਰ ਜ਼ਿੰਦਗੀ ਇਹ ਫੈਸਲਾ ਲਵੇ ਕਿ ਮੈਂ ਉਸ ਮਹਾਨ ਦਿਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ ਜਦੋਂ ਦੁਲਹਾ ਮੈਨੂੰ ਲੈਣ ਦੇ ਲਈ ਆ ਰਿਹਾ ਹੈ। ਮੇਰਾ ਇੱਕੋ ਮਕਸਦ ਹੋਵੇ, ਮੈਂ ਆਪਣੇ ਦੁਲਹੇ ਦੇ ਨਾਲ ਬੱਦਲਾਂ ਦੇ ਵਿੱਚ ਮਿਲਣ ਦੇ ਵਾਸਤੇ ਜਾਣਾ ਆ। ਹਰ ਜ਼ਿੰਦਗੀ ਇਹ ਫੈਸਲਾ ਲਵੇ ਖੁਦਾਵੰਦ, ਪਾਪ ਦੇ ਨਾਲ ਨਫ਼ਰਤ ਹੋ ਜਾਏ ਹਰ ਜ਼ਿੰਦਗੀ ਦੀ, ਔਰ ਤੇਰੇ ਧਰਮ ਦੇ ਕੰਮਾਂ ਦਾ ਹਰ ਜ਼ਿੰਦਗੀ ਦੇ ਵਿੱਚ ਇੱਕ ਸਟੈਂਡ ਬਣ ਜਾਵੇ ਕਿ ਮੈਂ ਧਰਮ ਦੇ ਹੀ ਕੰਮ ਕਰਾਂਗਾ, ਆਪਣੇ ਪਰਮੇਸ਼ਵਰ ਨੂੰ ਖੁਸ਼ ਕਰਾਂਗਾ, ਆਪਣੀ ਦੌੜ ਨੂੰ ਪੂਰਾ ਕਰਾਂਗਾ, ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਾਂਗਾ, ਔਰ ਮੈਂ 100% ਦੁਲਹਨ ਦੇ ਵਿੱਚ ਸ਼ਾਮਲ ਹੋਣ ਦੇ ਸਾਰੇ ਉਹ ਕੰਮ ਔਰ ਪਰਮੇਸ਼ਵਰ ਦੀਆਂ ਸਾਰੀਆਂ ਆਗਿਆਂ ਨੂੰ ਮੰਨਾਂਗਾ। ਖੁਦਾਵੰਦ, ਇੱਕ ਜ਼ਿੰਦਗੀ ਨੂੰ ਇਹ ਦ੍ਰਿੜ ਫੈਸਲਾ ਲੈਣ ਦੇ ਲਈ ਆਸ਼ੀਸ਼ ਔਰ ਬਰਕਤ ਦਿਓ ਖੁਦਾਵੰਦ। ਹਰੇਕ ਜ਼ਿੰਦਗੀ ਦੇ ਲਈ ਤੁਹਾਡੇ ਰਹਿਮ ਨੂੰ ਮੰਗ ਲੈਂਦੇ ਹਾਂ ਖੁਦਾਵੰਦ। ਇਸ ਦੁਨੀਆ ਦੇ ਲਈ ਇਹ ਜੋ ਖੁਦਾਵੰਦ ਦਾ ਕਰੋਨਾ ਵਾਇਰਸ ਆਇਆ ਹੋਇਆ ਹੈ, ਸਭ ਇੰਤਜ਼ਾਮ ਜੋ ਕੁਝ ਵੀ ਹੈ ਖੁਦਾਵੰਦ, ਨਾਸਤਿਕ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ, ਪਰ ਸਾਨੂੰ ਪਤਾ ਹੈ ਕਿ ਪੱਤਾ ਵੀ ਤੇਰੀ ਇਜਾਜ਼ਤ ਤੋਂ ਬਿਨਾਂ ਹਿੱਲਦਾ ਨਹੀਂ ਆ ਖੁਦਾਵੰਦਾ। ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਇਹ ਬਾਪ ਅਸਮਾਨੀ ਬਹੁਤ ਬੁਰੀ ਦਸ਼ਾ ਦੇ ਵਿੱਚ ਦੇਖ ਰਹੇ ਹਾਂ, ਭੁੱਖਮਰੀ ਦੇ ਵਿੱਚ ਦੇਖ ਰਹੇ ਹਾਂ, ਲੋਕਾਂ ਕੋ ਖਾਣ ਲਈ ਨਹੀਂ ਆ ਖੁਦਾਵੰਦਾ। ਇਸ ਲਈ ਉਹਨਾਂ ਸਾਰੀਆਂ ਜ਼ਿੰਦਗੀਆਂ ਤੱਕ ਅਸੀਂ ਇਹ ਵੀ ਸਮਝਦੇ ਹਾਂ ਕਿ ਬਹੁਤ ਸਾਰੇ ਉਹਨਾਂ ਵਿੱਚੋਂ ਐਸੇ ਵੀ ਨੇ ਜਿਹੜਾ ਤੱਕ ਅਜੇ ਤੱਕ ਤੇਰੀ ਨਜ਼ਾਤ ਦਾ ਪੈਗਾਮ ਨਹੀਂ ਪਹੁੰਚਿਆ ਖੁਦਾਵੰਦਾ। ਇਸ ਲਈ ਤੁਸੀਂ ਕਿਰਪਾ ਕਰੋ, ਆਪਣੇ ਕ੍ਰੋਧ ਨੂੰ ਠੰਡਾ ਕਰਦੇ ਹੋਏ ਨਾਸ਼ ਕਰਨ ਵਾਲੇ ਦੂਤ ਨੂੰ ਪਿੱਛੇ ਹਟਾ ਦਿਓ ਖੁਦਾਵੰਦਾ, ਤਾਂ ਕਿ ਉਹਨਾਂ ਲੋਕਾਂ ਤੱਕ ਵੀ ਤੇਰੇ ਨਾਮ ਦੀ ਮਨਾਦੀ ਕੀਤੀ ਜਾ ਸਕੇ ਜਿਨ੍ਹਾਂ ਤੱਕ ਅਜੇ ਤੱਕ ਤੇਰਾ ਪੈਗਾਮ ਨਹੀਂ ਪਹੁੰਚਿਆ ਖੁਦਾਵੰਦ, ਤਾਂ ਕਿ ਤੇਰੇ ਉਸ ਇੰਤਜ਼ਾਮ ਦੇ ਵਿੱਚ ਉਹ ਵੀ ਸ਼ਾਮਲ ਹੋ ਸਕਣ, ਕਿਉਂਕਿ ਤੁਹਾਡਾ ਕਲਾਮ ਦੱਸਦਾ ਹੈ ਤੁਸੀਂ ਕਿਸੇ ਦਾ ਨਾਸ਼ ਨਹੀਂ ਚਾਹੁੰਦੇ ਖੁਦਾਵੰਦ। ਸੋ ਇੱਕ ਜ਼ਿੰਦਗੀ ਦੇ ਉੱਤੇ ਤੇਰੀ ਕਿਰਪਾ ਨੂੰ ਮੰਗ ਲੈਂਦੇ ਹਾਂ, ਸਾਰੇ ਸੰਸਾਰ ਦੇ ਲਈ ਸੁਖ ਸ਼ਾਂਤੀ ਨੂੰ ਮੰਗਦੇ ਹਾਂ ਖੁਦਾਵੰਦ। ਖਾਸ ਕਰਕੇ ਤੇਰੇ ਚੁਣਿਆ ਹੋਇਆਂ ਨੂੰ ਜਿਨ੍ਹਾਂ ਉੱਤੇ ਤੇਰਾ ਨਾਮ ਜ਼ਾਹਰ ਹੋਇਆ, ਇੱਕ ਜ਼ਿੰਦਗੀ ਨੂੰ ਤੇਰੇ ਬੇਟੇ ਮਸੀਹ ਯਸੂ ਦੇ ਪਵਿੱਤਰ ਲਹੂ ਦੇ ਵਿੱਚ ਛੁਪਾ ਦਿੰਦੇ ਹਾਂ ਖੁਦਾਵੰਦਾ। ਹਰੇਕ ਜ਼ਿੰਦਗੀ ਦੇ ਉੱਤੇ ਤੇਰੀ ਕਿਰਪਾ ਬਣੀ ਰਵੇ ਖੁਦਾਵੰਦ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਸੂ ਦੇ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ। ਕੱਲ ਮਿਲਦੇ ਹਾਂ ਰਾਤ ਨਿਊਯਾਰਕ ਟਾਈਮ 10 ਵਜੇ, ਇੰਡੀਆ ਟਾਈਮ 7:30 ਵਜੇ। ਜੈ ਮਸੀਹ ਕੀ।